ਸੁਵਿਧਾ ਦੀ ਮੈਂ ਹਰ ਰੰਗ ਰੱਤੀਆਂ ਦੀ ਤੀਜੀ ਕੜੀ ਦੇ ਵਿੱਚ ਸਾਰੇ ਦੋਸਤ ਜੋ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ। ਇਹ ਜਿਹੜਾ ਗੀਤ ਹੈ, ਲੋਕ ਗੀਤ ਜਿਹਦੇ ਚੋਂ ਅਸੀਂ ਇਹ ਤੁਕ ਲਈ ਹੈ, ਉਹਦੇ ਵਿੱਚ ਇੱਕ ਔਰਤ ਇੱਕ ਧੀ ਆਪਣੀ ਮਾਂ ਨਾਲ ਸੰਵਾਦ ਕਰਦੀ ਹੈ ਕਿ ਨਾ ਵਰਜੀ ਮੇਰੀ ਮਾਏ ਮੈਂ ਹਰ ਰੰਗ ਰੱਤੀ ਹਾਂ। ਤਾਂ ਉਹ ਸਾਰੀਆਂ ਜੋ ਵਰਜਨਾਵਾਂ ਸਾਡੇ ਕਲਚਰ ਦੇ ਵਿੱਚ ਔਰਤ ਲਈ ਹੈਗੀਆਂ ਨੇ, ਉਹਨਾਂ ਦੇ ਨਾਲ ਆਪਣੀ ਅਸਹਿਮਤੀ ਜ਼ਾਹਰ ਕਰਦੀ ਹੈ। ਇਸ ਤਰੀਕੇ ਦੇ ਨਾਲ ਇਸ ਲੜੀ ਦੇ ਵਿੱਚ ਅਸੀਂ ਉਹਨਾਂ ਔਰਤਾਂ ਨਾਲ, ਉਹਨਾਂ ਕੁੜੀਆਂ ਨਾਲ ਮੁਲਾਕਾਤਾਂ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਜੀਵਨ 'ਚ ਇਸ ਤਰ੍ਹਾਂ ਦੀਆਂ ਵਰਜਨਾਵਾਂ ਨੂੰ ਉਲੰਘਿਆ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਉਹ ਕੰਮ ਕੀਤੇ ਤੇ ਪਿਤਰਕੀ ਨੂੰ ਚੈਲੰਜ ਕੀਤਾ। ਇਸ ਲੜੀ ਦੇ ਵਿੱਚ ਅੱਜ ਕਨੂਪ੍ਰਿਆ ਸਾਡੇ ਅੱਜ ਦੇ ਮਹਿਮਾਨ ਨੇ, ਜੋ ਕਿ ਪਹਿਲੀ ਕੁੜੀ ਹੈ ਕਨੂਪ੍ਰਿਆ ਜੋ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਕਾਉਂਸਲ ਦੀ ਪ੍ਰੈਜ਼ੀਡੈਂਟ ਬਣੀ ਤੇ ਉਹਨੇ ਆਪਣੇ ਆਪ ਵਿੱਚ ਇਹ ਇਤਿਹਾਸ ਸਿਰਜਿਆ। ਪਿਛਲੇ ਦਿਨਾਂ 'ਚ ਅਸੀਂ ਅਸੁਵਿਧਾ ਤੇ ਇੱਕ ਫੋਟੋ ਸ਼ੇਅਰ ਕਰ ਰਹੇ ਸੀ ਡਫਲੀ ਵਾਲੀ, ਤੇ ਸਾਡੇ ਸਾਰਿਆਂ ਦੇ ਚੇਤਿਆਂ 'ਚ ਉਹ ਫੋਟੋ ਵਸੀ ਹੋਈ ਆ। ਇਸ ਤੋਂ ਪਹਿਲਾਂ ਕਿ ਕਨੂਪ੍ਰਿਆ ਨੂੰ ਅਸੀਂ ਆਪਣੇ ਨਾਲ ਲਈਏ, ਉਸ ਫੋਟੋ ਬਾਰੇ ਮੈਂ ਥੋੜੀ ਜਿਹੀ ਗੱਲ ਕਰਨਾ ਚਾਹੁੰਦੀ ਸੀ। ਸਾਡਾ ਇੱਕ ਬਹੁਤ ਸੰਵੇਦਨਸ਼ੀਲ ਮਿੱਤਰ ਹੈ ਬਰਦੀਪ ਭੱਠਲ, ਤੁਹਾਡੇ ਚੋਂ ਬਹੁਤੇ ਜਾਣਦੇ ਹੋਣਗੇ ਬਰਦੀਪ ਹੁਣਾਂ ਨੂੰ। ਬਰਦੀਪ ਭੱਠਲ ਹੁਣਾਂ ਨੇ ਇਸ ਫੋਟੋ ਦੇ ਬਾਰੇ ਲਿਖਿਆ ਸੀ ਕਿ ਇਹ ਫੋਟੋ ਕਈ ਦਿਨਾਂ ਤੋਂ ਰੂਹ ਦੇ ਪਹਿਲੇ ਪੰਨੇ ਤੇ, ਪਹਿਲੇ ਸਫ਼ੇ ਤੇ ਛਪੀ ਹੋਈ ਹੈ। ਇਸੇ ਤਰ੍ਹਾਂ ਬਰਦੀਪ ਭੱਠਲ ਹੁਣਾਂ ਨੇ ਇਸ ਫੋਟੋ ਬਾਰੇ ਕੁਝ ਗੱਲਾਂ ਹੋਰ ਲਿਖੀਆਂ ਸੀ ਜਿਹੜੀਆਂ ਮੈਂ ਆਪਣੇ ਦੋਸਤਾਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਇਹ ਫੋਟੋ ਇੱਕ ਤੋਂ ਜ਼ਿਆਦਾ ਤਰੀਕਿਆਂ ਨਾਲ ਆਈਕੋਨਿਕ ਹੈ। ਇਤਿਹਾਸਿਕ ਘਟਨਾਵਾਂ ਵਿੱਚ ਕੋਈ ਇੱਕ ਪਲ ਅਜਿਹਾ ਹੁੰਦਾ ਹੈ ਜਿਸ ਰਾਹੀਂ ਸਾਰਾ ਸੰਘਰਸ਼, ਸਾਰੀ ਮਿਹਨਤ ਦਾ ਫਲ ਤੱਕ ਪਹੁੰਚਣਾ ਇੱਕੋ ਸਮੇਂ ਪ੍ਰਦਰਸ਼ਿਤ ਹੁੰਦਾ ਹੈ। ਇਸ ਫੋਟੋ ਨੇ ਉਸ ਛਿਨ ਨੂੰ ਫੜ ਲਿਆ ਹੈ। ਇਹ ਫੋਟੋ ਤੁਹਾਨੂੰ ਮਹਿਸੂਸ ਕਰਵਾਉਂਦੀ ਹੈ ਕਿ ਮਨੁੱਖ ਦੀ ਆਜ਼ਾਦੀ ਲਈ ਤੜਪ ਆਪਣੇ ਰਿਲੀਜ਼ ਪੁਆਇੰਟ ਤੱਕ ਪਹੁੰਚ ਚੁੱਕੀ ਹੈ ਅਤੇ ਇਹ ਸੰਗੀਤਕ ਧੁਨੀ ਇਸ ਛੋਟੀ ਕੁੜੀ ਕਨੂਪ੍ਰਿਆ ਰਾਹੀਂ ਉੱਚੀ ਤੇ ਹੋਰ ਉੱਚੀ ਹੁੰਦੀ ਜਾ ਰਹੀ ਹੈ। ਇਸ ਫੋਟੋ 'ਚ ਨਜ਼ਰ ਆ ਰਹੇ ਸਥਾਪਤੀ ਦੇ ਅਸਮਾਨ 'ਚ ਮੋਹਰੀ ਕਰਨ ਲਈ ਉੱਠੇ ਹੱਥ ਭਾਵੇਂ ਕੋਮਲ ਤੇ ਮਾਸੂਮ ਲੱਗਦੇ ਹਨ, ਪਰ ਉਹਨਾਂ ਨੇ ਪੱਥਰ ਤਬੀਅਤ ਨਾਲ ਉਛਾਲਿਆ ਲੱਗਦਾ ਹੈ। ਇਸ ਫੋਟੋ 'ਚ ਡਫਲੀ ਸੰਘਰਸ਼ ਦੇ ਪ੍ਰਤੀਕ ਵਜੋਂ ਪੇਸ਼ ਹੁੰਦੀ ਹੈ। ਜ਼ਰੂਰੀ ਨਹੀਂ ਇਨਕਲਾਬ ਬੰਦੂਕ ਦੀ ਨਾਲੀ ਵਿੱਚੋਂ ਹੀ ਨਿਕਲੇ, ਇਹ ਡਫਲੀ ਦੀ ਗੂੰਜ ਵਿੱਚੋਂ ਵੀ ਨਿਕਲ ਸਕਦਾ ਹੈ। ਇਹ ਫੋਟੋ ਮੈਂ ਆਪਣੀ ਬੇਟੀ ਨੂੰ ਭੇਜੀ, ਬਰਦੀਪ ਹੁਣਾਂ ਨੇ ਲਿਖਿਆ ਕਿ ਇਹ ਫੋਟੋ ਮੈਂ ਆਪਣੀ ਬੇਟੀ ਨੂੰ ਭੇਜੀ ਅਤੇ ਉਸ ਨਾਲ ਇਸ ਬਾਰੇ ਕਾਫੀ ਗੱਲਾਂ ਕੀਤੀਆਂ। ਅਜੇ ਛੋਟੀ ਹੋਣ ਕਾਰਨ ਉਹ ਇਹਨਾਂ ਸਾਰੀਆਂ ਗੱਲਾਂ ਨੂੰ ਨਹੀਂ ਸਮਝਦੀ, ਪਰ ਇਹ ਗੱਲਾਂ ਉਸ ਇੱਟ ਵਾਂਗ ਹਨ ਜੋ ਨੀਂਹ ਚਿਣਨ ਵੇਲੇ ਸਭ ਤੋਂ ਪਹਿਲਾਂ ਧਰੀ ਜਾਂਦੀ ਹੈ। ਮੈਨੂੰ ਲੱਗਦਾ ਹੈ ਜਿਵੇਂ ਇਸ ਫੋਟੋ ਨੇ ਪੰਜਾਬ ਦੇ ਫਿਕਰ ਦੀ ਬਾਂਹ ਫੜੀ ਹੋਈ ਹੋਵੇ। ਪੰਜਾਬ ਦਾ ਲਾਡਲਾ ਸ਼ਾਇਰ ਸ਼ਿਵ ਕਹਿੰਦਾ ਹੈ, ਲੱਗੀ ਤੇਰੀ ਦੀਦ ਦੀਵੇ ਤੇ ਸਾਡੇ ਦੀਦਿਆਂ ਨੂੰ ਇੱਕ ਘੁੱਟ ਚਾਨਣੀ ਪਿਆ। ਪੰਜਾਬ ਦੇ ਅੰਨੇਪਨ ਵੱਲ ਵੱਧ ਰਹੇ ਤੇ ਕਿਸੇ ਧਰਵਾਸ ਲਈ ਤਰਸੇ ਦੀਦਿਆਂ ਲਈ ਇਹ ਫੋਟੋ ਚਾਨਣੀ ਦਾ ਘੁੱਟ ਹੈ। ਸ਼ਾਇਦ ਇਸ ਚਾਨਣੀ ਦੇ ਘੁੱਟ ਨੂੰ ਪੀ ਕੇ ਉਸ ਦੀਆਂ ਅੱਖਾਂ ਦੀ ਜੋਤ ਵਾਪਸ ਆ ਜਾਵੇ। ਇਸ ਫੋਟੋ ਦੇ ਇਨਕਲਾਬੀ ਸੁਹੱਪਨ ਨੂੰ ਆਪਣੀ ਰੂਹ ਨਾਲ ਆਤਮਸਾਤ ਕਰ ਲਵੋ, ਕਿਉਂਕਿ ਇਸਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਤੈਅ ਕਰਨਾ ਹੈ। ਸੋ ਇਹ ਸ਼ਬਦ ਕਹਿੰਦਿਆਂ ਇਸ ਡਫਲੀ ਵਾਲੀ ਫੋਟੋ ਲਈ, ਇਸ ਡਫਲੀ ਵਾਲੀ ਕੁੜੀ ਲਈ, ਇਸ ਇਤਿਹਾਸਿਕ ਛਿਨ ਲਈ ਮੈਂ ਤੁਹਾਡੇ ਨਾਲ ਸਕਰੀਨ ਤੇ ਕਨੂਪ੍ਰਿਆ ਨੂੰ ਪੇਸ਼ ਕਰ ਰਹੀ ਹਾਂ। ਕਨੂਪ੍ਰਿਆ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਅਸੁਵਿਧਾ ਦੇ ਮੰਚ ਵੱਲੋਂ। ਕਨੂ ਸਾਡੇ ਨਾਲ ਨੇ। ਕਨੂ, ਮੈਂ ਬਹੁਤ ਔਖੇ ਸਵਾਲ ਕਰਨ ਦੇ ਮੂਡ 'ਚ ਨਹੀਂ ਹਾਂ। ਅਸੀਂ ਨਿੱਕੀਆਂ ਗੱਲਾਂ ਤੋਂ ਸ਼ੁਰੂ ਕਰਾਂਗੇ, ਕਿਉਂਕਿ ਕੁੜੀਆਂ ਦੀ ਜ਼ਿੰਦਗੀ ਨਿੱਕੀਆਂ ਗੱਲਾਂ ਤੋਂ ਸ਼ੁਰੂ ਹੁੰਦੀ ਹੈ। ਪਹਿਲਾਂ ਤਾਂ
ਉਹ ਕਿਹੜੇ ਤੁਹਾਡੇ ਬਚਪਨ ਦੇ ਵਿੱਚ, ਤੁਹਾਡੇ ਘਰ ਦੇ ਵਿੱਚ ਕੀ ਕੋਈ ਐਸੀਆਂ ਚੀਜ਼ਾਂ ਸੀ ਜਿੱਥੋਂ ਇਸ ਗੱਲ ਦੇ ਨਿਸ਼ਾਨ ਲੱਭੇ ਜਾ ਸਕਣ ਕਿ ਕਨੂਪ੍ਰਿਆ ਨੇ ਪੰਜਾਬ ਦੇ ਇਤਿਹਾਸ ਦੇ ਵਿੱਚ ਕੋਈ ਡੈਂਟ ਪਾਉਣਾ ਹੈ, ਕੋਈ ਇਸ ਤਰ੍ਹਾਂ ਦਾ ਸੁਪਨਾ ਪੰਜਾਬ ਨੂੰ ਦੇਣਾ ਹੈ, ਕੋਈ ਇਸ ਤਰ੍ਹਾਂ ਦਾ ਕਲੈਕਟਿਵ ਡ੍ਰੀਮ ਪੰਜਾਬ ਨੂੰ ਦੇਣਾ ਹੈ? ਤੁਸੀਂ ਆਪਣੇ ਬਚਪਨ ਬਾਰੇ ਤੇ ਥੋੜਾ ਜਿਹਾ ਸਾਡੇ ਨਾਲ, ਕਿਉਂਕਿ ਜਦੋਂ ਤੁਸੀਂ ਸਾਡੇ ਨਾਲ ਗੱਲ ਕਰੋਗੇ ਤਾਂ ਹੋ ਸਕਦਾ ਹੈ ਕਿ ਤੁਸੀਂ ਵੀ ਆਪਣੇ ਬਚਪਨ ਨੂੰ ਰੀਥਿੰਕ ਕਰੋ ਕਿ ਕਿੱਥੇ ਉਹ ਚੀਜ਼ਾਂ ਪਈਆਂ ਹੋਣਗੀਆਂ, ਨਿੱਕੀਆਂ ਨਿੱਕੀਆਂ ਕਰੂੰਬਲਾਂ ਕਿੱਥੇ ਪਈਆਂ ਹੋਣਗੀਆਂ, ਪਲੀਜ਼। ਬਿਲਕੁਲ, ਜਿੱਦਾਂ ਤੁਸੀਂ ਗੱਲ ਕੀਤੀ ਬਚਪਨ ਤੋਂ ਆਪਣੀ ਇੱਕ ਸਾਰੇ ਸਫ਼ਰ ਨੂੰ ਤੈਅ ਕਰਨਾ, ਇਸ ਕੋਵਿਡ ਦੇ ਟਾਈਮ ਵਿੱਚ ਇੱਕ ਜਿਹੜੀ ਵਧੀਆ ਚੀਜ਼ ਹੋਈ ਉਹ ਇਹ ਕਿ ਮੈਂ ਵਾਪਸ ਪੱਟੀ ਗਈ। ਮੈਂ ਉੱਥੇ ਹੀ ਸੀ ਔਰ ਮੇਰੇ ਕੋਲ ਕਾਫੀ ਸਮਾਂ ਸੀ ਕਿ ਮੈਂ ਬੈਠ ਕੇ ਸੋਚ ਸਕਾਂ, ਮੈਂ ਦੇਖ ਸਕਾਂ ਕਿ ਮੈਂ ਇੱਥੇ ਉਸ ਸਮੇਂ 'ਚ ਕੀ ਕਰਦੀ ਸੀ ਤੇ ਮੈਂ ਅੱਜ ਕੀ ਕਰ ਰਹੀ ਹਾਂ, ਤੇ ਅਸੀਂ ਕਿਸ ਟਾਈਮ ਤੇ ਪਹੁੰਚ ਗਏ ਹਾਂ, ਕਿਉਂਕਿ ਏਦਾਂ ਲੱਗ ਹੀ ਨਹੀਂ ਰਿਹਾ ਸੀ ਟਾਈਮ ਬਦਲ ਗਿਆ ਹੈ। ਉਦੋਂ ਦੁਬਾਰਾ ਤੋਂ ਫੇਰ ਇੱਥੇ ਆ ਗਿਆ ਸੀਗਾ ਤੇ ਸਾਰਾ ਸੋਚਿਆ ਕਿ ਕੀ ਹੋਇਆ। ਤਾਂ ਮੈਨੂੰ ਲੱਗਦਾ ਮੈਂ ਇਸ ਕੁਐਸਚਨ ਲਈ ਪ੍ਰੀਪੇਅਰਡ ਵੀ ਹਾਂ ਕਿ ਮੈਂ ਆਪਣੇ ਬਚਪਨ ਵਿੱਚ ਆਪਣੇ ਦਾਦੀ ਦਾਦਾ ਕੋਲ ਰਹੀ ਹਾਂ। ਮੇਰੀ ਪਰਵਰਿਸ਼ ਬਹੁਤੇ ਹੱਥਾਂ ਤੋਂ ਹੋਈ ਹੈ, ਮਤਲਬ ਸਿਰਫ ਮਾਂ ਪਿਓ ਦਾ ਰੋਲ ਨਹੀਂ ਹੈ ਮੇਰੇ ਪਾਲਣ ਵਿੱਚ। ਉਹਨਾਂ ਦੀ ਨੌਕਰੀ ਦੇ ਕਰਕੇ ਉਹਨਾਂ ਨੂੰ ਸ਼ਹਿਰ ਵਿੱਚ ਜਾਣਾ ਪਿਆ, ਤਾਂ ਉਹ ਦੋਨੋਂ ਲੁਧਿਆਣੇ ਵਿੱਚ ਆਪਣੀ ਇੱਕ ਜ਼ਿੰਦਗੀ ਲੱਭ ਰਹੇ ਸੀ, ਸੰਘਰਸ਼ ਕਰ ਰਹੇ ਸੀ ਆਪਣੇ ਘਰ ਲਈ, ਆਪਣੇ ਪਰਿਵਾਰ ਲਈ। ਔਰ ਇਸ ਦੌਰਾਨ ਉਹਨਾਂ ਨੂੰ ਇਹ ਠੀਕ ਫੈਸਲਾ ਲੱਗਿਆ ਕਿ ਮੇਰਾ ਪਾਲਣ ਪੋਸ਼ਣ ਅਗਰ ਕਿਤੇ ਵਧੀਆ ਹੋ ਸਕਦਾ ਹੈ ਤੇ ਉਹ ਮੇਰੇ ਗ੍ਰੈਂਡ ਪੇਰੈਂਟਸ ਕੋਲ, ਉਹ ਮੇਰੇ ਉਸ ਪਰਿਵਾਰ ਵਿੱਚ ਜਿਸ ਵਿੱਚ ਇੱਕ ਰੌਣਕ ਵਾਲਾ ਮਾਹੌਲ ਹੋਵੇ, ਕਿ ਇਹਨੂੰ ਇਹ ਨਾ ਕਹਿ ਕੇ ਜਾਣਾ ਪਵੇ ਕਿ ਤੂੰ ਕੁੰਡੀ ਲਾ ਕੇ ਰੱਖੀ। ਕਿਉਂਕਿ ਉਦੋਂ ਤਾਂ ਮੈਂ ਛੋਟੀ ਵੀ ਬਹੁਤ ਸੀ। ਤਾਂ ਮੈਂ ਅਗਰ ਪੂਰਾ ਟਰੇਸ ਕਰਦੀ ਹਾਂ ਕਿ ਮੇਰਾ ਬਚਪਨ ਮੇਰੇ ਭੂਆ ਦੇ ਨਾਲ ਨਿਕਲਿਆ, ਉਹਦੀ ਸਹੇਲੀਆਂ ਦੇ ਨਾਲ ਨਿਕਲਿਆ, ਮੇਰੇ ਚਾਚੇ ਦੇ ਨਾਲ ਨਿਕਲਿਆ, ਉਹਦੇ ਦੋਸਤਾਂ ਦੇ ਨਾਲ ਨਿਕਲਿਆ, ਮੇਰੇ ਦਾਦੀ ਦਾਦਾ, ਮੇਰੀ ਬਹੁਤ ਦੂਰ ਦੀ ਕਜ਼ਨ ਪਰ ਬਹੁਤ ਨੇੜੇ ਰਹਿਣ ਵਾਲੀ ਕਜ਼ਨਸ ਦੇ ਨਾਲ ਹੋਇਆ। ਤਾਂ ਮੈਨੂੰ ਲੱਗਦਾ ਹੈ ਕਿ ਉਹ ਇੱਕ ਜਿਹੜਾ ਆਪਣੇ ਵਰਤਾਵੇ ਵਿੱਚ ਜਾਂ ਇੱਕ ਵਿਚਰਨ ਦਾ ਤਰੀਕਾ ਹੀ ਡਿਵੈਲਪ ਹੋਣਾ ਸੀਗਾ, ਉਸਨੂੰ ਮੈਂ ਪੱਟੀ ਵਿੱਚ ਮਹਿਸੂਸ ਕਰਦੀ ਹਾਂ। ਤਾਂ ਹੀ ਜਦੋਂ ਵੀ ਕਿਤੇ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੱਥੋਂ ਹੋ, ਤਾਂ ਮੈਂ ਜ਼ਰੂਰ ਸਟ੍ਰੈਸ ਕਰਦੀ ਹਾਂ ਇਸ ਚੀਜ਼ ਤੇ ਕਿ ਮੈਂ ਪੱਟੀ ਤੋਂ ਹਾਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਲੁਧਿਆਣੇ ਤਾਂ ਮੈਂ ਸਿਰਫ ਆਪਣੀ 11ਵੀਂ 12ਵੀਂ ਦੀ ਕੋਚਿੰਗ ਲੈਣ ਲਈ ਜਾਂ ਫਿਰ ਇੱਕ ਨੀਟ ਦਾ ਟੈਸਟ ਦੇਣ ਲਈ ਤਿਆਰੀ ਕਰਨ ਗਈ ਸੀ। ਉਸ ਵਿੱਚ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਰਹੀ, ਪਰ ਇੱਕ ਕਾਫੀ ਟਾਈਮ ਸੀ ਜਿਸ ਵਿੱਚ ਅਸੀਂ ਬਸ ਉਹ ਮੋਰੇ ਦੇ ਅੰਦਰ ਪੜ੍ਹਨ ਤੇ ਉਹ ਯਾਦ ਕਰਨ ਤੇ ਲਗਾਉਣਾ ਹੁੰਦਾ ਸੀ ਕਿ ਅਸੀਂ ਟੈਸਟ ਕਲੀਅਰ ਕਰਨਾ ਹੈ। ਤਾਂ ਮੈਨੂੰ ਲੱਗਦਾ ਹੈ ਕਿ ਉਸ ਇੰਨੇ ਸਾਂਝੇ ਮਾਹੌਲ ਵਿੱਚ ਰਹਿਣਾ ਜਿਸ ਵਿੱਚ ਤੁਹਾਨੂੰ ਰੋਕ ਟੋਕ ਨਹੀਂ ਹੈ, ਜਦੋਂ ਤੁਸੀਂ ਸਕੂਲ ਦੇ ਇਵੈਂਟਸ 'ਚ ਜਾਂਦੇ ਹੋ ਜਾਂ ਆਪਣੇ ਚਾਚੇ ਨਾਲ ਘੁੰਮਣ ਜਾਂਦੇ ਹੋ, ਆਪਣੀ ਭੂਆ ਦੇ ਨਾਲ ਜਾਂਦੇ ਹੋ, ਤਾਂ ਇੱਕ ਇਹ ਮਾਹੌਲ ਇਹ ਤਿਆਰ ਹੋ ਰਿਹਾ ਸੀਗਾ। ਸ਼ਾਇਦ ਇੰਨੇ ਵੱਡੇ ਕਿਸੇ ਇਤਿਹਾਸ ਲਈ ਨਹੀਂ, ਸ਼ਾਇਦ ਇੰਨਾ ਤਾਂ ਬਿਲਕੁਲ ਵੀ ਸੋਚਿਆ ਵੀ ਨਹੀਂ ਸੀ ਉਦੋਂ ਕਿ ਕੋਈ ਯੂਨੀਵਰਸਿਟੀ ਜਾਊਗੀ ਜਾਂ ਕੁਛ ਏਦਾਂ, ਜਾਂ ਕੀ ਕਰਨਾ ਹੈ ਕੀ ਬਣਨਾ ਹੈ, ਪਰ ਜ਼ਰੂਰ ਇਸ ਲਈ ਕਿ ਇਹ ਮਤਲਬ ਮੈਂ ਇਹ ਪਹਿਲਾ ਬੱਚਾ ਵੀ ਸੀ ਆਪਣੇ ਘਰੇ, ਤਾਂ ਉਹਦੀ ਐਕਸਾਈਟਮੈਂਟ ਵੀ ਮੇਰੇ ਚਾਚਾ ਭੂਆ ਵਿੱਚ ਬਹੁਤ ਸੀ। ਤਾਂ ਉਹ ਸਾਰੇ ਮਾਹੌਲ ਵਿੱਚ ਮੈਨੂੰ ਲੱਗਦਾ ਹੈ ਕਿ ਇੱਕ ਜਿਹੜਾ ਸੋਸ਼ਲ ਨੇਚਰ ਇੱਕ ਇੰਡੀਵਿਜੂਅਲ ਦਾ ਡਿਵੈਲਪ ਹੋਣਾ ਹੁੰਦਾ ਹੈ ਨਾ, ਉਹ ਹੋਇਆ। ਮਤਲਬ ਇੱਕ ਸੁਸਾਇਟੀ ਦੇ ਅੰਦਰ ਆਪਾਂ ਜਦੋਂ ਉਹਨਾਂ ਸਭ ਲੋਕਾਂ ਨੂੰ ਆਪਣਾ ਸਮਝਦੇ ਹਾਂ, ਉਹਨਾਂ ਵਿੱਚ ਘੁਲਦੇ ਮਿਲਦੇ ਹਾਂ, ਗੱਲਾਂ ਕਰਦੇ ਹਾਂ, ਤਾਂ ਉਹ ਜਿਹੜਾ ਯੂਨੀਵਰਸਿਟੀ ਵਿੱਚ ਵੀ ਬਰਾਬਰ ਮੈਨੂੰ ਆ ਕੇ ਮਿਲਿਆ ਜਦੋਂ ਮੈਂ ਹੋਸਟਲ ਵਿੱਚ ਰਹੀ, ਇੰਨੀਆਂ ਕੁੜੀਆਂ ਇੰਨੇ ਅਲੱਗ-ਅਲੱਗ ਡਿਪਾਰਟਮੈਂਟਸ ਤੋਂ। ਤਾਂ ਫਿਰ ਉਦੋਂ ਮੈਨੂੰ ਲੱਗਦਾ ਹੈ ਕਿ ਉਦੋਂ ਇਹ ਦੋਨਾਂ ਚੀਜ਼ਾਂ 'ਚ ਇੱਕ ਆਪਸੀ ਰਿਸ਼ਤਾ ਹੈ, ਉਸ ਬਚਪਨ ਤੋਂ ਇੱਕ ਜਿਹੜੇ ਮਾਹੌਲ ਵਿੱਚ ਰੱਖਿਆ ਗਿਆ ਤੇ ਯੂਨੀਵਰਸਿਟੀ ਵਿੱਚ ਆ ਕੇ ਉਸਨੂੰ ਜਿਸ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ। ਓਕੇ, ਤੇ ਯਾਨੀ ਕਨੂੰ ਇਹ ਕਹਿਣਾ ਚਾਹੁੰਦੀ ਹੈ ਵੀ ਸਾਂਝਦਾਰੀ ਦੇ ਵਿੱਚੋਂ ਹੀ ਸਾਂਝੇ ਸੁਪਨਿਆਂ ਦਾ ਤਸੱਵਰ ਹੈ ਜਿਹੜਾ ਉਹ ਪੈਦਾ ਹੋਇਆ ਕਿਸੇ ਤਰ੍ਹਾਂ ਨਾਲ, ਹਨਾ? ਹਾਂਜੀ। ਤੇ ਕਨੂੰ ਫਿਰ ਤੁਹਾਡੀ ਮਤਲਬ ਕਿਸ ਤਰ੍ਹਾਂ ਜਿਹੜੀ ਸਟੂਡੈਂਟ ਪੋਲਿਟਿਕਸ ਦੇ ਵਿੱਚ ਐਂਟਰੀ ਕਿਵੇਂ ਹੁੰਦੀ ਆ? ਮਤਲਬ ਪਹਿਲੀ ਵਾਰ ਤੁਸੀਂ ਕਿਵੇਂ ਮੈਂਬਰ ਬਣਦੇ ਹੋ, ਉਹ ਕਿਸ ਕਿਸਮ ਦਾ ਅਨੁਭਵ ਸੀ, ਉਹ ਵੀ ਸਾਡੇ ਨਾਲ ਸਾਂਝਾ ਕਰੋ। 2014 ਵਿੱਚ ਮੈਂ ਯੂਨੀਵਰਸਿਟੀ ਆਉਂਦੀ ਹਾਂ, ਤਾਂ ਯੂਨੀਵਰਸਿਟੀ ਦੀ ਪੋਲਿਟਿਕਸ ਦਾ ਮਾਹੌਲ ਮੈਨੂੰ ਪਹਿਲਾਂ ਹੀ ਵਾਰਨਿੰਗ ਦੇ ਕੇ ਭੇਜਿਆ ਹੁੰਦਾ ਕਿ ਉਹਦੇ 'ਚ ਪਾਰਟੀਸਿਪੇਟ ਨਹੀਂ ਕਰਨਾ, ਉੱਥੇ ਗੋਲੀਆਂ ਚੱਲਦੀਆਂ ਨੇ, ਉੱਥੇ ਇਹ ਹੁੰਦਾ ਤੇ ਮੇਰੇ ਲਈ ਯੂਨੀਵਰਸਿਟੀ ਬਹੁਤ ਹੀ ਨਵੀਂ ਸੀ, ਮਤਲਬ ਚੰਡੀਗੜ੍ਹ ਬਹੁਤ ਹੀ ਨਵਾਂ ਸੀਗਾ। ਤੇ ਇਸ ਸਾਰੇ ਵਿੱਚ ਮੈਨੂੰ ਇੱਕ SFS ਦੀ ਪੋਲਿਟਿਕਸ ਇਸ ਤਰੀਕੇ ਨਾਲ ਦਿਖ ਰਹੀ ਸੀ ਕਿ ਮੇਰੇ ਵਿੰਗ 'ਚੋਂ ਹੀ ਇੱਕ ਕੁੜੀ ਅਮਨ
ਪਹਿਲੀ ਵਾਰ ਇੱਕ ਵਿਮਨ ਕੰਟੈਸਟ ਕਰ ਰਹੀ ਸੀ ਇਲੈਕਸ਼ਨਸ ਲਈ। ਮਤਲਬ ਇਸ ਸਾਰੇ ਦੇ ਦੌਰਾਨ ਮੈਂ ਇਹ ਵੀ ਦੱਸਣਾ ਚਾਹੂੰਗੀ ਕਿ ਮੇਰੀ ਪਾਰਟਿਸਿਪੇਸ਼ਨ ਸਿੱਧਾ ਪੋਲੀਟੀਕਲ ਪਾਰਟਿਸਿਪੇਸ਼ਨ ਤੋਂ ਨਹੀਂ ਸ਼ੁਰੂ ਹੁੰਦੀ। ਮੈਂ ਕੋਸ਼ਿਸ਼ ਕਰਦੀ ਰਹੀ ਕਿ ਮੈਂ ਸ਼ਨੀਵਾਰ ਐਤਵਾਰ ਇੱਕ NGO ਦੇ ਵਿੱਚ ਪੜ੍ਹਾਉਣ ਜਾਵਾਂ 2 ਕੁੜੀਆਂ ਨੂੰ, ਕਿ ਮਤਲਬ ਸੁਪਨਾ ਜਿਹਾ ਹੁੰਦਾ ਨਾ ਕਿ ਹਾਂ ਇਹ ਵੀ ਕਾਲਜ ਆਉਣ, ਤੇ ਉਹ ਕਾਲਜ ਹੀ ਨੇ ਹੁਣ, ਮਤਲਬ ਇੱਥੇ ਗਵਰਨਮੈਂਟ ਕਾਲਜ ਪੜ੍ਹਦੀਆਂ ਨੇ। ਤਾਂ ਹਾਂ, ਬਟ ਆਪਾਂ ਰੀਅਲਾਈਜ਼ ਕਰਦੇ ਰਹੇ ਨਾਲ ਦੇ ਨਾਲ ਕਿ ਕਿੱਦਾਂ ਇਹ NGO ਸਟਰਕਚਰ ਵੀ ਇੱਕ ਗਿਲਟ ਵਾਸ਼ਿੰਗ ਜੀ ਵਾਂਗੂ ਕੰਮ ਕਰ ਰਿਹਾ ਹੈ, ਕਿ ਮੈਨੂੰ ਲੱਗ ਰਿਹਾ ਕਿ ਮੈਂ ਕੰਮ ਕਰ ਦਿੱਤਾ ਤੇ ਮੈਂ ਕਰ ਰਹੀ ਹਾਂ। ਤੇ ਇਹ ਸਾਰਾ ਕੰਮ ਮਤਲਬ ਆਪਣੇ ਘਰਦਿਆਂ ਤੋਂ ਚੋਰੀ ਹੀ, ਮਤਲਬ ਕਿਉਂਕਿ ਘਰ ਦੇ ਤੁਹਾਨੂੰ ਕਦੀ ਅਲਾਓ ਨਹੀਂ ਕਰਨਗੇ, ਉਹਨਾਂ ਨੇ ਤੁਹਾਨੂੰ ਪੜ੍ਹਨ ਭੇਜਿਆ ਤੇ ਉਹ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਅਲਾਓ ਨਹੀਂ ਕਰਨਗੇ ਕਿ ਤੁਸੀਂ ਸ਼ਨੀਵਾਰ ਐਤਵਾਰ ਸਾਡੇ ਤੋਂ ਨਾ ਆਇਓ ਬੱਸ ਫੜ ਕੇ, ਤੁਸੀਂ ਇਹੋ ਜਿਹੇ ਕੰਮ ਕਰ ਲਓ। ਤਾਂ ਇਹ ਜਿਹੜਾ ਕਮਿਊਨਿਟੀ ਨਾਲ ਤੁਹਾਡਾ ਰਿਲੇਸ਼ਨ ਹੁੰਦਾ ਆ, ਇਹ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਲੱਭ ਜ਼ਰੂਰ ਰਹੀ ਸੀ ਚੰਡੀਗੜ੍ਹ ਸ਼ਹਿਰ ਵਿੱਚ, ਕਿ ਮੈਂ ਆਪਣਾ ਹੋਸਟਲ 'ਚ ਤਾਂ ਰਹਿ ਰਹੀ ਹਾਂ, ਮੈਂ ਆਪਣਾ ਡਿਪਾਰਟਮੈਂਟ ਤਾਂ ਜਾ ਰਹੀ ਹਾਂ, ਪਰ ਮੈਨੂੰ ਨਾਲ ਕੁਝ ਕਰਨਾ ਹੈ। ਮਤਲਬ ਮੈਨੂੰ ਔਰ ਇੱਕ ਅਧੂਰਾ ਫੀਲ ਹੋ ਰਿਹਾ ਸੀਗਾ ਉਸ ਸਮੇਂ 'ਚ। ਔਰ ਜਦੋਂ ਮੈਂ ਆਪਣੇ ਆਸ-ਪਾਸ ਦੀਆਂ ਕੁੜੀਆਂ ਨੂੰ, ਹੋਸਟਲ ਦੀਆਂ ਕੁੜੀਆਂ ਨੂੰ, ਜਿਸ ਵਿੱਚ ਅਮਨ ਪਹਿਲੀ ਉਹ ਔਰਤ ਸੀ ਜਿਹੜੀ ਕੰਟੈਸਟ ਕਰ ਰਹੀ ਸੀਗੀ, ਤੇ ਉਸੇ ਸਾਲ ਹੀ ਕੰਟੈਸਟ ਕਰ ਰਹੀ ਸੀ ਜਿਸ ਸਾਲ ਮੈਂ ਯੂਨੀਵਰਸਿਟੀ ਆਈ ਸੀ। ਇਹ ਮੇਰੇ ਲਈ ਇੱਕ ਵੱਡੀ ਇੰਸਪੀਰੇਸ਼ਨ ਖੜੀ ਕਰਦਾ ਸੀ ਕਿ ਇਹ ਕੁੜੀ ਕਿਵੇਂ ਦਹਾੜੀ ਜਾ ਰਹੀ ਹੈ, ਜਦੋਂ ਕਿ ਸਾਰੇ ਯੂਨੀਵਰਸਿਟੀ ਵਿੱਚ ਮਾਹੌਲ ਹੈ ਕਿ ਇਹ ਕਦੀ ਜਿੱਤ ਹੀ ਨਹੀਂ ਸਕਦੇ, ਕਿ SFS ਕਦੀ ਜਿੱਤ ਨਹੀਂ ਸਕਦੀ। ਇਹ ਚੰਗੇ ਲੋਕ ਨੇ, ਇਹ ਕੋਸ਼ਿਸ਼ ਕਰਦੇ ਨੇ, ਪਰ ਇਹ ਜਿੱਤ ਨਹੀਂ ਸਕਦੇ। ਉਸ ਤੋਂ ਬਾਅਦ ਵੀ ਜਿਸ ਤਰੀਕੇ ਨਾਲ ਅੰਮ੍ਰਿਤ ਨੇ ਕੰਟੈਸਟ ਕੀਤਾ ਜਾਂ ਹਸਨ ਨੇ ਕੰਟੈਸਟ ਕੀਤਾ, ਉਹ ਸਾਰੇ ਵਿੱਚ ਵੀ ਇੱਕ ਚੀਜ਼ ਐਸਟੈਬਲਿਸ਼ ਹੋ ਰਹੀ ਸੀ ਕਿ ਇਹ ਜਿੱਤ ਨਹੀਂ ਸਕਦੇ ਕਦੀ ਵੀ, ਔਰ ਕੁੜੀ ਕਦੀ ਨਹੀਂ ਯੂਨੀਵਰਸਿਟੀ ਦੇ ਵਿੱਚ ਜਿੱਤ ਸਕਦੀ, ਕਿਉਂਕਿ ਮਤਲਬ ਯੂਨੀਵਰਸਿਟੀ ਦੇ ਵਿੱਚ ਇਹ ਕੁੜੀ ਲਾਉਂਦੇ ਹੀ ਤਾਂ ਆ ਕਿ ਜੇ ਤੁਸੀਂ ਹਾਰ ਰਹੇ ਹੋਵੋ ਤੇ ਤੁਸੀਂ ਬਸ ਇੱਕ ਕੈਂਡੀਡੇਟ ਅੱਗੇ ਖੜਾ ਕਰਦੇ ਹੋ ਕਿ ਚਲੋ ਹਾਰ ਹੀ ਲੈਣੀ ਹੈ, ਇਹਦੇ ਮੂੰਹ ਨੂੰ ਲੈ ਲਈਏ। ਤਾਂ ਮੇਰਾ ਪੋਲੀਟੀਕਲ ਸਫ਼ਰ ਵੀ ਜਿਹੜਾ ਹੈਗਾ, ਜਾਂ ਇੱਕ ਸਟੂਡੈਂਟ ਪੋਲੀਟਿਕਸ ਦੀ ਪਾਰਟਿਸਿਪੇਸ਼ਨ ਵਾਲਾ ਸਫ਼ਰ ਵੀ ਜਿਹੜਾ ਹੈਗਾ ਆ, ਉਹ ਸਭ ਤੋਂ ਪਹਿਲਾਂ 24 ਘੰਟੇ ਦੇ ਇਸ਼ੂ ਤੋਂ ਹੀ ਸਟਾਰਟ ਹੋਇਆ, ਕਿਉਂਕਿ 2015 ਦੇ ਅੰਦਰ ਇੱਕ ਵੱਡਾ ਮਾਰਚ ਹੋ ਰਿਹਾ ਸੀ, ਇੱਕ ਪ੍ਰੋਟੈਸਟ ਹੋ ਰਿਹਾ ਸੀ SFS ਦੇ ਵੱਲੋਂ ਮੇਰੇ ਹੀ ਹੋਸਟਲ ਦੇ ਬਾਹਰ, ਜਿਸ ਵਿੱਚ ਮੈਂ ਜਾਇਆ ਕਰਦੀ ਤੇ ਬੈਠਿਆ ਕਰਦੀ। ਮੈਨੂੰ ਹਜੇ ਵੀ ਯਾਦ ਹੈ ਕਿ ਮੈਨੂੰ ਰਾਤ ਨੂੰ ਉੱਥੇ ਮਤਲਬ ਰਾਤ ਨੂੰ ਵੀ ਕੁੜੀਆਂ ਬਾਹਰ ਹੀ ਸੁੱਤੀਆਂ ਹੁੰਦੀਆਂ ਸੀ, ਤੇ ਮੇਰਾ ਮਨ ਕਰਦਾ ਸੀ, ਪਰ ਇੱਕ ਹਿੰਮਤ ਤਾਂ ਚਾਹੀਦੀ ਸੀ ਬਾਹਰ ਸੌਣ ਨੂੰ, ਮਤਲਬ ਕਿ ਜੇ ਮੈਂ ਸੁੱਤੀ ਕੋਈ ਫੋਟੋ ਆ ਗਈ, ਇੱਕ ਹਿੰਮਤ ਤਾਂ ਚਾਹੀਦੀ, ਇੱਕ ਸਟੈਪ ਤਾਂ ਸੀਗਾ ਜਿਸ ਤੋਂ ਮੈਂ ਦੂਰ ਸੀ ਉਦੋਂ। ਔਰ ਰੈਲੀ ਦੇ ਵਿੱਚ ਪਾਰਟਿਸਿਪੇਟ ਕਰਨਾ, ਉੱਥੇ ਔਰਤਾਂ ਦੀ ਰੈਲੀ ਬਹੁਤ ਵੱਡੀ ਨਿਕਲੀ ਹੈਨਾ। ਤਾਂ ਇਹ ਪਹਿਲੀ ਵਾਰ ਹੋਇਆ ਸੀ ਪੰਜਾਬ ਯੂਨੀਵਰਸਿਟੀ ਵਿੱਚ ਕਿ ਇੰਨੀਆਂ ਕੁੜੀਆਂ ਮਾਰਚ ਕਰ ਰਹੀਆਂ ਨੇ। ਤਾਂ ਉਹ ਇੱਕ ਇਹੋ ਜਿਹਾ ਸਫ਼ਰ ਸੀ ਜਿਸ ਵਿੱਚ ਇੱਕ ਇਹੋ ਜਿਹੀ ਪੋਲੀਟਿਕਸ ਜਿਹੜੀ ਤੁਹਾਡੇ ਇੱਕ ਸਾਂਝੇ ਗੋਲ ਨੂੰ, ਤੁਹਾਡੀ ਇੱਕ ਇਕੁਆਲਿਟੀ ਦੇ ਸੁਪਨੇ ਨੂੰ ਪੂਰੇ ਕਰਨ ਵੱਲ ਨੂੰ ਜਾ ਰਹੀ ਹੈ। ਤੁਸੀਂ ਉਸ ਵਿੱਚ ਖੁਦ ਬ ਖੁਦ ਜਾਂਦੇ ਹੋ ਤੇ ਤੁਸੀਂ ਸਮਝਦੇ ਹੋ ਆਪਣੀ ਜ਼ਿੰਮੇਵਾਰੀ ਵੀ ਕਿ ਹਾਂ, ਮਤਲਬ ਮੈਨੂੰ ਇਸ ਦੇ ਵਿੱਚ ਰਿਸਪੌਂਸਿਬਲੀ ਪਾਰਟ ਆਪਣਾ ਨਿਭਾਉਣਾ ਆ। ਤਾਂ ਇਸੇ ਤਰੀਕੇ ਨਾਲ ਫਿਰ 2017 ਵਿੱਚ ਫੀ ਹਾਈਕ ਦਾ ਇਸ਼ੂ ਆਉਂਦਾ ਯੂਨੀਵਰਸਿਟੀ ਦੇ ਵਿੱਚ। ਉਸ ਵਿੱਚ ਸਾਡੇ ਕਾਫੀ ਸਾਰੇ ਸਾਥੀਆਂ ਨੂੰ ਜੇਲ੍ਹ ਹੋ ਜਾਂਦੀ ਹੈ। ਮਤਲਬ ਉਹ ਧਰਨੇ ਵੀ ਮਤਲਬ ਲਗਾਤਾਰ ਅਸੀਂ ਜਾਂਦੇ ਹਾਂ, ਕੈਂਪੇਨ ਕਰਦੇ ਹਾਂ, ਲੋਕਾਂ ਨੂੰ ਦੱਸਦੇ ਹਾਂ, ਤੇ ਇਹਨਾਂ ਨੂੰ ਬਿਲਕੁਲ ਏਦਾਂ ਗ੍ਰਾਫ ਨਹੀਂ ਰਹਿੰਦਾ। ਉਹਦੇ ਵਿੱਚ ਬਹੁਤ ਡਿਸਅਪੁਆਇੰਟਮੈਂਟਸ ਵੀ ਆਉਂਦੀਆਂ ਨੇ ਕਿ ਸਾਨੂੰ ਹੀ ਕਿਉਂ ਜਾਣਾ ਪੈ ਰਿਹਾ ਕਲਾਸ ਵਿੱਚ ਕੈਂਪੇਨ ਕਰਨ, ਮਤਲਬ ਅਸੀਂ ਕਿਉਂ ਜਾ ਰਹੇ ਇਹਨਾਂ ਨੂੰ ਦੱਸਣ, ਪਤਾ ਨਹੀਂ ਹੈ ਸਭ ਨੂੰ। ਬਟ ਉਦੋਂ ਆਰਗੇਨਾਈਜੇਸ਼ਨ ਦਾ ਵੱਡਾ ਰੋਲ ਰਿਹਾ ਕਿ ਨਹੀਂ, ਇਹ ਆਪਣਾ ਜ਼ਿੰਮੇਵਾਰੀ ਹੈ, ਮਤਲਬ ਆਪਾਂ ਨੂੰ ਇਸ ਸਾਈਡ ਲੈ ਕੇ ਆਣੇ ਆ, ਆਪਾਂ ਨੂੰ ਗੱਲਬਾਤ ਕਰਨੀ ਹੈ ਜਾ ਕੇ ਉਹਨਾਂ ਦੇ ਨਾਲ। ਤਾਂ ਮੈਨੂੰ ਲੱਗਦਾ ਕਿ ਇਹੋ ਜਿਹੇ ਜਿਹੜੇ ਕੈਂਪੇਨਸ ਨੇ, ਇਹੋ ਜਿਹੀ ਜਿਹੜੀ ਪੋਲੀਟਿਕਸ ਹੈ ਜਿਹੜੀ ਕਿ ਮਤਲਬ ਬਹੁਤ ਹੀ ਛੋਟੇ ਛੋਟੇ ਸਟੈਪਸ ਤੋਂ ਡਿਸਾਈਡ ਹੁੰਦੀ ਹੈ, ਇਹਦੇ ਵਿੱਚ ਇੱਕ ਆਰਗੇਨਾਈਜੇਸ਼ਨ ਦਾ ਵੱਡਾ ਰੋਲ ਰਿਹਾ ਕਿ ਤੁਹਾਨੂੰ ਜਦੋਂ ਇੱਕ ਡਿਸਅਪੁਆਇੰਟਮੈਂਟ ਆਉਂਦੀ ਵੀ ਹੈ, ਇੱਕ ਹੋਪਲੈਸਨੈਸ ਆਉਂਦੀ ਵੀ ਹੈ, ਤਾਂ ਇੱਕ ਕਾਫੀ ਸਾਰਾ ਇਹੋ ਜਿਹਾ ਵੀ ਬੱਦਲ ਆਉਂਦਾ ਜਿਹੜਾ ਤੁਹਾਨੂੰ ਦੱਸਦਾ ਹੈ ਕਿ ਨਹੀਂ, ਮਤਲਬ ਬਾਰਿਸ਼ ਵੀ ਆਏਗੀ ਔਰ ਬਹੁਤ ਵਧੀਆ ਸੋਹਣਾ ਮੌਸਮ ਹੋਏਗਾ ਤੇ ਤੁਸੀਂ ਲੱਗੇ ਰਹੋ। ਤੇ ਉਹ ਮੈਨੂੰ ਲੱਗਦਾ ਹੈ ਕਿ ਸਟੂਡੈਂਟ ਪੋਲੀਟਿਕਸ ਦੇ ਅੰਦਰ ਤੇ ਜਿਹੜੀ ਉੱਥੇ ਪੰਜਾਬ ਯੂਨੀਵਰਸਿਟੀ ਵਿੱਚ ਔਰਤਾਂ ਦਾ ਇੱਕ ਜਿਹੜਾ ਸੰਘਰਸ਼ ਰਿਹਾ, ਉਹਦੇ ਵਿੱਚ ਮੇਰੀ ਪਾਰਟਿਸਿਪੇਸ਼ਨ ਨੂੰ ਹੋਰ ਵੀ ਮਜ਼ਬੂਤ ਤੇ ਹੋਰ ਵੀ ਬਹੁਤ, ਜਿਹਨੂੰ ਕਹਿੰਦੇ ਨੇ ਕਿ ਤਿੱਖੇ ਤਰੀਕੇ ਨਾਲ ਅਸਰਟ ਕਰਨ ਦੇ ਵਿੱਚ ਲੱਗਾ ਰਿਹਾ। ਤਾਂ ਮੈਂ ਸਟੂਡੈਂਟਸ ਲਈ ਕੋਈ ਨਵੀਂ ਨਹੀਂ ਸੀ। ਮਤਲਬ ਜਦੋਂ ਮੇਰੇ ਇਲੈਕਸ਼ਨ ਆਏ, ਜਦੋਂ ਉਹ ਸਮਾਂ ਆਇਆ ਕਿ 2018 ਵਿੱਚ ਮੈਂ ਇਲੈਕਸ਼ਨਸ ਕੰਟੈਸਟ ਕਰ ਰਹੀ ਸੀ, ਤਾਂ ਉਹਨਾਂ ਲਈ ਕੋਈ ਨਵਾਂ ਚਿਹਰਾ ਨਹੀਂ ਸੀ ਆ ਰਿਹਾ ਉਹਨਾਂ ਦੇ ਕਮਰੇ ਵਿੱਚ ਗੱਲ ਕਰਨ। ਬਹੁਤ ਸਾਰੇ ਇਹੋ ਜਿਹੇ ਕੈਂਪੇਨਸ ਅਸੀਂ ਕੀਤੇ ਹੋਏ ਸੀਗੇ ਜਿਸ ਵਿੱਚ ਮੈਂ ਜਾ ਕੇ ਫੀ ਹਾਈਕ ਦੀ ਲੈ ਕੇ, ਪ੍ਰਾਈਵੇਟਾਈਜ਼ੇਸ਼ਨ ਨੂੰ ਲੈ ਕੇ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹਨਾਂ ਦੇ ਨਾਲ ਗੱਲ ਕਰ ਰਹੀ ਸੀ।
ਆਰਗੇਨਾਈਜੇਸ਼ਨ ਦੇ ਥਰੂ ਜਿਹੜੇ ਕੈਂਪੇਨਸ ਆਰਗੇਨਾਈਜ਼ ਹੁੰਦੇ ਸੀਗੇ ਉਹਦੇ ਵਿੱਚ ਜਿਹੜੀ ਇੰਨੀ ਪਾਰਟਿਸਿਪੇਸ਼ਨ ਸੀ ਤਾਂ ਪਤਾ ਹੁੰਦਾ ਸੀ ਕਿੱਥੇ ਕੌਣ ਰਹਿ ਰਿਹਾ। ਉਹ ਇੰਨਾ ਕੁ ਵਧੀਆ ਰਿਹਾ ਕਿ ਲਾਸਟ ਡੇ ਤੱਕ ਤਾਂ ਕੁੜੀਆਂ ਅੰਦਰ ਵੀ ਨਹੀਂ ਆਉਣ ਦੇ ਰਹੀਆਂ ਸੀ ਆਪਣੇ ਕਮਰੇ ਦੇ, ਕਿ ਜਾਓ ਜਾਓ ਟਾਈਮ ਨਾ ਵੇਸਟ ਕਰੋ, ਮੇਰੇ ਕਮਰੇ 'ਚ ਹੋ ਗਿਆ ਆਪਣਾ ਡਨ ਹੈ, ਤੁਸੀਂ ਅਗਲਾ ਕਮਰਾ ਜਾਓ ਜਲਦੀ। ਤਾਂ ਇੱਕ ਜਿਹੜਾ ਇੰਨਾ ਭਰੋਸਾ ਮਿਲ ਰਿਹਾ ਸੀ, ਉਹ ਸ਼ਾਇਦ ਉਸ ਤੋਂ ਪਹਿਲੇ ਸਾਲਾਂ ਵਿੱਚ ਜਿੰਨੀ ਪਾਰਟਿਸਿਪੇਸ਼ਨ ਸੀ, ਜਿੰਨਾ ਇੱਕ ਵਿਸ਼ਵਾਸ ਬਣ ਰਿਹਾ ਸੀ ਸਟੂਡੈਂਟਸ ਦੇ ਨਾਲ, ਉਹ ਜ਼ਰੂਰ ਇੱਕ ਮੁਕੰਮਲ ਹੋਈ ਸੀਗੀ 2018 ਦੇ ਅੰਦਰ। ਓਕੇ ਕਨੂੰ, ਇੱਕ ਤੁਸੀਂ ਬਹੁਤ ਇੰਟਰਸਟਿੰਗ ਗੱਲ ਕੀਤੀ ਕਿ ਜਦੋਂ 24 ਘੰਟੇ ਵਾਲਾ ਉਹ ਪ੍ਰੋਟੈਸਟ ਚੱਲ ਰਿਹਾ ਸੀ ਤੇ ਤੁਹਾਨੂੰ ਰਾਤ ਨੂੰ ਬਾਹਰ ਸੌਣਾ ਸੀ ਧਰਨੇ ਦੇ ਵਿੱਚ, ਤੇ ਉਹ ਮਤਲਬ ਉਹਦੇ 'ਚ ਇੱਕ ਆਪਣੀ ਕਿਸਮ ਦਾ ਡਰ ਸੀ, ਕਿਉਂਕਿ ਔਰਤ ਦਾ ਜਿਹੜਾ ਆਪਣੀ ਬੋਡੀ ਨਾਲ ਰਿਸ਼ਤਾ ਸਾਡੇ ਕਲਚਰ 'ਚ ਜਿਸ ਕਿਸਮ ਦਾ ਹੈ ਕਿ ਉਹ ਆਪਣੀ ਬੋਡੀ ਨੂੰ ਹੀ ਓਨ ਨਹੀਂ ਕਰਦੀ ਆਪ, ਹਨਾ, ਉਹ ਕਿਸੇ ਦੀ ਇੱਜ਼ਤ ਹੈ ਤੇ ਸਾਰਾ ਕੁਛ ਉਹਦੇ ਨਾਲ ਬੜੀ ਕਿਸਮ ਦੇ ਡਰ ਜੁੜੇ ਹੋਏ ਨੇ। ਤਾਂ ਮੈਂ ਇਹ ਗੱਲ ਅਕਸਰ ਸੋਚਦੀ ਹੁੰਦੀ ਹਾਂ ਕਿ ਕੁੜੀਆਂ, ਜਿਹੜੀ ਸਾਡੀ ਜਨਰੇਸ਼ਨ ਦੀਆਂ ਕੁੜੀਆਂ ਨੇ, ਅਸੀਂ ਹਾਲੇ ਤੱਕ ਵੀ ਮਤਲਬ ਆਪਣੇ ਰੂਮ 'ਚ ਵੀ ਚਾਦਰ ਤੋਂ ਬਿਨਾਂ ਸੌ ਨਹੀਂ ਸਕਦੇ, ਮਤਲਬ ਉੱਪਰ ਕੱਪੜਾ ਲੈ ਕੇ ਸੌਂਦੇ ਆ। ਇਹ ਬਹੁਤ ਮਤਲਬ ਅਸੀਂ ਬਹੁਤ ਵਾਰ ਡਿਸਕਸ ਕਰਦੇ ਹਾਂ, ਮਤਲਬ ਅਸੀਂ ਆਪਣੀ ਬੋਡੀ ਲਈ ਇੰਨੇ ਡਰੇ ਹੋਏ ਆ ਕਿ ਤੁਸੀਂ ਆਮ ਤੌਰ ਤੇ ਮੁੰਡੇ ਗਰਮੀਆਂ 'ਚ ਮਤਲਬ ਬਿਨਾਂ ਚਾਦਰ ਤੋਂ, ਇਹ ਬਹੁਤ ਹੈ ਤਾਂ ਸੂਖਮ ਜੀ ਗੱਲ, ਪਰ ਇਹ ਸਾਡੇ ਅੰਦਰ ਤੱਕ ਹੈ। ਮਤਲਬ ਕੁੜੀਆਂ ਉੱਪਰ ਕੱਪੜਾ ਲਏ ਤੋਂ ਬਿਨਾਂ ਨਹੀਂ ਸੌਂਦੀਆਂ। ਮੈਂ ਇਸ ਗੱਲ ਨੂੰ ਆਪਣੀ ਜ਼ਿੰਦਗੀ 'ਚ ਅਨੁਭਵ ਕੀਤਾ, ਹਨਾ। ਅਸੀਂ ਬੱਸ 'ਚ ਬੈਠਣਾ ਤਾਂ ਸੁੰਗੜ ਕੇ ਬੈਠਣਾ, ਤਾਂ ਉਸ ਵੇਲੇ ਉਹ ਬਾਹਰ ਸੌਣਾ ਤੇ ਉਹਦੇ ਤੇ ਘਰਦਿਆਂ ਦਾ ਕਿਸ ਕਿਸਮ ਦਾ, ਤੁਹਾਡੇ ਘਰ 'ਚ ਕਿਸ ਕਿਸਮ ਦਾ ਪ੍ਰੈਸ਼ਰ ਸੀ, ਕਿਉਂਕਿ ਬਾਹਰਲੇ ਪ੍ਰੈਸ਼ਰ ਤਾਂ ਸਾਨੂੰ ਪਤਾ ਹੀ ਹੈ, ਉਹਦੇ ਬਾਰੇ ਜ਼ਰੂਰ ਥੋੜੀ ਜਿਹੀ ਗੱਲ ਕਰੋ। ਤੇ ਫਿਰ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਫੈਸਲਾ ਲਿਆ ਬਤੌਰ ਪ੍ਰੈਜ਼ੀਡੈਂਟ ਲੜਨ ਦਾ, ਉਹ ਪਲ, ਉਹ ਕਿਵੇਂ ਫੈਸਲਾ ਲਿਆ, ਤੇ ਉਹਦੇ ਉਸ ਪਲ ਦੇ ਵਿੱਚ ਤੇ ਫਿਰ ਉਹ ਜਿਹੜੀਆਂ ਚੋਣਾਂ ਤੁਸੀਂ ਲੜੀਆਂ, ਚੋਣਾਂ ਲੜਦਿਆਂ ਦੌਰਾਨ, ਕਿਉਂਕਿ ਇਹ ਮਰਦਾਨੀ ਸਪੇਸ ਸਮਝੀ ਜਾਂਦੀ ਹੈ ਨਾ, ਖਾਸ ਤੌਰ ਤੇ ਯੂਨੀਵਰਸਿਟੀ ਦੀ ਜਿਸ ਕਿਸਮ ਦੀ ਪੋਲਿਟਿਕਸ, ਵੱਡੀਆਂ ਗੱਡੀਆਂ ਤੇ ਕਾਕੇ, ਸ਼ਰਾਬਾਂ, ਉਹ ਇੱਕ ਵੱਡੀਆਂ ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਨਾਲ ਉਹਨਾਂ ਦੇ ਰਿਲੇਸ਼ਨ, ਉਹਦੇ 'ਚ ਇੱਕ ਔਰਤ ਹੋ ਕੇ ਕੰਮ ਕਰਨਾ, ਜਦੋਂ ਤੁਸੀਂ ਇਹ ਫੈਸਲਾ ਲਿਆ ਹੋਊਗਾ ਤਾਂ ਤੁਹਾਡੇ ਉਹ ਡਰ ਵੀ ਨਾਲ ਨਾਲ ਹੋਣਗੇ ਕਿ ਤੁਸੀਂ ਕਿਵੇਂ ਕੰਮ ਕਰੋਗੇ, ਹਨਾ, ਤਾਂ ਘਰਦਿਆਂ ਦੇ ਡਰ ਵੀ ਹੋਣਗੇ। ਉਹ ਸਾਰਾ ਐਕਸਪੀਰੀਅੰਸ ਜ਼ਰੂਰ ਤੁਸੀਂ ਸਾਂਝਾ ਕਰੋ ਪਲੀਜ਼। ਇੱਕ ਤਾਂ ਇਹ ਕਿ 2015 ਦੇ ਅੰਦਰ, ਮੈਂ ਅੱਜ ਵੀ ਜਦੋਂ ਸੋਚਦੀ ਹੁੰਦੀ ਹਾਂ ਕਿ ਮੈਨੂੰ ਯਾਦ ਹੈ ਮੈਂ ਉਸ ਪ੍ਰੋਟੈਸਟ ਦੇ ਨੇੜੇ ਜਾਣਾ, ਮੈਂ ਉਸ ਪ੍ਰੋਟੈਸਟ 'ਚ ਸਭ ਕੁਝ ਸੁਣਨਾ, ਪਰ ਜਦੋਂ ਰਾਤ ਦੀ ਗੱਲ ਆਣੀ, ਜਦੋਂ ਸੌਣ ਦੀ ਗੱਲ ਆਣੀ, ਮੇਰੇ ਮਨ 'ਚ ਆਣਾ ਮੈਂ ਨਾ ਇੱਥੇ ਗੱਦਾ ਦੇ ਦਿੰਦੀ ਇਹਨਾਂ ਨੂੰ ਤੇ ਮੈਂ ਉੱਤੇ ਚਲੇ ਜਾਂਦੀ। ਮੈਨੂੰ ਯਾਦ ਹੈ ਇੱਕ ਰਾਤ ਏਦਾਂ ਦਾ ਖਿਆਲ ਆਇਆ। ਫਿਰ ਮੈਨੂੰ ਆਇਆ ਨਾ, ਮੈਂ ਕਿਉਂ ਨਹੀਂ ਰੁਕ ਰਹੀ, ਹਨਾ, ਮੈਂ ਕਿਉਂ ਨਹੀਂ ਰੁਕ ਰਹੀ, ਇਹਨਾਂ ਨੂੰ ਮੈਂ ਕਿਉਂ ਨਹੀਂ। ਫਿਰ ਥੋੜਾ ਮਤਲਬ ਇੱਕ ਸੀਗਾ ਇੱਧਰ ਬੈਰੀਅਰ, ਮੈਨੂੰ ਲੱਗਾ, ਤੇ ਮੈਨੂੰ ਲੱਗਦਾ ਉਹ ਬੈਰੀਅਰ ਇੱਧਰੋਂ ਵੀ ਸੀ ਤੇ ਮਤਲਬ ਉਹ ਹੱਥ ਮਿਲਣੇ ਹੁੰਦੇ ਦੋਨੋਂ ਪਾਸੇ ਕਿ ਤੂੰ ਆ ਜਾ, ਏਦਾਂ ਕੁਛ ਨੀ ਹੈ, ਸੌ ਜਾ, ਆ ਜਾ, ਬਾਹਰ ਆ ਜਾ। ਕਿਉਂਕਿ ਇਹ ਅਸੀਂ 2018 ਦੇ ਅੰਦਰ ਕੀਤਾ, ਜਦੋਂ ਅਸੀਂ ਦਿੱਤੀ ਮਾਸ ਸਲੀਪ ਓਵਰ ਦੀ ਕਾਲ, ਤਾਂ ਇਹ ਆ ਜਾਓ ਗੱਲਾਂ ਕਰਾਂਗੇ, ਮਤਲਬ ਆਓ ਤੁਸੀਂ, ਤਾਂ ਕਿ ਉਹਨਾਂ ਨੂੰ ਕਿਉਂਕਿ ਪ੍ਰੋਟੈਸਟ ਦੀ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਨਹੀਂ ਆ, ਕਿਸੇ ਇੰਡੀਵਿਜੂਅਲ ਦਾ ਨਹੀਂ ਆ। ਪ੍ਰੋਟੈਸਟ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਜਿਹੜੀ ਪਬਲਿਕ ਹੈ, ਜਿਹਨੂੰ ਅਸੀਂ ਕੋਈ ਮਰਜ਼ੀ ਆ ਕੇ ਇਸਤੇਮਾਲ ਕਰਾਂਗੇ ਤੇ ਬੈਠਾਂਗੇ। ਬਟ ਇੱਕ ਕਿਉਂਕਿ ਅਸੀਂ ਸੋਚਦੇ ਆਉਂਦੇ ਹਾਂ ਨਾ ਕਿ ਉਹ ਫਲਾਣੇ ਦਾ ਪ੍ਰੋਟੈਸਟ ਹੈ, ਫਲਾਣੇ ਦੀ ਜਗ੍ਹਾ ਹੈ, ਕੀ ਉੱਥੇ ਮੈਂ ਬੈਠ ਸਕਦੀ ਹਾਂ, ਕੀ ਇਹਨਾਂ ਨਾਲ ਮੈਂ ਰਾਤ ਨੂੰ ਗੱਲ ਕਰ ਪਾਊਂਗੀ, ਸੌ ਪਾਊਂਗੀ, ਉਹ ਇੱਕ ਬੈਰੀਅਰ ਜਿਹਾ ਰਿਹਾ। ਪਰ ਉਹ ਬੈਰੀਅਰ ਮੈਨੂੰ ਲੱਗਦਾ ਕਿ ਸ਼ੁਰੂ ਵਿੱਚ ਰਿਹਾ ਤਾਂ ਜ਼ਰੂਰ, ਪਰ ਉਹ ਲਗਾਤਾਰ ਜਦੋਂ ਡਿਸਕਸ਼ਨ, ਕੈਂਪੇਨ ਜਾਂ ਤੁਸੀਂ ਇੱਕ ਇਨਵੋਲਵ ਰਹਿੰਦੇ ਹੋ ਜੀ ਪੋਲਿਟਿਕਸ 'ਚ, ਤਾਂ ਫਿਰ ਤੁਸੀਂ ਉਡੀਕਦੇ ਨਹੀਂ ਹੋ ਕਿ ਕਿਸੇ ਦੀ ਆਵਾਜ਼ ਆਊਗੀ ਜਾਂ ਕਿਸੇ ਦੀ ਬਾਂਹ ਆਊਗੀ, ਤੁਸੀਂ ਆਪ ਕੂਦਦੇ ਹੋ ਉਸ ਚੀਜ਼ 'ਚ। ਤਾਂ ਇਹ ਚੀਜ਼ ਉਦੋਂ ਘਰਦਿਆਂ ਤੱਕ ਤਾਂ ਚਲੋ ਇੰਨੀ ਡਿਸਕਸਡ ਨਹੀਂ ਸੀਗੀ ਕਿ ਪੋਲਿਟਿਕਸ ਕੀ ਹੈ, ਸਭ ਕੁਝ ਕੀ ਚੱਲ ਰਿਹਾ ਸਟੂਡੈਂਟਸ ਦਾ ਉੱਥੇ। ਇਹ ਉਦੋਂ ਸਾਹਮਣੇ ਆਇਆ ਜਦੋਂ ਫੀ ਹਾਈਕ ਦੇ ਪ੍ਰੋਟੈਸਟ ਸੀਗੇ ਤੇ ਟੀਵੀ ਤੇ ਨਿਊਜ਼ ਆ ਰਹੀ ਸੀ ਕਿ ਉਹ ਪ੍ਰੋਟੈਸਟ ਤੇ ਕਿੱਦਾਂ ਪੁਲਿਸ ਨੇ ਟੀਅਰ ਗੈਸ ਸ਼ੈਲ ਚਲਾਏ, ਕਿੱਦਾਂ ਪੁਲਿਸ ਨੇ ਲਾਠੀ ਚਾਰਜ ਕੀਤਾ, ਉਹਦੇ ਵਿੱਚ ਸਾਰੇ ਜ਼ਖਮੀ ਹੋ ਰਹੇ ਨੇ, ਗ੍ਰਿਫਤਾਰ ਹੋ ਰਹੇ ਨੇ। ਤੇ ਮੈਨੂੰ ਘਰੋਂ ਫੋਨ ਆਉਂਦਾ ਹੈ, ਮੇਰੇ ਪਾਪਾ ਮੈਨੂੰ ਪੁੱਛਦੇ ਨੇ ਕਿ ਮੈਨੂੰ ਡਰ ਲੱਗ ਜਾਂਦਾ ਹੁਣ ਇਹਨਾਂ ਦਾ ਕਿਉਂ ਫੋਨ ਆ ਰਿਹਾ, ਤੇ ਉਹ ਮੈਨੂੰ ਪੁੱਛਦੇ ਨੇ ਕਿ ਤੁਹਾਡੇ ਉੱਥੇ ਸਟ੍ਰਾਈਕ ਸੀ। ਮੈਂ ਕਿਹਾ ਹਾਂ ਹੋਣੀ ਆ, ਤੇ ਉਹ ਕਹਿੰਦੇ ਕਿ ਅੱਛਾ ਗਏ ਨੀ, ਮੈਂ ਕਿਹਾ ਨਹੀਂ ਬਸ ਬੈਠੇ ਸੀ ਅਸੀਂ ਤਾਂ, ਔਰ ਅਸੀਂ ਸੀਗੇ ਸਟ੍ਰਾਈਕ ਤੇ। ਪਰ ਉਹ ਏਦਾਂ ਸੀਗਾ ਕਿ ਹੁਣ ਇਹਨਾਂ ਦਾ ਫੋਨ ਆਇਆ, ਇਹਨਾਂ ਨੂੰ ਕਹਿ ਕੇ ਏਦਾਂ ਟਾਲ ਦਾਂਗੇ ਕਿ ਬਸ ਉਸ ਅਸੀਂ ਕਹਿੰਦੇ ਨਹੀਂ ਜਾਈਦਾ ਹੁੰਦਾ ਆ, ਸਾਡੇ ਵੀ ਟੀਮ ਵਿੱਚ ਸੀਗੀ। ਤਾਂ ਫਿਰ ਮੈਂ ਕਿਹਾ
ਪਤਾ ਨਹੀਂ ਇਹ ਹੁਣ ਉਹਨਾਂ ਦੀ ਇਹ ਉਹ ਵੀ ਵੇਖਣ ਦੇ ਹੋਣੇ ਨੇ ਲਾਈਵ, ਉਹਨਾਂ ਦੀ ਚਲਾਕੀ ਸੀ ਗੱਲ ਕਢਾਉਣ ਦੀ ਜਾਂ ਫਿਰ ਸੱਚ ਸੀਗਾ। ਪਰ ਉਹ ਕਹਿੰਦੇ ਅਸੀਂ ਵੀ ਜਦੋਂ DAV ਜਲੰਧਰ ਸੀ ਅਸੀਂ ਵੀ ਤਾਂ ਕੋਠਾ ਟੱਪ ਗਏ ਹੋਸਟਲ ਚੋਂ ਨਿਕਲ। ਮੈਂ ਕਿਹਾ ਹਾਂ ਅਸੀਂ ਵੀ ਬਹੁਤ ਕੁਝ ਕੀਤਾ। ਇਹ ਮੈਨੂੰ ਲੱਗਦਾ ਇਹ ਬਚਪਨ ਤੋਂ ਰਹੀ ਹੈ ਕਿ ਉਹਨਾਂ ਨੂੰ ਮੇਰੇ ਤੋਂ ਗੱਲ ਕਢਾਉਣ ਲਈ ਥੋੜਾ ਜਿਹਾ ਉਹ ਪਲੇਨ ਤੇ ਆਣਗੇ, ਫਿਰ ਮੈਂ ਪੂਰਾ ਹਾਂ ਅਸੀਂ ਵੀ ਪਤਾ ਐ ਹੋਇਆ। ਤਾਂ ਉਦੋਂ ਉਹਨਾਂ ਨੂੰ ਹੋਇਆ ਕਿ ਹਾਂ ਇਹ ਇਨਵੋਲਵਡ ਹੈ ਤੇ ਬਹੁਤ ਉਸ ਤਰੀਕੇ ਨਾਲ ਇਨਵੋਲਵਡ ਹੈ। ਫਿਰ ਉਹ ਸੁਣਦੇ ਵੀ ਸੀ ਬਹੁਤ ਹੀ ਨਾ, ਹਾਂ ਫਿਰ ਕੀ ਹੋਇਆ ਅੱਛਾ ਤੁਸੀਂ ਕੀ ਕੀਤਾ, ਹੁਣ ਤੁਸੀਂ ਠੀਕ ਹੋਏ ਵੋ। ਤਾਂ ਹੁਣ ਉਹਨਾਂ ਦੇ ਨਾਲ SFS ਜਾਣੂ ਹੋ ਗਈ ਸੀ ਕਿ SFS ਕੀ ਹੈ ਤੇ ਮਤਲਬ ਆਰਗੇਨਾਈਜੇਸ਼ਨ ਕੀ ਹੈ। ਆਰਗੇਨਾਈਜੇਸ਼ਨ ਦੇ ਦੋਸਤ ਤੋਂ ਆਸ-ਪਾਸ ਦੇਖ ਰਹੇ ਸੀ, ਸਪੈਸ਼ਲੀ ਜਦੋਂ ਹਸਨ ਕੰਟੈਸਟ ਕਰਦੀ ਹੈ ਇਲੈਕਸ਼ਨ ਤਾਂ ਮੇਰੇ ਘਰ ਦੇ ਬਹੁਤ ਹੀ ਕਲੋਜ਼ਲੀ ਇਲੈਕਸ਼ਨ ਦੇਖਦੇ ਨੇ, ਖੁਸ਼ ਹੁੰਦੇ ਨੇ ਕਿ ਹਾਂ ਇਹਦੀ ਸਹੇਲੀ ਕੰਟੈਸਟ ਕਰ ਰਹੀ ਹੈ। ਤੇ ਮੈਨੂੰ ਲੱਗਦਾ ਇਹਨਾਂ ਸਭ ਚੀਜ਼ਾਂ ਨੇ ਮੇਰਾ ਰਾਹ ਕ੍ਰੀਏਟ ਕੀਤਾ ਹੋਇਆ ਸੀਗਾ ਕਿ ਜਦੋਂ ਮੈਂ ਕਿਹਾ ਉਹਨਾਂ ਨੂੰ ਕਿ ਮੈਂ ਇਲੈਕਸ਼ਨ ਕੰਟੈਸਟ ਕਰੂੰਗੀ ਤੇ ਇਸ ਦਾ ਮੈਨੂੰ ਬਰਾਬਰ ਉਹ ਲੱਗ ਰਿਹਾ ਸੀ ਕਿ ਉੱਥੋਂ ਜਵਾਬ ਆਊਗਾ ਕਿ ਕੀ ਕਰਨਾ ਹੈ, ਕਿਉਂ ਕਰਨਾ ਹੈ। ਹਾਲਾਂਕਿ ਇਹ ਵੀ ਤੈਅ ਸੀਗਾ ਕਿ ਮੈਂ ਉਹਨਾਂ ਦੀ ਮੰਨਣ ਨਹੀਂ ਵਾਲੀ, ਮੈਂ ਸਰਟੀਫਿਕੇਟ ਪਹਿਲਾਂ ਹੀ ਲਿਆ ਕੇ ਬੈਠੀ ਹਾਂ, ਮੈਂ ਆਪਣਾ ਨੋਮੀਨੇਸ਼ਨ ਫਾਈਲ ਕਰੂੰਗੀ, ਘਰ ਦੇ ਚਾਹੇ ਜੋ ਮਰਜ਼ੀ ਕਹਿਣ। ਪਰ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਹਾਂ ਕਰ ਲਈ। ਔਰ ਮੈਂ ਆਪਣੀ ਮੰਮੀ ਨੂੰ ਪੁੱਛਿਆ ਵੀ ਕਿ ਤੁਸੀਂ ਇੰਨੀ ਜਲਦੀ ਕਿਵੇਂ ਕਹਿ ਦਿੱਤਾ ਕਿ ਕਰ ਲਈ, ਕਿ ਤੁਸੀਂ ਨਹੀਂ ਕੁਝ ਕਹਿਣਾ ਸੀ, ਤੁਸੀਂ ਇੱਕ ਵੀ ਸਵਾਲ ਨਹੀਂ ਕੀਤਾ ਇਸ ਤੋਂ ਲੈ ਕੇ। ਤਾਂ ਉਹਨਾਂ ਦਾ ਇਹ ਜਵਾਬ ਸੀਗਾ ਕਿ ਜੇ ਮੁੰਡਾ ਹੁੰਦਾ ਤਾਂ ਸਾਨੂੰ ਪੁੱਛਦਾ ਵੀ ਨਾ, ਤੇ ਤੂੰ ਤਾਂ ਸਾਨੂੰ ਫੇਰ ਪੁੱਛੀ ਜਾਂਦੀ ਆ ਹੈਨਾ, ਤਾਂ ਅਸੀਂ ਫਿਰ ਵੀ ਮਨਾ ਕਰ ਦਈਏ ਤਾਂ ਉਹ ਤਾਂ ਸਾਡੀ ਗਲਤੀ ਹੋਊਗੀ। ਤਾਂ ਮੈਨੂੰ ਲੱਗਦਾ ਹੈ ਕਿ ਉਹ ਇੱਕ ਜਿਹੜਾ ਰਸਤਾ ਸੀਗਾ ਕਿ ਮੇਰੇ ਇਲੈਕਸ਼ਨ ਕੰਟੈਸਟ ਕਰਦੇ ਵਕਤ ਜਿਹੜਾ ਮੈਨੂੰ ਸਵੇਰੇ 6 ਵਜੇ ਫੋਨ ਆਉਣਾ ਘਰਦਿਆਂ ਦਾ ਕਿ ਜਾ ਉੱਠ, ਏਦਾਂ ਨਹੀਂ ਕੋਈ ਜਿੱਤਦਾ ਹੁੰਦਾ ਹੈਨਾ, ਕੈਂਪੇਨ ਕਰਨੀ ਨਾ, ਛੇਤੀ ਨਿਕਲ ਹੋਸਟਲ ਤੋਂ ਬਾਹਰ। ਤੇ ਇਹ ਸਭ ਇੱਕ ਕਿਉਂਕਿ ਉਹ ਪਹਿਲਾਂ ਤੋਂ ਦੇਖਦੇ ਆ ਰਹੇ ਸੀਗੇ ਕਿ ਹਾਂ ਅਮਨ ਨੇ ਕੀਤੇ ਹੈ ਇਲੈਕਸ਼ਨ ਕੰਟੈਸਟ, ਇਹ ਲੋਕ ਏਦਾਂ ਸਟੂਡੈਂਟ ਪਾਰਟੀ ਲੜ ਰਹੀ ਹੈ ਜਾਂ ਇਹ ਪ੍ਰੋਟੈਸਟ ਵਿੱਚ ਕਿੱਦਾਂ ਸਰਗਰਮ ਰਹੇ ਨੇ। ਉਹ ਇੱਕ ਪੂਰਾ ਰਸਤਾ ਤਿਆਰ ਸੀਗਾ ਕਿ ਹੁਣ ਉਹ ਮੇਰਾ ਆਰਗੇਨਾਈਜੇਸ਼ਨਲ ਜਿਹੜਾ ਇੱਕ ਪਾਰਟਿਸਿਪੇਸ਼ਨ ਸੀ ਜਾਂ ਮੇਰੀ ਪੋਲੀਟੀਕਲ ਪਾਰਟਿਸਿਪੇਸ਼ਨ ਨੂੰ ਐਕਸੈਪਟ ਕਰ ਚੁੱਕੇ ਸੀ। ਤਾਂ ਇਹ ਤਾਂ ਸੀਗਾ ਕਿ ਇੱਕ ਘਰਦਿਆਂ ਨਾਲ ਇਹਦੇ ਵਿੱਚ ਵੈਸੇ ਮੇਰੇ ਦਾਦਾ ਜੀ ਦਾ ਬਿਲਕੁਲ ਏਦਾਂ ਦਾ ਰਿਸਪੌਂਸ ਨਹੀਂ ਸੀ, ਉਹ ਚੁੱਪ ਰਹਿ ਰਹੇ ਸੀ, ਪਰ ਉਹਨਾਂ ਦੀ ਚੁੱਪ ਵਿੱਚ ਉਹਨਾਂ ਦੀ ਹੈ ਨਾ ਸੀ। ਉਹਨਾਂ ਨੂੰ ਬਹੁਤ ਡਰ ਲੱਗਦਾ ਸੀ। ਉਹਨਾਂ ਨੇ ਮੈਨੂੰ ਯੂਨੀਵਰਸਿਟੀ ਆਉਣ ਤੋਂ ਪਹਿਲੇ ਦਿਨ ਮਨਾ ਹੀ ਕੀਤਾ ਸੀ ਕਿ ਪੋਲੀਟਿਕਸ ਚ ਪਾਰਟ ਨਹੀਂ ਲੈਣਾ, ਤੇ ਉਹਨਾਂ ਦਾ ਡਰ ਸਾਰਾ ਇਸ ਪੋਲੀਟਿਕਸ ਦੀ ਮੈਸਕੁਲਿਨਿਟੀ ਦੇ ਨਾਲ ਜੁੜਿਆ ਹੋਇਆ ਸੀਗਾ ਕਿ ਇਸ ਰਾਜਨੀਤੀ ਵਿੱਚ ਜਿਹੜੇ ਤਰੀਕੇ ਨਾਲ ਔਰਤਾਂ ਨੂੰ ਕਿਤੇ ਪਹੁੰਚਣ ਲਈ ਕੁਝ ਕੰਪਰੋਮਾਈਜ਼ ਕਰਨੇ ਪੈਂਦੇ ਨੇ ਜਾਂ ਜਿਸ ਤਰੀਕੇ ਔਰਤਾਂ ਨੂੰ ਮਤਲਬ ਕਿਸੇ ਤਰੀਕੇ ਦਾ ਨੁਕਸਾਨ ਪਹੁੰਚ ਸਕਦਾ ਹੈ, ਉਸ ਤੋਂ ਬਹੁਤ ਡਰੇ ਹੋਏ ਸੀ। ਤਾਂ ਉਸੇ ਪ੍ਰੋਟੈਕਸ਼ਨਿਜ਼ਮ ਚੋਂ ਚਾਹੁੰਦੇ ਸੀ ਕਿ ਮੈਂ ਨਾ ਪਾਰਟਿਸਿਪੇਟ ਕਰਾਂ, ਬਟ ਉਹਨਾਂ ਨੇ ਵੀ ਕੁਝ ਨਹੀਂ ਕਿਹਾ। ਔਰ ਉਹਨਾਂ ਨੂੰ ਇਹ ਵੀ ਮੰਨਣਾ ਸੀ ਕਿ ਆਖਰੀ ਸਾਲ ਹੈ, ਕੰਟੈਸਟ ਕਰ ਲੂਗੀ, ਇਹਨੂੰ ਕਿੰਨੇ ਵੋਟ ਪਾਣੀ ਹੈ ਤੇ ਅੱਜ ਚੁੱਪ ਕਰ ਜੂਗੀ, ਸਾਨੂੰ ਨਹੀਂ ਕਹੂਗੀ ਬਾਅਦ ਚ। ਉਹ ਬਹੁਤ ਹੈਰਾਨ ਵੀ ਹੋਏ ਜਿੱਤਣ ਤੇ। ਤਾਂ ਇਹ ਸਾਰੇ ਵਿੱਚ ਮਤਲਬ ਇੱਕ ਜਿਹੜਾ ਉਸ ਸਪੇਸ ਦਾ ਇੱਕ ਪ੍ਰੈਜ਼ੀਡੈਂਟ ਨੂੰ ਲੈ ਕੇ ਇੱਕ ਜਿਹੜਾ ਛਵੀ ਸੀ ਨਾ, ਉਹ ਜਿਵੇਂ ਪਜ਼ਲ ਦੇ ਅੰਦਰ ਇੱਕ ਪੀਸ ਫਿੱਟ ਹੁੰਦਾ ਹੈ ਨਾ, ਉਹ ਪੀਸ ਦਾ ਪੂਰਾ ਸਾਈਜ਼ ਡਿਸਾਈਡਡ ਹੈ, ਉਸ ਪੀਸ ਦੀ ਬਣਤਰ ਡਿਸਾਈਡਡ ਹੈ, ਉਸ ਦੇ ਬੋਲਣ ਦਾ ਤਰੀਕਾ ਤੋਂ ਲੈ ਕੇ ਉਹਦਾ ਕੱਦ ਡਿਸਾਈਡਡ ਹੈ, ਉਹਦਾ ਸਭ ਕੁਝ ਡਿਸਾਈਡਡ ਹੈ ਕਿ ਉਹ ਕੌਣ ਹੋਗਾ, ਕਿਉਂਕਿ ਉਹਦਾ ਪੋਸਟਰ ਤੇ ਫੋਟੋ ਲੱਗੇਗਾ, ਉਹਦਾ ਸੋ ਐਂਡ ਸੋ ਜਾਤ ਹੋਏਗਾ ਹੈਨਾ। ਤੇ ਇਸ ਵਿੱਚ ਇਹੋ ਜਿਹਾ ਤਾਂ ਕਦੀ ਪ੍ਰੈਜ਼ੀਡੈਂਟ ਹੋ ਹੀ ਨਹੀਂ ਸਕਦਾ ਕਿ ਹੈਨਾ ਕਿ ਜਿੱਤੋਂ ਮਤਲਬ ਜਿਹੜਾ ਈ ਰਿਕਸ਼ਾ ਤੇ ਬੈਠ ਕੇ ਜਾ ਰਿਹਾ ਹੋਵੇ, ਜਿਹੜਾ ਮਤਲਬ ਤੁਸੀਂ ਪ੍ਰੈਜ਼ੀਡੈਂਟ ਲੱਗਦੇ ਹੀ ਨਹੀਂ। ਉਹ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਕੰਟੈਸਟ ਕਰ ਰਹੇ ਹੋ, ਕਿਉਂਕਿ ਉਹ ਫਿੱਟ ਹੋਣਾ ਚਾਹੀਦਾ ਹੈ ਪੀਸ। ਉਹ ਨਹੀਂ ਹੋ ਰਿਹਾ ਤਾਂ ਤੁਸੀਂ ਉਹ ਹੋ ਹੀ ਨਹੀਂ। ਤੁਹਾਨੂੰ ਉਸ ਪੋਲੀਟਿਕਸ ਸੈਂਟਰ ਕਰਨਾ ਹੈ ਤਾਂ ਤੁਹਾਨੂੰ ਆਪਣੀ ਫੈਮਿਨਿਟੀ ਛੱਡਣੀ ਪਊਗੀ, ਤੁਹਾਨੂੰ ਉਸ ਮੈਸਕੁਲਿਨ ਸਪੇਸ ਜਾਣਾ ਹੈ ਤਾਂ ਉਸੇ ਤਰੀਕੇ ਦਾ ਵਰਤਾਵਾ, ਉਸੇ ਤਰੀਕੇ ਦੀ ਪਹਿਚਾਣ ਬਣਾਉਣੀ ਪਊਗੀ। ਔਰ ਫਿਰ ਵੀ ਕਈ ਨਹੀਂ ਬਣਾ ਪਾਉਂਦੀਆਂ, ਮਤਲਬ ਕੁੜੀਆਂ ਉਸ ਬਣਤਰ ਚ ਆ ਕੇ ਵੀ ਕਿ ਬਹੁਤ ਹੀ ਘੱਟ ਨੇ ਕਿ ਜਿਹੜੀਆਂ ਫਿਰ ਵੀ ਇਹਨਾਂ ਦੀ ਸਪੇਸ ਕਹਿ ਰਹੀ ਹਾਂ ਮੈਂ ਵੈਸੇ, ਹਰ ਉਸ ਸਪੇਸ ਨੂੰ ਮਤਲਬ ਅਕਵਾਇਰ ਕਰ ਪਾਉਂਦੇ ਹੁਣ। ਤਾਂ ਉਹ ਇਹ ਜਿਹੜਾ ਮਤਲਬ ਪੂਰਾ ਇਲੈਕਸ਼ਨਸ ਦਾ ਜਿਹੜਾ ਪ੍ਰੋਸੈਸ ਸੀਗਾ, ਉਸ ਵਿੱਚ ਮੈਨੂੰ ਲੱਗਦਾ ਹੈ ਕਿ ਮੇਰੇ ਤੋਂ ਪਹਿਲਾਂ ਕੰਟੈਸਟ ਕਰਨ ਵਾਲੀਆਂ ਕੁੜੀਆਂ ਦਾ ਇੱਕ ਵੱਡਾ ਰੋਲ ਸੀਗਾ, ਤੇ ਮੇਰੇ ਨਾਲ ਜਿਹੜਾ ਹੁੰਗਾਰਾ ਭਰਨ ਵਾਲੇ ਲੋਕ ਸੀਗੇ ਜਦੋਂ ਮੈਂ ਕੰਟੈਸਟ ਕਰ ਰਹੀ ਸੀ, ਉਹਨਾਂ ਦਾ ਰੋਲ ਸੀਗਾ। ਕਿਉਂਕਿ ਇੱਕ ਆਰਗੇਨਾਈਜੇਸ਼ਨ ਦੇ ਅੰਦਰ ਵੀ ਇੱਕ ਡਿਬੇਟ ਉਦੋਂ ਜ਼ਰੂਰ ਚੱਲ ਰਹੀ ਸੀ ਕਿ ਕੁੜੀ ਨੂੰ ਕੰਟੈਸਟ ਨਹੀਂ ਕਰਨਾ ਚਾਹੀਦਾ। ਉਦੋਂ ਵੀ ਇੱਕ ਡਾਊਟ ਸੀਗਾ ਕਿ ਆਪਾਂ ਪਿਛਲੀ ਵਾਰ ਵੀ ਕੁੜੀ ਦੇ ਕਾਰਨ ਹਾਰੇ ਹਾਂ, ਆਪਾਂ ਇਸ ਲਈ ਹਾਰੇ ਹਾਂ ਕਿਉਂਕਿ ਆਪਾਂ ਕੁੜੀ ਕੰਟੈਸਟ ਕਰਨ ਲਈ ਲਾ ਦਿੰਦੇ ਹਾਂ ਪ੍ਰੈਜ਼ੀਡੈਂਟ, ਜਦੋਂ ਕਿ ਪ੍ਰੈਜ਼ੀਡੈਂਟ ਕਮਸ ਇਨ ਸ਼ੇਪਸ ਐਂਡ ਸਾਈਜ਼ਸ ਕਹਿੰਦੇ ਨਾ, ਜਦੋਂ ਮਤਲਬ ਕਿ ਪ੍ਰੈਜ਼ੀਡੈਂਟ ਦੀ ਇੱਕ ਹੁੰਦੀ ਆ ਬਣਤਰ, ਉਹ ਐ ਨਹੀਂ ਹੁੰਦਾ ਕਿ
ਹਾਂ ਕੁੜੀਆਂ ਐਨਕਾਂ ਜਿਹੀਆਂ ਲਾ ਕੇ ਤੇ ਗੱਲ ਕਰ ਰਹੀਆਂ ਨੇ ਤੇ ਇਹਨਾਂ ਨੂੰ ਤੁਸੀਂ ਪ੍ਰਧਾਨ ਲਾ ਦੋਗੇ, ਉਹਦੇ ਲਈ ਚਾਹੀਦਾ ਹੁੰਦਾ ਆ ਇੱਕ ਮੁੱਛਾਂ ਹੋਣ, ਕੁਛ ਹਨਾ ਸਮਝਦਾਰ ਲੱਗੇ, ਹਨਾ ਸੂਝਵਾਨ ਜਿਹਾ ਲੱਗੇ, ਐ ਥੋੜੀ ਆ। ਕਈਆਂ ਨੇ ਤਾਂ ਇਹ ਵੀ ਕਿਹਾ ਚੱਲ PhD ਵੀ ਕਰਦੀ ਹੁੰਦੀ ਨਾ, ਉਹ MSc ਕਰਦੀ ਪਈ ਆ, MSc ਦੀ ਕੁੜੀ ਕਿੱਥੇ ਸਾਂਭ ਲੂਗੀ ਯੂਨੀਵਰਸਿਟੀ, ਮਤਲਬ ਜ਼ੂਓਲੋਜੀ ਉਹ ਵੀ ਹਨਾ, ਮਤਲਬ ਸਾਇੰਸ ਦਾ ਬੱਚਾ ਤੁਸੀਂ ਲਾ ਰਹੇ ਹੋ। ਤੇ ਇਹ ਇੰਨਾ ਕੁਛ ਜੁੜਿਆ ਹੋਇਆ ਸੀਗਾ ਕਿ ਮੈਨੂੰ ਖੁਦ ਨੂੰ ਯਾਦ ਆ ਸਟੂਡੈਂਟ ਸੈਂਟਰ ਤੇ ਖੜੇ ਇੱਕ ਪੁਰਾਣੇ ਕਿਸੇ ਲੀਡਰ ਨੇ ਕਿਹਾ ਸੀਗਾ, ਉਸਨੂੰ ਨਹੀਂ ਸੀ ਪਤਾ ਕਿ ਮੈਂ ਕੰਟੈਸਟ ਕਰ ਰਹੀ ਹਾਂ, ਮੈਨੂੰ ਅੰਦਰੋਂ ਪਤਾ ਸੀ। ਉਸਨੇ ਏਦਾਂ ਬੋਲਿਆ ਸੀਗਾ ਕਿ SFS ਜਿੱਤ ਸਕਦੀ ਆ ਪਰ ਜੇ ਇਹਨਾਂ ਨੇ ਕੁੜੀ ਨਾ ਲਗਾਈ ਤਾਂ। ਤੇ ਉਸ ਮੌਕੇ ਤੇ ਮੈਂ ਵੀ ਉੱਥੇ ਹੀ ਸੀਗੀ, ਤਾਂ ਮਤਲਬ ਇੱਕ ਇਹ ਚੀਜ਼ ਵਿਛੀ ਹੋਈ ਸੀ ਕਿ ਕੁੜੀ ਨਹੀਂ ਜਿੱਤ ਸਕਦੀ ਇੱਥੇ, ਕੁੜੀ ਦਾ ਕੋਈ ਰੋਲ ਨਹੀਂ ਹੈਗਾ ਇੱਥੇ। ਤਾਂ ਉਸ ਸਾਰੇ ਵਿੱਚ ਮੈਨੂੰ ਲੱਗਦਾ ਹੈ ਕਿ ਇਸੇ ਲਈ ਉਹ ਜਿਹੜੀ ਤਸਵੀਰ ਆ ਜਾਂ ਉਹ ਜਿਹੜੀ ਜਿੱਤ ਆ, ਉਸਦੀ ਲਲਕਾਰ ਵੀ ਉਨੀ ਉੱਚੀ ਗਈ, ਉਨੀ ਜ਼ਿਆਦਾ ਜਿਹਨੂੰ ਕਹਿੰਦੇ ਆ ਕਿ ਉਸਦੇ ਲਈ ਸਾਨੂੰ ਸਭ ਨੂੰ ਖੁਸ਼ੀ ਮਹਿਸੂਸ ਹੋਈ, ਤੇ ਉਹ ਇੱਕ ਤਰ੍ਹਾਂ ਨਾਲ ਸਿੰਬਲ ਮਤਲਬ ਆਇਆ, ਨਾ ਕਿ ਸਿਰਫ ਕਿਸੇ ਫੈਮਿਨਿਸਟ ਲਈ ਬਟ ਹਰ ਉਸ ਬੰਦੇ ਲਈ ਜਿਹੜਾ ਆ, ਬੰਦੇ ਔਰਤ ਲਈ ਜਿਹੜੇ ਮਤਲਬ ਸਮਾਜ ਨੂੰ ਇੱਕ ਬਰਾਬਰਤਾ ਵੱਲ ਨੂੰ ਲੈ ਕੇ ਜਾਣ ਨੂੰ ਸੁਪਨੇ ਦੇਖ ਰਹੇ ਸੀ। ਜੀ ਜੀ ਜੀ। ਕਨੂੰ, ਜਿਵੇਂ ਆਪਣੇ ਆਮ ਤੌਰ ਤੇ ਹੁੰਦਾ ਵੀ ਜਦੋਂ ਤੁਹਾਡੀ ਇਹ ਜਰਨੀ ਪ੍ਰੈਜ਼ੀਡੈਂਟ ਬਣਨ ਤੱਕ ਦੀ, ਤੁਸੀਂ ਥੋੜੀਆਂ ਜਿਹੀਆਂ ਉਹ ਗੱਲਾਂ ਛੂਹੀਆਂ ਵੀ ਆ ਕਿ ਜਦੋਂ ਮਤਲਬ ਔਰਤ ਬਣ ਜਾਂਦੀ ਹੈ ਪ੍ਰੈਜ਼ੀਡੈਂਟ ਤਾਂ ਉਹ ਇੱਕ ਕਿਸਮ ਦੀ ਉਹਦੇ ਕੋਲ ਫਿਰ ਸੱਤਾ ਵੀ ਆਉਂਦੀ ਹੈ ਨਾ, ਜਾਂ ਅਸੀਂ ਜੇ ਮੇਨ ਸਟਰੀਮ ਪੋਲੀਟਿਕਸ ਦੇ ਵਿੱਚ ਦੇਖੀਏ ਜਿਹੜੀਆਂ ਔਰਤਾਂ ਉਸ ਤਰ੍ਹਾਂ ਦੀ ਸੱਤਾ 'ਚ ਜਾਂਦੀਆਂ ਨੇ ਤਾਂ ਆਮ ਤੌਰ ਤੇ ਪਿਤਰਕੀ ਵਾਲੀ ਰਾਜਨੀਤੀ ਹੀ ਕਰਦੀਆਂ ਨੇ, ਉਹੀ ਪਾਵਰ ਵਾਲੀ ਰਾਜਨੀਤੀ 'ਚ ਹੀ ਪੈ ਜਾਂਦੀਆਂ ਨੇ। ਤਾਂ ਕਿਉਂਕਿ ਕਨੂਪ੍ਰਿਆ ਬਾਰੇ ਜਿਵੇਂ ਮੈਂ ਜਾਣਦੀ ਹਾਂ ਕਿ ਉਹ ਨਾਲ ਫੈਮਿਨਿਸਟ ਵੀ ਆ, ਤਾਂ ਇਹਨਾਂ ਦੋਨਾਂ ਦਾ ਸਮਤੋਲ ਬਿਠਾਉਣਾ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਇੱਕ ਇੰਟਰਨਲ ਡਿਬੇਟ, ਲੈਫਟ ਦੀਆਂ ਸਾਰੀਆਂ ਜਥੇਬੰਦੀਆਂ 'ਚ ਪਿਤਰਕੀ ਦੇ ਢਾਂਚੇ ਨੇ ਜਿਹੜੇ ਵਰਕ ਕਰਦੇ ਨੇ, ਤਾਂ ਉਹ ਜਦੋਂ ਕਨੂੰ ਪ੍ਰੈਜ਼ੀਡੈਂਟ ਬਣਦੀ ਆ ਤਾਂ ਉਹ ਸਫ਼ਰ ਜਿਹੜੀ ਇਸ ਤੋਂ ਪਹਿਲਾਂ ਕਾਕਿਆਂ ਵਾਲੀ ਰਾਜਨੀਤੀ ਸੀਗੀ ਉਹਦੇ ਨਾਲੋਂ ਕਿਵੇਂ ਵੱਖਰਾ ਰਿਹਾ, ਉਹ ਸਪੇਸਿਸ ਜਾਂ ਈਵਨ ਸਮੇਂ ਦੀ ਭੋਏ ਤੇ, ਜਿਵੇਂ ਤੁਸੀਂ ਵਜੂਦ ਵਾਲੀ ਟਾਕ 'ਚ ਕੁਛ ਗੱਲਾਂ ਕਰ ਰਹੇ ਸੀ ਕਿ ਤੁਸੀਂ ਉਹ ਇੱਕ ਸਪੇਸ ਸੀ ਜਿੱਥੇ ਕਦੇ ਕੁੜੀਆਂ ਜਾਂਦੀਆਂ ਨਹੀਂ ਸੀ, ਜਿਹੜਾ ਪ੍ਰੈਜ਼ੀਡੈਂਟ ਦਾ ਆਫਿਸ ਹੁੰਦਾ ਸੀ, ਉੱਥੇ ਅਸੀਂ ਪੋਸਟਰ ਬਣਾ ਰਹੇ ਹਾਂ ਹਨਾ, ਤਾਂ ਉਹ ਕੰਮ ਕਰਨ ਦੇ ਢੰਗਾਂ 'ਚ ਵੀ ਫਰਕ ਹੋਊਗਾ, ਉਹ ਥੋੜਾ ਜਿਹਾ ਕਿ ਉਹ ਕਿਵੇਂ ਵੱਖਰਾ ਸੀ। ਹੁਣ ਜਿਵੇਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਹਾਂ ਕਿ ਯੂਨੀਵਰਸਿਟੀ ਨਾਲ ਪੋਸਟਰ ਬਹੁਤ ਲੱਗਦੇ ਨੇ, ਵੱਡੇ ਵੱਡੇ ਪੋਸਟਰ, ਫਲੈਕਸ, ਤੇ ਲੋਕਾਂ ਨੂੰ ਇੰਨੀ ਛੋਟੀ ਛੋਟੀ ਚੀਜ਼ ਦੀ ਉਹ ਸੀ ਕਿ ਹੁਣ ਕਨੂਪ੍ਰਿਆ ਦਾ ਨੰਬਰ ਲੱਗੂਗਾ ਉਸ ਫਲੈਕਸ ਤੇ, ਮਤਲਬ ਉਹਦਾ ਨੰਬਰ ਓਪਨ ਹੋਊਗਾ, ਮਤਲਬ ਉਹ ਇਹ ਹੋਊਗਾ ਕਿਉਂਕਿ ਉਹਦਾ ਮੈਂ ਆਪਣਾ ਨੰਬਰ ਤਾਂ ਦੇ ਰਹੀ ਹਾਂ, ਤੁਸੀਂ ਉਸ ਨੰਬਰ ਦਾ ਕਿਵੇਂ ਇਸਤੇਮਾਲ ਕਰ ਰਹੇ ਹੋ ਉਹ ਡਿਸਾਈਡ ਕਰੂਗਾ ਨਾ। ਪਰ ਸਭ ਇਹ ਸੋਚ ਰਹੇ ਨੇ ਕਿ ਉਹ ਆਪਣਾ ਨੰਬਰ ਦਊਗੀ, ਹੈਨਾ। ਉਸ ਤੋਂ ਬਾਅਦ ਇਵੈਂਟ ਹੁੰਦੇ ਨੇ, ਉੱਥੇ ਫੈਸਟ ਹੁੰਦੇ ਨੇ, ਉਸ ਫੈਸਟ ਦੇ ਕੋਆਰਡੀਨੇਟਰ ਵੀ ਕੁਝ ਕੁੜੀਆਂ ਆਉਂਦੀਆਂ ਨੇ, ਉਹਨਾਂ ਦੇ ਨਾਮ ਆਉਂਦੇ ਨੇ। ਮੈਨੂੰ ਯਾਦ ਹੈ ਕਿ ਕਿਸੇ ਵੀ ਫਲੈਕਸ ਵਿੱਚ ਜਦੋਂ ਵੀ ਉਹ ਲੱਗਦੇ ਰਹੇ ਨੇ ਕਿਸੇ ਵੀ ਪਾਰਟੀ ਦੇ, ਉੱਥੇ 10 ਤਾਂ ਸ਼ਕਲਾਂ ਲੱਗਣਗੀਆਂ ਕਿ ਫਲਾਣੇ ਨੂੰ ਥੈਂਕ ਯੂ, ਫਲਾਣੇ ਨੂੰ ਥੈਂਕ ਯੂ, ਥੈਂਕ ਯੂ, ਤੇ ਸਾਰੇ ਮਰਦ ਤੇ ਉਹਨਾਂ ਸਾਰਿਆਂ ਵਿੱਚ ਇਹ ਕਿ ਹਾਂ ਇਹ ਸਾਡੇ ਆਹ ਵਾਲੇ ਨੇ, ਆਹ ਵਾਲੇ ਨੇ, ਇਹ ਸਾਡੇ ਚੇਅਰਮੈਨ ਨੇ, ਇਹ ਨੇ, ਇਹ ਨੇ। ਪਰ ਮਤਲਬ ਇਹਦੇ ਵਿੱਚ ਜਿਵੇਂ ਆਪਾਂ ਚਾਦਰ ਵਾਲੀ ਗੱਲ ਕਰ ਰਹੇ ਸੀ ਨਾ, ਬਹੁਤ ਹੀ ਬਰੀਕ ਜੀ, ਉਹ ਫਲੈਕਸ ਲੱਗੇ ਹੁੰਦੇ ਸੀ, 2 ਕੁੜੀਆਂ ਦੇ ਨਾਮ ਨੇ, ਨੰਬਰ ਨੇ, ਤੇ ਉਹ ਤੁਹਾਨੂੰ ਪ੍ਰੋਪਰ ਰਿਸਪੌਂਡ ਕਰ ਰਹੀਆਂ ਨੇ, ਤੁਹਾਡੇ ਫੋਨ ਚੱਕ ਰਹੀਆਂ ਨੇ, ਹਨਾ। ਕੁਛ ਇਹੋ ਜਿਹੀਆਂ ਕਾਲਸ ਵੀ ਲੈ ਰਹੀਆਂ ਨੇ ਜਿਸ ਵਿੱਚ ਹਨਾ ਉਹਨਾਂ ਨੂੰ ਡਿਸਕੰਫਰਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਐਟ ਦੀ ਐਂਡ ਹੁੰਦੀ ਨਹੀਂ। ਜਿਵੇਂ ਮੈਂ ਦੇਖਿਆ ਕਿ ਬਹੁਤੀ ਵਾਰ ਮੈਨੂੰ 3 ਵਜੇ ਵੀ ਕਾਲ ਆਏ ਨੇ, ਮੈਂ ਚੱਕੀ ਨੇ, ਮੈਂ ਵਾਪਿਸ ਕਾਲ ਕੀਤੀ ਹੈ ਨਾ, ਤੇ ਉਹਨਾਂ ਤੋਂ ਗੱਲ ਕਰਨ ਨੂੰ ਕੁਛ ਵੀ ਨਹੀਂ ਹੁੰਦਾ। ਤੇ ਜਦੋਂ ਫਿਰ ਮਤਲਬ ਉਹਨਾਂ ਨੂੰ ਇਹ ਕਿਹਾ ਜਾਵੇ ਕੱਲ ਤੂੰ ਆ ਜਾਈਂ ਦਫ਼ਤਰ, ਫਿਰ ਹਨਾ ਆਪਾਂ ਉੱਥੇ ਮਿਲਦੇ ਹਾਂ, ਤੇ ਉਹਨਾਂ ਚ ਕੋਈ ਵੀ ਦਫ਼ਤਰ ਨਹੀਂ ਪਹੁੰਚਿਆ, ਕਿਉਂਕਿ ਉਹੀ ਸਪੇਸ ਜਿਹੜੀ ਨੂੰ ਪਹਿਲਾਂ ਉਹ ਹੈਜੇਮਨਾਈਜ਼ ਕਰਕੇ ਬੈਠੇ ਸੀਗੇ ਹਨਾ, ਉਹ ਸਪੇਸ ਉਹਨਾਂ ਨੂੰ ਖੁਸ਼ਦੀ ਤਾਂ ਜ਼ਰੂਰ ਦਿਖੀ ਉਸ 1 ਸਾਲ ਵਿੱਚ। ਤੇ ਜਿਹੜੀ ਆਪਾਂ ਇੰਟਰਨਲ ਕੰਟਰਡਿਕਸ਼ਨ ਦੀ ਗੱਲ ਕਰਦੇ ਹਾਂ, ਉਦੋਂ ਵੀ ਇੱਕ ਸਪੇਸ ਹੁੰਦੀ ਹੈ, ਇੱਕ ਹੈਜੇਮਨੀ ਹੁੰਦੀ ਹੈ, ਇੱਕ ਡਿਸੀਜਨ ਮੇਕਿੰਗ ਹੁੰਦੀ ਆ ਜਿਹੜੀ ਆਪਣੇ ਹੱਥਾਂ ਤੋਂ ਖੁਸ਼ਦੀ ਦਿਖਦੀ ਹੈ। ਉਦੋਂ ਵੀ ਕਿਉਂਕਿ ਪੋਲਿਟਿਕਸ ਤਾਂ ਤੁਸੀਂ ਕਰੋਗੇ, ਪਰ ਪੋਲਿਟਿਕਸ ਦੇ ਅੰਦਰ ਕੀ ਕਰੋਗੇ, ਕਿ ਤੁਸੀਂ ਕੈਂਪੇਨ ਕਰੋਗੇ, ਕਿ ਤੁਸੀਂ ਡਿਸਾਈਡ ਕਰੋਗੇ, ਕਿ ਤੁਸੀਂ ਲੀਡ ਕਰੋਗੇ, ਕਿ ਤੁਸੀਂ ਆਰਗੇਨਾਈਜ਼ ਕਰੋਗੇ ਜਾਂ ਪਲਾਨ ਕਰੋਗੇ, ਕੀ ਕਰੋਗੇ, ਇਹ ਵੀ ਬਹੁਤ ਕੁਝ ਮੈਟਰ ਕਰਦਾ ਹੈ। ਤੇ ਜਦੋਂ ਤੁਸੀਂ ਪਬਲਿਕ ਡੀਲਿੰਗ ਵਿੱਚ ਆ ਜਾਓ, ਜਦੋਂ ਪਬਲਿਕ ਡੀਲਿੰਗ ਵੀ ਤੁਸੀਂ ਕਰਨ ਲੱਗ ਗਏ ਤਾਂ ਤੁਸੀਂ ਉਹਨਾਂ ਤੋਂ ਖਿੱਚ ਲਈ, ਤਾਂ ਫਿਰ ਬਹੁਤ ਇੱਕ ਮਤਲਬ ਜਿਹਨੂੰ ਕਹਿੰਦੇ ਨੇ ਨਾ ਕਿ ਫਰਕ ਪੈਂਦਾ ਹੈ ਉਹਨਾਂ ਸਟਰਕਚਰਸ ਦੇ ਅੰਦਰ ਵੀ।
ਮਤਲਬ ਫਿਰ ਉਹ ਚਾਹੇ ਪੇਟਰੀਆਰਕਲ ਸਟਰਕਚਰਸ ਜਿਹੜੇ ਲੈਫਟ ਵਿੱਚ ਦੇ ਅੰਦਰ ਵੀ ਪਏ ਨੇ ਉਹ ਵੀ ਬਰਾਬਰ ਹਿਲਦੇ ਨੇ, ਉਹਨਾਂ ਦੀ ਵੀ ਇਨਸਿਕਿਉਰਿਟੀ, ਉਹਨਾਂ ਦੀ ਐਂਜ਼ਾਈਟੀ ਉਹਨਾਂ ਦੇ ਮੂੰਹ ਤੇ ਦਿਖਦੀ ਹੈ ਕਿ ਪ੍ਰੋਬਲਮ ਕਿੱਥੇ ਆ ਰਹੀ ਹੈ, ਕਿ ਪੰਜਾਬ ਦੇ ਨਾਮ ਦੇ ਨਾਲ ਇੱਕ ਕੁੜੀ ਕਿਵੇਂ ਆ ਗਈ। ਪੰਜਾਬ ਦੇ ਰਿਸ਼ਤਿਆਂ ਨੂੰ ਡਿਸਕਸ ਕਰਨਾ ਤਾਂ ਉਹਦੇ ਇਤਿਹਾਸ ਨੂੰ ਪੜ੍ਹਨਾ, ਉਸਦੀ ਅੱਗੇ ਦੀ ਜਿਹੜੀ ਇੱਕ ਮਤਲਬ ਜਿਹੜਾ ਸੁਹੱਪਨ ਵੀ ਹੈਗਾ, ਜਿਹੜਾ ਜਿਸ ਤਰੀਕੇ ਨਾਲ ਸੋਚਿਆ ਜਾ ਸਕਦਾ ਹੈ, ਉਹ ਉਸ ਦੀ ਇਮੈਜੀਨੇਸ਼ਨ ਵਿੱਚ ਇਹ ਕੁੜੀ ਦੀ ਪਾਰਟਿਸਿਪੇਸ਼ਨ ਕਿੱਥੋਂ ਆ ਜਾਏਗੀ ਹੁਣ, ਹੈਨਾ। ਇਹ ਬਹੁਤ ਪ੍ਰੋਬਲਮੈਟਿਕ ਮੈਨੂੰ ਲੱਗਦਾ ਕਿ ਮੇਰੇ ਉਹਨਾਂ ਸਾਥੀਆਂ ਵਿੱਚ ਵੀ ਲੱਗਿਆ, ਉਹਨਾਂ ਨੂੰ ਵੀ ਲੱਗਿਆ ਹੋਊਗਾ ਤੇ ਉਹ ਮਹਿਸੂਸ ਵੀ ਹੋਇਆ ਜ਼ਰੂਰ ਮੈਨੂੰ। ਤਾਂ ਇਹ ਸਾਰੇ ਵਿੱਚ ਮੈਨੂੰ ਲੱਗਾ ਕਿ ਜੇ ਇੰਨੇ ਕੁ ਰਸਤੇ ਮੇਰੇ ਲਈ ਕਲੀਅਰ ਹੋਏ, ਮੈਨੂੰ ਉਸ ਜਗ੍ਹਾ ਤੱਕ ਪਹੁੰਚਾਉਣ ਲਈ ਹੋਏ, ਉਹ ਹੁਣ ਮੇਰੀ ਵੀ ਬਰੋਬਰ ਜ਼ਿੰਮੇਵਾਰੀ ਹੈ ਕਿ ਇਹਨੂੰ ਇਸ ਰਸਤੇ ਨੂੰ ਹੋਰ ਵਾਈਡਨ ਕੀਤਾ ਜਾਵੇ ਤੇ ਹੋਰ ਜਗ੍ਹਾ ਇਸ ਜਗ੍ਹਾ ਵਿੱਚ ਮਤਲਬ ਔਰਤਾਂ ਦੀ ਭਾਗੀਦਾਰੀ ਤੇ ਪਾਰਟਿਸਿਪੇਸ਼ਨ ਵਧਾਈ ਜਾਵੇ, ਨਾ ਕਿ ਸਿਰਫ ਟੋਕਨ ਰਿਪਰੈਜ਼ੈਂਟੇਸ਼ਨ ਜਿਹੜੀ ਕਿ ਸਿਰਫ ਹੈ ਨਾ ਚੇਅਰ ਲੀਡਰ ਦੇ ਰੂਪ ਵਿੱਚ ਆ ਸਕਦੀ ਹੈ। ਮਤਲਬ ਉਹ ਡਿਸਾਈਡ ਕਰੇਗੀ, ਮੇਨ ਤਾਂ ਚੀਜ਼ ਹੀ ਡਿਸੀਜਨ ਮੇਕਿੰਗ ਵਿੱਚ ਰਹਿ ਜਾਂਦੀ ਹੈ ਕਿ ਉਹ ਆਪਣੇ ਫੈਸਲੇ ਤੇ ਜਦੋਂ ਆਪਣੀ ਪੋਲੀਟੀਕਲ ਐਕਟੀਵਿਟੀਜ਼ ਦੇ ਫੈਸਲੇ ਨੇ ਕਿ ਉਹ ਆਪ ਕਰ ਸਕਦੀ ਹੈ ਕਿ ਨਹੀਂ, ਉਹਨਾਂ ਡਿਸੀਜਨਸ ਵਿੱਚ ਤੁਸੀਂ ਕਦੋਂ ਤੱਕ ਉਹਨੂੰ ਪਾਰਟਿਸਿਪੇਟ ਕਰਵਾਓਗੇ ਜਾਂ ਕਰਨ ਦਓਗੇ, ਹੈ ਨਾ। ਜਦੋਂ ਆਪਾਂ ਕਰਵਾਓਗੇ ਜਾਂ ਕਰਨ ਦੋਗੇ ਕਹਿ ਦਿੰਦੇ ਆ ਤਾਂ ਆਪਾਂ ਨੂੰ ਪਤਾ ਹੈ ਕਿ ਇਹ ਪਹਿਲਾਂ ਤੋਂ ਹੀ ਇੱਕ ਮੇਲ ਸਪੇਸ ਦੀ ਗੱਲ ਕਰ ਰਹੇ ਹਾਂ ਜਿਸ ਵਿੱਚ ਸਾਨੂੰ ਅਲਾਓ ਕੀਤਾ ਜਾ ਰਿਹਾ ਜਾਂ ਅਸੀਂ ਆ ਰਹੇ ਹਾਂ, ਐਂਟਰ ਕਰ ਰਹੇ ਹਾਂ। ਬਿਲਕੁਲ। ਤਾਂ ਇਹ ਫਿਰ ਦਿੱਕਤਮਈ ਹੋ ਜਾਂਦਾ ਹੈ ਉਦੋਂ। ਤਾਂ ਇਸ ਲਈ ਮੈਨੂੰ ਲੱਗਦਾ ਹੈ ਕਿ ਇੱਕ ਜਿਵੇਂ ਆਪਾਂ ਇਹ ਵੀ ਗੱਲ ਕਰ ਹੀ ਰਹੇ ਸੀ ਇੱਕ ਵਾਰ ਕਿ ਫੈਮਿਨਿਸਟ ਪੋਲਿਟਿਕਸ ਮਤਲਬ ਜੋ ਤੁਸੀਂ ਆਉਂਦੇ ਹੋ, ਤੁਸੀਂ ਲੜਦੇ ਹੋ, ਤਾਂ ਕਿਉਂਕਿ ਔਰਤਾਂ ਦੀ ਲਿਬਰੇਸ਼ਨ ਦਾ ਸਵਾਲ ਲੈਫਟ ਹੀ ਉਠਾਉਂਦੀ ਆਈ ਹੈ। ਔਰਤਾਂ ਦੀ ਲਿਬਰੇਸ਼ਨ ਦਾ ਸਵਾਲ ਕਦੀ ਵੀ ਰਾਈਟ ਨਹੀਂ ਲੈ ਕੇ ਝੰਡਾ ਲਹਿਰਾਊਗੀ, ਉਹਦੀ ਤਾਂ ਮਾਤਰੀ ਸ਼ਕਤੀ ਵੱਧ ਤੋਂ ਵੱਧ ਮਦਰਹੁੱਡ ਤੱਕ ਦਾ ਲਿਮਿਟਡ ਹੈ। ਪਰ ਇਸ ਦੀ ਵੀ ਇੱਕ ਹੱਦ ਡਿਸਾਈਡ ਕੀਤੀ ਹੋਈ ਹੈ ਕਿ ਉਹ ਵੀ ਕਿੱਥੋਂ ਤੱਕ ਜਾਂ ਕਦੋਂ ਤੱਕ ਜਾਂ ਕਿਹੜਾ ਪਰਪਸ ਸਰਵ ਕਰਨ ਲਈ, ਕਿਹੜੀ ਲੋੜ ਸਰਵ ਕਰਨ ਲਈ। ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ। ਕਨੂੰ ਤੁਸੀਂ ਮੈਂ ਕੱਲ ਹੀ ਤੁਹਾਡੀ ਵਜੂਦ ਵਾਲੀ ਟਾਕ ਸੁਣ ਰਹੀ ਸੀ ਨਾ, ਤੁਸੀਂ ਉਹਦੇ ਚ 2 ਵਾਰੀ ਕਿਹਾ ਕਿ ਹਲੇ ਉਹ ਸਮਾਂ ਨਹੀਂ ਹੈ ਕਿ ਅਸੀਂ ਆਪਣੀ ਤਲਵਾਰ ਡਾਊਨ ਕਰ ਲਈਏ, ਹਨਾ, ਮਤਲਬ ਹਲੇ ਲੜਾਈ ਦਾ ਸਮਾਂ ਆ ਸਾਡਾ। ਤੇ ਔਰਤ ਦੀ ਜਿਸ ਕਿਸਮ ਦੀ ਸਿਰਜਣਾ ਹੈ ਤਾਂ ਉਹਦੇ ਵਿੱਚ ਉਹ ਆਮ ਤੌਰ ਤੇ ਬਹੁਤ ਸੈਂਸਿਟਿਵ ਤੇ ਲੜਾਈ ਨਾਲ ਉਹਦਾ ਉਸ ਤਰ੍ਹਾਂ ਦਾ ਰਿਸ਼ਤਾ ਨਹੀਂ ਬਣਦਾ ਹੁੰਦਾ ਸ਼ਾਇਦ। ਔਰਤ ਦਾ ਲੜਾਈ ਨਾਲ ਉਸ ਕਿਸਮ ਦਾ ਰਿਸ਼ਤਾ ਨਹੀਂ ਹੈ ਜਿਵੇਂ ਦਾ ਮਰਦ ਦਾ ਰਿਸ਼ਤਾ ਹੈ। ਜਿਹੋ ਜਿਹੀਆਂ ਘਾੜਤਾਂ ਸਾਡੇ ਸਮਾਜ ਨੇ ਕੀਤੀਆਂ ਨੇ, ਹਨਾ, ਔਰਤ ਦਾ ਟੋਲਰੈਂਸ ਨਾਲ ਰਿਸ਼ਤਾ ਹੈ, ਉਹਦੇ ਵਿੱਚ ਮਤਲਬ ਚੀਜ਼ਾਂ ਨੂੰ ਸਹਿਣ ਕਰਨ ਨਾਲ ਵੱਧ ਹੈ। ਤੇ ਲੜਾਈ ਬਹੁਤ ਡਿਸਟਰਬਿੰਗ ਤੇ ਬਹੁਤ ਉਦੋਂ ਜਾ ਕੇ ਔਰਤ ਲੜਦੀ ਹੈ ਜਦੋਂ ਉਹਦੇ ਲਈ ਬਹੁਤ ਔਖੀਆਂ ਹੋ ਜਾਂਦੀਆਂ ਨੇ ਚੀਜ਼ਾਂ। ਤਾਂ ਕਨੂਪ੍ਰਿਆ ਦਾ ਲੜਾਈ ਨਾਲ, ਸਟਰਗਲ ਨਾਲ ਕਿਸ ਕਿਸਮ ਦਾ ਰਿਸ਼ਤਾ ਹੈ? ਕੀ ਉਹਦਾ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਇਸ ਲੜਾਈ ਚੋਂ, ਇਸ ਸੰਘਰਸ਼ ਚੋਂ ਉਹਨੂੰ ਲੱਗਦਾ ਹੈ ਕਿ ਡਿਸਟਰਬ ਹੁੰਦੀ ਹੈ ਤੇ ਇਹਦੀ ਕੀ ਕਾਸਟ ਦੇਣੀ ਪੈਂਦੀ ਹੈ ਇਸ ਲੜਾਈ ਦੀ? ਜਿੱਦਾਂ ਮੇਰੀ ਦਾਦੀ ਮੈਨੂੰ ਬਹੁਤ ਲੜਾਕੀ ਕਹਿੰਦੀ ਹੈ, ਮੈਨੂੰ ਏਦਾਂ ਲੈਂਦੀ ਹਾਂ ਕਿ ਹਾਂ ਠੀਕ ਹੈ। ਤੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਰੋਜ਼ਮਰਾ ਦੀਆਂ ਲੜਾਈਆਂ ਹੀ ਨੇ ਕਿ ਜਿਨ੍ਹਾਂ ਨੇ ਇਹ ਬਦਲਾਵ ਲੈ ਕੇ ਆਂਦਾ ਹੈ। ਮਤਲਬ ਮੇਰੇ ਘਰੋਂ ਮੈਨੂੰ ਇਹ ਵੀ ਕਿਹਾ ਜਾਂਦਾ ਸੀ ਕਿ ਤੈਨੂੰ ਉੱਥੇ ਪੜ੍ਹਨ ਭੇਜਿਆ ਹੈ, ਹੋਰ ਕੁਝ ਕਰਨ ਨਹੀਂ ਭੇਜਿਆ। ਇਹ ਵੀ ਕਿਹਾ ਜਾਂਦਾ ਸੀਗਾ ਕਿ ਤੈਨੂੰ ਮਤਲਬ ਇਸ ਤਰੀਕੇ ਨਾਲ ਪੂਰਾ ਇੱਕ ਤੈਨੂੰ ਤੇਰੇ ਪਾਪਾ ਦਾ ਪਤਾ ਹੈ ਨਾ ਕਿੰਨਾ ਗੁੱਸਾ ਹੈ, ਤਾਂ ਫਿਰ ਤੈਨੂੰ ਧਿਆਨ ਨਾ ਕਰਨਾ ਪਊਗਾ। ਤੇਰੇ ਪਿਓ ਦਾ ਪਤਾ ਨਾ, ਤੈਨੂੰ ਮਦਰ ਆ ਕੇ ਕਹਿੰਦੀ ਹੈ ਕਿ ਤੈਨੂੰ ਤੇਰੇ ਪਿਓ ਦਾ ਪਤਾ ਹੈ ਨਾ। ਫਿਰ ਤਾਂ ਇਹ ਸਭ ਕੁਛ ਬਦਲਿਆ ਕਿਵੇਂ? ਹੁਣ ਮੈਨੂੰ ਪਤਾ ਹੈ, ਮੈਨੂੰ ਪੂਰਾ ਭਰੋਸਾ ਹੈ, ਮੇਰੇ ਪੇਰੈਂਟਸ ਦੇਖ ਰਹੇ ਨੇ, ਲਾਈਵ ਹੀ ਦੇਖ ਰਹੇ ਨੇ। ਤੇ ਇੱਥੋਂ ਤੱਕ ਕਿਵੇਂ ਲੈ ਕੇ ਆਈ ਮੈਂ ਉਹਨਾਂ ਨੂੰ, ਜਾਂ ਉਹ ਮੈਨੂੰ ਇੱਥੋਂ ਤੱਕ ਕਿਵੇਂ ਲੈ ਕੇ ਆਏ? ਅਸੀਂ ਦੋਨੋਂ ਗਰੋ ਕੀਤੇ ਆ, ਅਸੀਂ ਦੋਨੋਂ ਇੱਕ ਦੂਜੇ ਨਾਲ ਲੜੇ ਆ, ਸਾਡੇ ਕੰਟੀਨਿਊਸ ਕਲੈਸ਼ ਰਹੇ ਨੇ ਘਰਾਂ 'ਚ। ਅਸੀਂ ਹਮੇਸ਼ਾ ਸਮਝ ਲੈਂਦੇ ਹਾਂ ਕਿ ਜਦੋਂ ਡੋਮੈਸਟਿਕ ਵਾਇਲੈਂਸ ਦੀਆਂ ਰਿਪੋਰਟਸ ਵੱਧ ਹੋ ਗਈਆਂ ਤਾਂ ਬਈ ਕਲੇਸ਼ ਪੈ ਰਹੇ ਨੇ, ਜਦੋਂ ਡਾਈਵੋਰਸ ਹੋਣ ਲੱਗ ਗਏ ਬਈ ਗਲਤ ਹੋ ਰਿਹਾ ਹੈ। ਇਹ ਸਾਰੇ ਕਲੈਸ਼ ਤਾਂ ਦੱਸਦੇ ਨੇ ਨਾ ਕਿ ਹੁਣ ਉਹ ਜਿਹੜਾ ਤੁਸੀਂ ਨੋਰਮੇਟਿਵ ਸੈੱਟ ਕੀਤਾ ਸੀ, ਜੋ ਤੁਹਾਨੂੰ ਨੋਰਮਲ ਲੱਗ ਰਿਹਾ ਸੀ, ਜੋ ਤੁਸੀਂ ਸਤੀ ਸਵਿਤਰੀ ਬਣਾ ਕੇ ਰੱਖੀ ਸੀ, ਉਸ ਨੂੰ ਹੁਣ ਉਹ ਚੈਲੰਜ ਕਰ ਰਹੇ ਨੇ। ਤੇ ਇਹ ਚੈਲੰਜ ਕਰਨਾ ਬਹੁਤ ਜ਼ਰੂਰੀ ਹੈ। ਇਹ ਚੈਲੰਜ ਕਰਨਾ ਹੀ ਖੁਦ ਨੂੰ ਇੱਕ ਬਦਲਾਵ ਦੀ ਸਿਚੁਏਸ਼ਨ 'ਚ ਲੈ ਕੇ ਜਾਣ ਵੱਲ ਨੂੰ ਹੈ। ਤਾਂ ਇਹ ਬਹੁਤ ਜ਼ਰੂਰੀ ਹੈ ਲੜਾਈ ਤੇ ਕਲੈਸ਼। ਤੇ ਜਦੋਂ ਤੁਹਾਡਾ ਇੱਕ ਏਦਾਂ ਵਿਚਾਰਾਂ ਦਾ ਡਿਫਰੈਂਸ ਆਉਂਦਾ ਹੈ ਤੇ ਤੁਸੀਂ ਉਸ ਵਿੱਚੋਂ ਕੁਛ ਵਧੀਆ ਹੀ ਪ੍ਰਾਪਤ ਕਰਦੇ ਹੋ, ਕੁਛ ਵਧੀਆ ਹੀ ਕੱਢਦੇ ਹੋ।
ਤਾਂ ਮੇਰਾ ਵੀ ਉਹ ਵਜੂਦ ਦੇ ਟੌਪ ਤੇ ਇਹੀ ਸੀਗਾ ਕਿ ਕਹਿਣਾ ਕਿ ਕਈ ਵਾਰ ਹੁੰਦਾ ਹੈ ਕਿ ਸਾਨੂੰ ਘਰਾਂ 'ਚ ਵੀ ਸਮਝਾਇਆ ਜਾਂਦਾ ਹੈ ਕਿ ਬਚ ਕੇ ਰਹਿਣਾ ਹੈ, ਉਹ ਤੁਹਾਨੂੰ ਬਚਾ ਕੇ ਵੀ ਰੱਖਦੇ ਨੇ, ਪੇਰੈਂਟਸ ਬਹੁਤ ਤੁਹਾਡਾ ਧਿਆਨ ਰੱਖਦੇ ਨੇ। ਫਿਰ ਇੱਕ ਉਮਰ ਤੋਂ ਬਾਅਦ ਤੁਹਾਡੀ ਵੀ ਇਹੋ ਜਿਹੀ ਟ੍ਰੇਨਿੰਗ ਹੋ ਗਈ ਹੁੰਦੀ ਹੈ ਕਿ ਹਾਂ ਮਤਲਬ ਮੈਂ ਪੂਰੀ ਤਿਆਰ ਹਾਂ, ਹੈ ਨਾ, ਮੈਂ ਬਹੁਤ ਹੀ ਬੋਲਡ ਹਾਂ ਕਿ ਅਗਰ ਕੋਈ ਏਦਾਂ ਨਹੀਂ ਬੋਲ ਕੇ ਜਾ ਸਕਦਾ, ਕੋਈ ਕਮੈਂਟ ਨਹੀਂ ਬੋਲ ਕੇ ਜਾ ਸਕਦਾ, ਮੈਂ ਲੜੂੰਗੀ, ਮੈਂ ਉੱਥੋਂ ਸੁਣ ਕੇ ਨਹੀਂ ਆਊਂਗੀ, ਕਿਉਂਕਿ ਘਰਦਿਆਂ ਨੇ ਕਿਹਾ ਹੁੰਦਾ ਹੈ ਸੁਣ ਕੇ ਨਾ ਆਈ ਬਾਹਰੋਂ, ਹੈ ਨਾ, ਕਿ ਕਰਕੇ ਆਈ ਆਪਣਾ ਉੱਥੇ ਖਤਮ। ਤਾਂ ਫਿਰ ਇੱਕ ਟਾਈਮ ਆਉਂਦਾ ਹੈ ਕਿ ਤੁਸੀਂ ਏਦਾਂ ਦੀ ਪੋਲਿਟਿਕਸ ਚਾਹੁੰਦੇ ਹੋ ਜਿੱਥੇ ਤੁਹਾਨੂੰ ਸੁਪਨੇ ਪੂਰੇ ਹੁੰਦੇ ਦਿਖ ਰਹੇ ਹੁੰਦੇ ਨੇ, ਹਨਾ, ਪਰ ਉਸਦੇ ਅੰਦਰ ਵੀ ਤੁਸੀਂ ਆ ਕੇ ਨਹੀਂ ਸੋਚ ਸਕਦੇ ਕਿ ਹਾਂ ਮੈਂ ਇੱਕ ਉਸ ਸਪੇਸ ਆ ਗਈ ਹੈ ਕਿ ਜਿੱਥੇ ਸਭ ਕੁਝ ਠੀਕ ਹੈ। ਉਸਦੇ ਅੰਦਰ ਵੀ ਬਹੁਤ ਸਾਰੀ ਲੜਾਈ ਚੱਲ ਰਹੀ ਹੈ, ਉਸਦੇ ਅੰਦਰ ਵੀ ਇੱਕ ਘੋਲ ਚੱਲ ਰਿਹਾ ਹੈ। ਤੇ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਇਹ ਸਭ ਤੋਂ ਵੱਡੀ ਮੇਰੀ ਪੋਲਿਟਿਕਸ ਚੋਂ ਜਿਹੜੀ ਮੈਂ ਇੱਕ ਕਹਾਂ ਕਿ ਮੈਂ ਇੱਕ ਫਰੂਟ ਲੈ ਕੇ ਗਈ ਸੀ, ਉਹ ਇਹ ਸੀਗਾ ਕਿ ਸ਼ਾਇਦ ਮੈਨੂੰ ਉੱਥੇ ਵੀ ਤਲਵਾਰ ਨਹੀਂ ਸੀ ਨੀਚੇ ਰੱਖਣੀ ਚਾਹੀਦੀ, ਮੈਨੂੰ ਉਸ ਸਪੇਸ ਦੇ ਵਿੱਚ ਵੀ ਕੰਟੀਨਿਊਸ ਲੜਨਾ ਚਾਹੀਦਾ ਸੀ ਤੇ ਹੁਣ ਵੀ ਚਾਹੀਦਾ ਹੈ ਅੱਗੇ, ਕਿਉਂਕਿ ਅਸੀਂ ਅਫੋਰਡ ਹੀ ਨਹੀਂ ਕਰਦੇ ਤਲਵਾਰ ਥੱਲੇ ਰੱਖਣਾ। ਮਤਲਬ ਮੈਂ ਕਈ ਵਾਰ ਸੋਚਦੀ ਹਾਂ ਰਾਤ ਨੂੰ ਕਿ ਥੱਕ ਨਹੀਂ ਜਾਵਾਂਗੇ ਇੱਕ ਉਮਰ ਤੱਕ, ਪਰ ਫਿਰ ਮੈਂ ਸੱਚੀ ਕਹਾਂ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਤੁਹਾਨੂੰ ਦੇਖਦੇ ਹਾਂ ਜਾਂ ਹੋਰਾਂ ਔਰਤਾਂ ਨੂੰ ਦੇਖਦੇ ਹਾਂ, ਹੋਰਾਂ ਲੋਕਾਂ ਨੂੰ ਦੇਖਦੇ ਹਾਂ ਲੜਦੇ, ਕਿ ਨਹੀਂ ਲੋਕਾਂ ਨੇ ਨਹੀਂ ਛੱਡੀ, ਹੈ ਨਾ, ਕਿਉਂਕਿ ਬੰਦਾ ਫੀਲ ਕਰਦਾ ਇਸ ਪ੍ਰੈਸ਼ਰ ਨੂੰ ਹੀ ਕਿ ਤੁਸੀਂ ਕਦੀ ਤਲਵਾਰ ਨਹੀਂ ਛੱਡਣੀ, ਹੈ ਨਾ, ਤੁਸੀਂ ਹਰ ਵਕਤ ਉਸ ਤਰੀਕੇ ਨਾਲ ਫੈਸਲੇ ਲੈਣੇ ਆ, ਮਤਲਬ ਖੁਦ ਦੇ ਆਈਡੀਆਜ਼ ਨੂੰ ਲੈ ਕੇ ਸੀਰੀਅਸ ਰਹਿਣਾ ਹੈ, ਖੁਦ ਭਾਵੇਂ ਪੂਰਾ ਤੁਸੀਂ ਕਰੋ ਜੋ ਕਰਨਾ ਚਾਹੁੰਦੇ ਹੋ, ਪਰ ਆਪਣੇ ਆਈਡੀਆਜ਼ ਨੂੰ ਲੈ ਕੇ ਆਪਣੇ ਵਿਚਾਰਾਂ ਨੂੰ ਲੈ ਕੇ ਬਹੁਤ ਹੀ ਸੀਰੀਅਸ ਰਹਿਣਾ ਪੈਂਦਾ ਹੈ, ਕਿਉਂਕਿ ਇੱਕ ਸੈਕਿੰਡ ਨਹੀਂ ਲੱਗਦਾ ਕਿ ਤੁਸੀਂ ਉਸ ਰਿਐਲਿਟੀ ਨੂੰ ਫੇਸ ਕਰ ਲੈਂਦੇ ਹੋ। ਤਾਂ ਇਹ ਮੈਨੂੰ ਜ਼ਰੂਰੀ ਲੱਗਾ। ਮੈਂ ਇਹ ਸਵਾਲ ਤਾਂ ਵੀ ਕਰ ਰਹੀ ਸੀ ਕਿਉਂਕਿ ਮੈਨੂੰ ਹਮੇਸ਼ਾ ਹੀ ਲੱਗਦਾ ਹੁੰਦਾ ਕਿ ਜਿਹੜੀ ਫੈਮਿਨਿਜ਼ਮ ਦੀ ਲੜਾਈ ਹੈ ਉਹ ਬਾਹਰ ਨਾਲੋਂ ਬਾਹਰ ਵੀ ਹੈਗੀ ਆ, ਪਰ ਜਿਹੜੀ ਅੰਦਰ ਆਪਣਿਆਂ ਨਾਲ ਲੜਾਈ ਹੈ ਉਹ ਬਹੁਤ ਸੀਰੀਅਸ ਹੁੰਦੀ ਹੈ। ਮਤਲਬ ਖਾਸ ਤੌਰ ਤੇ ਪਹਿਲਾਂ ਪੇਰੈਂਟਸ ਨਾਲ, ਫਿਰ ਵਿਆਹ ਤੋਂ ਬਾਅਦ ਪਤੀ ਨਾਲ, ਤੇ ਫਿਰ ਅੱਗੇ ਪੁੱਤ ਤੱਕ ਉਹ ਕਿਵੇਂ ਟਰੈਵਲ ਕਰਦੀ ਹੈ ਨਾ, ਤੇ ਉਹ ਇੰਨੀ ਉਹਦੇ ਵਿੱਚ ਟੁੱਟ ਭੱਜ ਇੰਨੀ ਜ਼ਿਆਦਾ ਹੁੰਦੀ ਹੈ ਨਾ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਕਿ ਤੁਸੀਂ ਆਪਣਿਆਂ ਨੂੰ ਤੋੜ ਰਹੇ ਹੋ ਕਿ ਆਪਣੇ ਆਪ ਨੂੰ ਤੋੜ ਰਹੇ ਹੋ, ਕਿਉਂਕਿ ਤੁਹਾਡੇ ਅੰਦਰ ਵੀ ਪਏ ਹੁੰਦੇ ਆ ਨਾ। ਤੋ ਇਸ ਕਰਕੇ ਮੈਨੂੰ ਲੱਗਦਾ ਸੀ ਉਹਦਾ ਕਾਸਟ ਬਹੁਤ ਜ਼ਿਆਦਾ ਹੈ। ਬਿਲਕੁਲ, ਉਹਦਾ ਕਾਸਟ ਬਹੁਤ ਜ਼ਿਆਦਾ ਹੈ। ਤੁਹਾਡੇ ਇੱਕ ਲੜੀ ਜੁੜੀ ਹੁੰਦੀ ਹੈ, ਉਹ ਉਸ ਲੜੀ 'ਚ ਫਿਰ ਉਧੇੜ ਆਉਂਦੀ ਹੈ ਕਿ ਉਹ ਉਧੜ ਜਾਂਦੀ ਹੈ ਥੋੜੀ। ਤਾਂ ਇਹ ਹੁਣ ਜਿਵੇਂ ਆਪਾਂ ਆਪਣੀ ਗੱਲਬਾਤ 'ਚ ਬੜੇ ਆਰਾਮ ਨਾਲ ਕਹਿ ਦਿੰਦੇ ਹਾਂ ਕਿ ਲੋਕਾਂ ਪ੍ਰਤੀ, ਲੋਕਾਂ ਦੀ ਬਰਾਬਰਤਾ, ਪਰ ਓਨੇ ਹੀ ਲੋਕ ਸ਼ਾਇਦ ਜ਼ਿਆਦਾ ਹੀ ਤੁਹਾਡੇ ਆਪੋਜ਼ਿਟ ਕੈਂਪ 'ਚ ਖੜੇ ਨੇ, ਉਨੀਆਂ ਹੀ ਔਰਤਾਂ ਦੁਰਗਾ ਵਾਹਿਨੀ 'ਚ ਖੜੀਆਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਮਤਲਬ ਹੈ ਨਾ, ਮਤਲਬ ਚਾਹੇ ਉਹ ਰਾਮ ਜਨਮ ਭੂਮੀ ਤੋਂ ਲੈ ਕੇ ਜੋ ਮਰਜ਼ੀ ਡਿਮਾਂਡਸ ਆਈਆਂ ਨੇ ਉਹਦੇ ਵਿੱਚ ਉਹਨਾਂ ਦੀ ਵੀ ਬਰਾਬਰ ਸ਼ਮੂਲੀਅਤ ਰਹੀ ਹੈ। ਤਾਂ ਇਹ ਖੁਦ ਵਿੱਚ ਬੜਾ ਔਖਾ ਹੋ ਜਾਂਦਾ ਹੈ ਕਿ ਜਦੋਂ ਤੁਸੀਂ ਜਿਨ੍ਹਾਂ ਨਾਲ ਲੜ ਰਹੇ ਹੋ ਉਹ ਵੀ ਲੋਕ ਨੇ, ਤੇ ਜਿਨ੍ਹਾਂ ਦੇ ਨਾਲ ਤੁਸੀਂ ਉਹ ਲੜਾਈ ਬੰਨ ਰਹੇ ਹੋ ਉਹ ਵੀ ਤੁਹਾਡੇ ਆਪਣੇ ਨੇ, ਤੇ ਕਦੀ ਕਦੀ ਤੇ ਇਹ ਵੀ ਕਦੀ ਤਾਂ ਆਪਣੇ ਨਾਲ ਵੀ ਤੁਸੀਂ ਉਹ ਲੜਾਈ ਲੜ ਰਹੇ ਹੁੰਦੇ ਹੋ ਕੁਝ ਚੀਜ਼ਾਂ ਨੂੰ ਲੈ ਕੇ। ਤੇ ਇਹ ਸਫ਼ਰ ਬਹੁਤ ਹੀ ਸਭ ਚੀਜ਼ਾਂ ਨੂੰ ਨਾਲ ਲੜਦੇ। ਬਿਲਕੁਲ। ਸੋ ਮੈਂ ਪਿੱਛੇ ਜੇ ਮੈਂ ਕਿਸੇ ਆਪਣੀ ਨਜ਼ਮ 'ਚ ਵੀ ਲਿਖਿਆ ਸੀ ਵੀ ਅਸੀਂ ਲੜਨਾ ਚਾਹੁੰਦੀਆਂ ਨਹੀਂ ਸੀ ਪਰ ਸਾਡੇ ਲਈ ਮਜਬੂਰੀ ਬਣ ਗਈ ਹੈ, ਹਨਾ, ਵੀ ਅਸੀਂ ਹੁਣ ਸਾਨੂੰ ਲੜਨਾ ਪੈਣਾ ਕਿਉਂਕਿ ਲੜਨਾ ਸਾਡੇ ਲਈ ਵੀ ਸੌਖਾ ਨਹੀਂ ਹੈ, ਹਨਾ। ਹਾਂਜੀ, ਕਿਉਂਕਿ ਇਹੋ ਜਿਹਾ ਕੁਐਸਚਨ ਹੀ ਆਉਂਦਾ ਨਾ ਕਿ ਪੋਲਿਟਿਕਸ ਪੈਸ਼ਨ ਹੈ ਤੁਹਾਡਾ। ਮੈਨੂੰ ਨਾ ਪੈਸ਼ਨ ਇਸੇ ਨਾ ਸੋਚ ਕੇ ਆਏ ਸੀ ਕਿ ਹਾਂ ਬੜਾ ਮਜ਼ਾ ਆਉਂਦਾ ਹੈ, ਮਤਲਬ ਇਹ ਸਾਡੀ ਤਾਂ ਜ਼ਰੂਰਤ ਆ ਪੋਲਿਟਿਕਸ ਕਰਨਾ। ਸਾਡਾ ਪੈਸ਼ਨ ਕਿਵੇਂ ਹੋ ਸਕਦਾ ਹੈ? 24 ਘੰਟੇ ਤੋਂ ਬਾਅਦ ਕਿਸੇ ਨੇ ਕਿਹਾ ਤੁਹਾਡਾ ਡਿਜ਼ਾਇਰ ਖਤਮ ਹੋ ਗਿਆ, ਡ੍ਰੀਮ ਸੀਗਾ, ਔਰ ਡ੍ਰੀਮ ਤੁਸੀਂ ਸੋਚਦੇ ਹੋ ਸਾਡੇ ਲਈ ਇਹ ਸੁਪਨੇ ਰਹਿ ਜਾਣ, ਹੈ ਨਾ, ਸਾਡੀਆਂ ਜ਼ਰੂਰਤਾਂ ਨਹੀਂ ਗੀਆਂ ਕਿ ਤੁਹਾਡੇ ਸਭ ਲਈ ਤਾਂ ਇਹ ਆਮ ਚੀਜ਼ਾਂ ਨੇ, ਸਾਡੇ ਸੁਪਨੇ ਹੋਣ, ਸਾਡੀਆਂ ਇਹ ख्वाब ਹੋਣ, ਹੈ ਨਾ। ਇਹ ਖੁਦ ਵਿੱਚ ਹੀ ਇੱਕ ਇੰਨਾ ਅਨਇਕੁਅਲ ਬਣਾ ਕੇ ਰੱਖਿਆ ਹੋਇਆ ਵਾ ਲੈਂਗੁਏਜ। ਮਤਲਬ ਕਿਸੇ ਲਈ ਰਾਜਨੀਤੀ ਇੱਕ ਸ਼ੌਕ ਹੋ ਸਕਦਾ, ਪਰ ਸਾਡੇ ਲਈ ਤਾਂ ਹਲੇ ਇਹ ਸਾਡੀ ਮਜਬੂਰੀ, ਸਾਡੀ ਲੋੜ ਹੈ ਕਿ ਅਸੀਂ ਇਹ ਲੜਾਈ ਲੜਨੀ ਹੈ ਨਾ। ਤਾਂ ਤੁਸੀਂ ਖੁਦ ਹੀ ਦੁਰਗਾ ਵਾਹਿਨੀ ਦੀ ਗੱਲ ਕੀਤੀ, ਮੈਂ ਅਗਲਾ ਸਵਾਲ
ਇਹ ਸਾਰਾ ਜੋ ਇਸ ਵੇਲੇ ਖੱਪ ਦਾ ਦੌਰ ਚੱਲ ਰਿਹਾ ਰਾਸ਼ਟਰਵਾਦ ਦਾ ਤੇ ਜੋ ਸਭ ਕੁਝ ਹੈ, ਇਹਦੇ ਚ ਇਸ ਕਿਸਮ ਦੇ ਬਿਆਨ ਸਾਡੇ ਲੀਡਰਾਂ ਵੱਲੋਂ ਵਾਰ-ਵਾਰ ਆ ਰਹੇ ਆ ਕਿ ਔਰਤਾਂ ਨੂੰ ਘਰਾਂ 'ਚ ਰਹਿਣਾ ਚਾਹੀਦਾ ਹੈ, ਬੱਚੇ ਪੈਦਾ ਕਰਨੇ ਚਾਹੀਦੇ, ਉਹਨਾਂ ਦਾ ਤਾਂ ਇਹੀ ਕੰਮ ਹੁੰਦਾ ਹੈ, ਤੇ ਔਰਤ ਦੀ ਜਿਹੜੀ ਆਜ਼ਾਦੀ ਹੈ ਉਹਦੇ ਤੇ ਬਹੁਤ ਤਿੱਖੇ ਹਮਲੇ ਹੋ ਰਹੇ ਨੇ। ਤਾਂ ਤੁਸੀਂ ਇਹ ਸਾਰੇ ਕਾਸੇ ਦਾ ਮਤਲਬ ਜਾਤ ਦਾ, ਜਮਾਤ ਦਾ ਤੇ ਪਿਤਰਕੀ ਦਾ ਕਿਸ ਕਿਸਮ ਦੇ ਸੰਬੰਧ ਦੇਖਦੇ ਹੋ? ਕਿਉਂ ਮਤਲਬ ਵਿਮਨ ਨੂੰ ਕਿਉਂ ਸਾਡੀਆਂ ਇਹ ਤਾਕਤਾਂ ਕੰਟਰੋਲ ਕਰਨਾ ਚਾਹੁੰਦੀਆਂ ਨੇ? ਮਤਲਬ ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਆਪਣੇ ਇੰਡੀਆ ਦੇ ਕੰਟੈਕਸਟ ਵਿੱਚ ਜਿਸ ਤਰੀਕੇ ਨਾਲ ਇੱਕ ਫੰਡਾਮੈਂਟਲਿਜ਼ਮ ਜਾਂ ਇੱਕ ਕੱਟੜਤਾ ਮਤਲਬ ਬਰਾਬਰ ਆਪਣੀ ਇੱਕ ਜਗ੍ਹਾ ਬਣਾ ਕੇ ਤੇ ਲਲਕਾਰੇ ਮਾਰ ਰਹੀ ਹੈ ਅੱਜ ਦੇ ਟਾਈਮ ਤੇ, ਤਾਂ ਉਹ ਪੂਰੇ ਪੀਕ ਤੇ ਹੈ। ਪੂਰੇ ਵਰਲਡ ਦੇ ਅੰਦਰ ਹੀ ਇੱਕ ਫੰਡਾਮੈਂਟਲਿਜ਼ਮ ਤੇ ਫਾਸ਼ਿਜ਼ਮ ਦਾ ਦੌਰ ਚੱਲ ਰਿਹਾ ਹੈ। ਤੇ ਇਸ ਸਾਰੇ ਦੇ ਵਿੱਚ ਜਦੋਂ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਇਹਦੇ ਅੰਦਰ ਹਿੰਦੂਤਵਾ ਤਾਕਤਾਂ ਦੀ ਬਰਾਬਰ ਕੋਸ਼ਿਸ਼ ਰਹੀ ਹੈ, ਜਿਵੇਂ ਸਾਡੇ ਫੈਮਿਲੀ ਸਟਰਕਚਰ ਨੂੰ ਰੈਗੂਲੇਟ ਕਰਨ ਦੀ, ਸਾਡੇ ਕਾਸਟ ਸਟਰਕਚਰ ਨੂੰ ਰੈਗੂਲੇਟ ਕਰਨ ਦੀ, ਤੇ ਨਾਲ ਦੇ ਨਾਲ ਹੀ ਇਹਨਾਂ ਸਭ ਦੇ ਅੰਦਰ ਸਾਡੇ ਜੈਂਡਰ ਰਿਲੇਸ਼ਨਸ ਨੂੰ ਵੀ ਕਿਸੇ ਮਤਲਬ ਤਰੀਕੇ ਨਾਲ ਉਸੇ ਸੋਸ਼ਲ ਆਰਡਰ ਵਿੱਚ ਫਿੱਟ ਕਰਨ ਲਈ। ਤਾਂ ਮੈਨੂੰ ਲੱਗਦਾ ਹੈ ਦੋਨੋਂ ਤਰੀਕਿਆਂ ਨਾਲ ਹੁੰਦਾ ਹੈ, ਇਹ ਧੱਕੇ ਨਾਲ ਵੀ ਹੁੰਦਾ ਹੈ ਤੇ ਇਹ ਪਾਲਣਾ ਨਾਲ ਵੀ ਹੁੰਦਾ ਹੈ। ਇੱਕ ਹੱਦ ਤੱਕ ਸਾਨੂੰ ਵੀ ਉਹੋ ਜਿਹਾ ਬਣਾਇਆ ਜਾਂਦਾ ਕਿ ਅਸੀਂ ਪਾਲਣਹਾਰ ਹੋਈਏ ਇਹਨਾਂ ਗੱਲਾਂ ਦੇ, ਸਾਡੀ ਵੀ ਜ਼ਿੰਮੇਵਾਰੀ ਹੈ ਵੀ ਸਿਰ ਸੁਰ ਢੱਕ ਕੇ ਰੱਖਣਾ, ਪਤੀ ਦਾ ਇਹ ਕਰਨਾ ਉਹ ਕਰਨਾ, ਮਤਲਬ ਖਾਣਾ ਪਰੋਸਣਾ ਸਭ ਕੁਝ। ਤੇ ਇੱਕ ਤਰੀਕੇ ਨਾਲ ਧੱਕਾ ਵੀ ਹੁੰਦਾ ਹੈ ਕਿ ਜੇ ਤੁਸੀਂ ਨਹੀਂ ਮੰਨੋਗੀਆਂ ਤਾਂ ਫਿਰ ਤੁਹਾਨੂੰ ਮਨਾਇਆ ਜਾਊਗਾ, ਤਾਂ ਫਿਰ ਉਹ ਤੁਹਾਨੂੰ ਦੱਸਣਗੇ ਕਿ ਕਿਸ ਤਰੀਕੇ ਨਾਲ ਹੁੰਦਾ ਹੈ ਸਾਰਾ। ਉਸਦੇ ਵੀ ਸਾਰੇ ਤਿਆਰ ਕੀਤੇ ਹੁੰਦੇ ਨੇ, ਤੁਹਾਡੀ ਪਰਵਰਿਸ਼ ਵਿੱਚ ਹੀ ਉਹ ਸਾਰੀ ਤਿਆਰੀ ਕੀਤੀ ਜਾਂਦੀ ਹੈ ਕਿ ਕਿੱਦਾਂ ਉਹ ਚੀਜ਼ਾਂ ਮਨਵਾਉਣੀਆਂ ਨੇ ਜਾਂ ਉਸ ਤਰੀਕੇ ਨਾਲ ਪ੍ਰਿਪੇਅਰ ਕਰਨਾ ਹੈ ਤੁਹਾਨੂੰ। ਤਾਂ ਲੱਗਦਾ ਹੈ ਕਿ ਇੱਕ ਬਰਾਬਰ ਕੈਂਪ ਕੰਮ ਕਰ ਰਿਹਾ ਹੈ ਔਰਤਾਂ ਤੇ ਉਸਦਾ ਸਾਰਾ ਜਿਹੜਾ ਕੰਮ ਹੈਗਾ ਆ ਉਹ ਔਰਤਾਂ ਨੂੰ, ਜਦੋਂ ਕਾਸਟ ਦੀ ਗੱਲ ਕਰੀਏ ਤਾਂ ਉਹ ਅਪਰ ਕਾਸਟ ਔਰਤ ਨਾਲ ਦੇ ਨਾਲ ਖੁਦ ਨੂੰ ਐਸੋਸੀਏਟ ਕਰਦੀ ਹੈ ਇੱਕ ਬਹੁਤ ਹੀ ਪਾਵਰਫੁਲ ਸਟਰਕਚਰ ਦੇ ਨਾਲ, ਤੇ ਨਾਲ ਦੇ ਨਾਲ ਉਹ ਅਪਰੈਸ ਹੋ ਰਹੀ ਹੁੰਦੀ ਹੈ ਆਪਣੇ ਘਰ ਦੇ ਵਿੱਚ ਜਾਂ ਆਪਣੇ ਉਸੇ ਸਟਰਕਚਰ ਵਿੱਚ, ਜੋ ਕਿ ਉਸਨੂੰ ਪਤਾ ਨਹੀਂ ਚੱਲਦਾ, ਜਾਂ ਫਿਰ ਜੇ ਪਤਾ ਵੀ ਚੱਲਦਾ ਹੈ ਤਾਂ ਇੱਕ ਇਹ ਵਾਲੀ ਟੌਫੀ ਖਾਣ ਜਾਣਾ ਉਹਨੂੰ ਇੰਨਾ ਸਵਾਦ ਲੱਗਦਾ ਹੈ ਕਿ ਉਹ ਇਹ ਵਾਲਾ ਭੁੱਲ ਜਾਂਦੀ ਹੈ ਜਾਂ ਉਸਨੂੰ ਭੁੱਲ ਜਾਂਦੀ ਹੈ। ਤਾਂ ਇਹ ਦੋਹਰੀ ਚੀਜ਼ ਜਿਹੜੀ ਔਰਤ ਦੇ ਨਾਲ ਹੋ ਰਹੀ ਹੈ ਇੱਥੇ, ਕਿ ਜਿਸ ਵਿੱਚ ਹਿੰਦੂ ਔਰਤ ਖੁਦ ਵਿੱਚ ਸਮਝਦੀ ਹੈ ਕਿ ਮੈਂ ਬਹੁਤ ਸੁਪੀਰੀਅਰ ਹਾਂ ਜਾਂ ਮੈਂ ਕਾਸਟ ਦੀ ਹਾਇਰਾਰਕੀ ਦੇ ਵਿੱਚ ਉੱਤੇ ਆ ਰਹੀ ਹਾਂ, ਤਾਂ ਫਿਰ ਉਹ ਦੁਰਗਾ ਵਾਹਿਨੀ ਜਾਂ RSS ਜਾਂ ਇਹਨਾਂ ਦੇ ਸਵੈਮ ਸੇਵਕ ਸਮਿਤੀਜ਼ ਜਾਂ ਜਿੰਨਾ ਵੀ ਚੀਜ਼ਾਂ ਵਿੱਚ ਜੁਆਇਨ ਵੀ ਕਰਦੀ ਹੈ, ਆਪਣੀ ਪਾਰਟਿਸਿਪੇਸ਼ਨ ਵੀ ਦਿਖਾਉਂਦੀ ਹੈ। ਤੇ ਬੀਜੇਪੀ ਵੀ ਉਸੇ ਵਿੱਚ ਮਤਲਬ ਜਿਹੜਾ ਉਹਨਾਂ ਦਾ ਪੋਲੀਟੀਕਲ ਵਿੰਗ ਹੈ, ਇਹ ਪੋਲਿਟਿਕਸ ਵਿੱਚ ਕੁਝ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਉਂਦਾ ਹੈ ਜਿਹਦੇ ਵਿੱਚ ਉਹ ਵੂਮਨ ਰਾਈਟਸ ਦੀ ਗੱਲ ਤਾਂ ਕਰੇਗਾ ਪਰ ਉਸਦੇ ਵਿੱਚ ਵੀ ਕਮਿਊਨਲਿਜ਼ਮ ਭਰ ਕੇ ਲਿਆਏਗਾ। ਜਦੋਂ 370 ਹਟਾਇਆ ਜਾਂਦਾ ਹੈ ਤਾਂ ਮੈਂ ਹੈਰਾਨ ਹੋਈ ਸੀ ਕਿ ਮੇਰੇ ਵੂਮਨ ਸਟੱਡੀਜ਼ ਵਿੱਚ ਵੀ ਇੱਕ ਇਹੋ ਜਿਹਾ ਡਿਸਕਸ਼ਨ ਆਇਆ। ਮੇਰੇ ਕਿਸੇ ਸਕਾਲਰ ਨੇ ਕਿਹਾ ਕਿ ਇਹ ਬਹੁਤ ਵਧੀਆ ਹੋਇਆ ਕਿਉਂਕਿ ਮੈਂ ਸਕਾਲਰ ਆਫ ਵੂਮਨ ਸਟੱਡੀਜ਼ ਹਾਂ ਤੇ ਮੈਨੂੰ ਪਤਾ ਹੈ ਕਿ ਇਹਦੇ ਨਾਲ ਉਹਨਾਂ ਨੂੰ ਲੈਂਡ ਰਾਈਟਸ ਮਿਲ ਜਾਣਗੇ ਔਰਤਾਂ ਨੂੰ। ਠੀਕ ਹੈ। ਤੇ ਜਦੋਂ ਯੂਨੀਫਾਰਮ ਸਿਵਲ ਕੋਡ ਦੀ ਵੀ ਗੱਲ ਆਉਂਦੀ ਹੈ ਤਾਂ ਉਦੋਂ ਵੀ ਕਿਉਂਕਿ ਉਹ ਮੁਸਲਿਮਸ ਨੂੰ ਟਾਰਗੇਟ ਕਰ ਰਿਹਾ ਹੈ ਤਾਂ ਅਪਰ ਕਾਸਟ ਹਿੰਦੂ ਵੂਮਨ ਉਹਨੂੰ ਐਕਸੈਪਟ ਕਰ ਦਿੰਦੀਆਂ ਨੇ ਕਿ ਇਹ ਤਾਂ ਵੂਮਨ ਰਾਈਟਸ ਦੀ ਗੱਲ ਹੋ ਰਹੀ ਹੈ। ਸਾਨੂੰ ਇਹ ਸਮਝਣਾ ਪਊਗਾ ਕਿ ਅਗਰ ਵੂਮਨ ਰਾਈਟਸ ਦੀ ਵੀ ਜਦੋਂ ਗੱਲ ਹੁੰਦੀ ਹੈ ਤਾਂ ਉਹ ਕਿੰਨੀ ਕੁ ਕਮਿਊਨਲ ਰੰਗ ਨਾਲ ਕੀਤੀ ਜਾਂਦੀ ਹੈ, ਕਿਸ ਤਰੀਕੇ ਨਾਲ ਉਹ ਸਿਰਫ ਇੱਕ ਰਿਲੀਜਨ, ਇੱਕ ਸਿਰਫ ਮੁਸਲਮਾਨ ਨੂੰ ਆਪਣਾ ਦੁਸ਼ਮਣ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਹੈ। ਤੈਨੂੰ ਮੈਂ ਇਹ ਗੱਲ ਕਰ ਰਹੀ ਸੀ ਕਿ ਸਾਡਾ ਉਹ ਪੰਜਾਬ ਹੈ ਜਿੱਥੇ ਜਦੋਂ ਬੱਚੇ ਦੇ ਪੈਦਾ ਹੋਣ ਦੀ ਸੁਪਨਸਾਜੀ ਸ਼ੁਰੂ ਹੁੰਦੀ ਆ ਤਾਂ ਉਹ ਸੁਪਨਿਆਂ 'ਚ ਜ਼ਿਆਦਾਤਰ ਮੁੰਡਾ ਹੁੰਦਾ। ਅਸੀਂ ਜਿੰਨੇ ਮਰਜ਼ੀ ਸੁਚੇਤ ਹੋਈਏ, ਜਿਹੜੇ ਡ੍ਰੀਮਸ ਲਏ ਜਾਂਦੇ ਨੇ, ਜੋ ਸੋਚਿਆ ਜਾਂਦਾ, ਮਤਲਬ ਔਰਤ ਦੀ ਕਹਾਣੀ ਉਹਦੇ ਜਨਮ ਤੋਂ ਸ਼ੁਰੂ ਹੁੰਦੀ ਆ, ਉਹ ਵੀ ਬਾਈ ਚਾਂਸ ਜੇ ਔਰਤ ਪੈਦਾ ਕੁੜੀ ਦੇ ਰੂਪ 'ਚ ਉਹ ਹੋ ਜਾਂਦੀ ਹੈ, ਜਦੋਂ ਕਿ ਮੁੰਡੇ ਦੀ ਕਹਾਣੀ ਉਹਦੇ ਜਨਮ ਤੋਂ ਪਹਿਲਾਂ ਉਹਦੇ ਜਨਮ ਦੇ ਡ੍ਰੀਮਸ ਨਾਲ ਸ਼ੁਰੂ ਹੋ ਜਾਂਦੀ ਹੈ। ਮਤਲਬ ਇਹ ਇੱਕ ਆਪਣੀ ਕਿਸਮ ਦਾ। ਤੇ ਉਸ ਪੰਜਾਬ ਦੇ ਵਿੱਚ ਕਨੂਪ੍ਰਿਆ ਦਾ ਹੋਣਾ, ਕਨੂਪ੍ਰਿਆ ਦਾ ਉਸ ਤਰ੍ਹਾਂ ਦੀ ਰਾਜਨੀਤੀ 'ਚ ਪਾਰਟਿਸਿਪੇਟ ਕਰਨਾ ਸਾਡੇ ਲਈ ਬੜਾ ਮੀਨਿੰਗ ਰੱਖਦਾ ਹੈ। ਤੋ ਅਸੀਂ ਕਨੂੰ ਉਹਨਾਂ ਨੂੰ ਬੁਲਾਇਆ ਵੀ ਇਸੇ ਲਈ ਹੀ ਸੀ ਕਿ ਕਿਉਂਕਿ ਜਿਹੜਾ ਸੁਵਿਧਾ ਦਾ ਮੰਚ ਹੈ ਇਹਦੇ ਰਾਹੀਂ ਅਸੀਂ ਸਾਡਾ ਮਕਸਦ ਇਹ ਸੀ ਕਿ ਯੂਨੀਵਰਸਿਟੀਆਂ ਦੇ ਮੰਚਾਂ ਤੇ ਤਾਂ ਇਸ ਕਿਸਮ ਦੀ ਡਿਬੇਟ ਹੁੰਦੀ ਰਹਿੰਦੀ ਆ
ਤੇ ਸਾਨੂੰ ਸਾਰਿਆਂ ਨੂੰ ਸਾਡੇ ਚੋਂ ਬਹੁਤੇ ਲੋਕ ਕਨੂਪ੍ਰਿਆ ਨੂੰ ਜਾਣਦੇ ਨੇ, ਸਾਡੇ ਚੋਂ ਬਹੁਤ ਲੋਕ ਉਸ ਪੋਲਿਟਿਕਸ ਦੇ ਵਿੱਚ ਇਹਨਾਂ ਨੇ ਜੋ ਬਦਲ ਦਿੱਤਾ ਉਸ ਬਦਲ ਨੂੰ ਜਾਣਦੇ ਆ। ਅਸੀਂ ਜਿਹੜੀ ਹੌਸਟਲ ਦੇ ਵਿੱਚ 24 ਘੰਟੇ ਹੌਸਟਲ ਦੇ ਖੁੱਲੇ ਰਹਿਣ ਵਾਲੀ ਕਿ ਕੁੜੀਆਂ ਸਟੱਡੀ ਰੂਮ ਜਾ ਸਕਣ ਜਾਂ ਵੈਸੇ ਆਪਣੀ ਆਜ਼ਾਦੀ ਇੰਜੋਏ ਕਰ ਸਕਣ ਜਿਵੇਂ ਮੁੰਡੇ ਕਰਦੇ ਨੇ, ਤਾਂ ਇਹ ਸਾਰੇ ਜਿਹੜੇ ਸਟਰਗਲ ਨੇ ਇਹਨਾਂ ਨੂੰ ਅਸੀਂ ਤਾਂ ਜਾਣਦੇ ਹਾਂ, ਪਰ ਪੰਜਾਬ ਦੇ ਉਹ ਲੋਕ ਜਿਹੜੇ ਯੂਨੀਵਰਸਿਟੀਆਂ ਦੇ ਦਾਇਰਿਆਂ ਤੋਂ ਬਾਹਰ ਨੇ ਜਾਂ ਜਿਹੜੇ ਇਸ ਤਰ੍ਹਾਂ ਮਤਲਬ ਵਾਕਫ ਨਹੀਂ ਹੈਗੇ ਇਹਨਾਂ ਸਾਰੇ ਸੰਘਰਸ਼ਾਂ ਤੋਂ, ਅਸੀਂ ਉਹਨਾਂ ਤੱਕ ਇਸ ਗੱਲ ਦੀ ਪਹੁੰਚ ਕਰ ਸਕੀਏ ਕਿ ਪੰਜਾਬ ਇੱਥੇ ਇੱਕ ਆਹ ਪੱਧਰ ਵੀ ਹੈ ਪੰਜਾਬ ਦਾ ਤੇ ਪੰਜਾਬ ਦੀਆਂ ਕੁੜੀਆਂ ਦਾ, ਪੰਜਾਬ ਇੱਥੇ ਵੀ ਜਿਉਂਦਾ ਪਿਆ। ਕਿਉਂਕਿ ਪਿਛਲੇ ਦਿਨਾਂ 'ਚ ਕਮਲਾ ਭਸੀਨ ਹੁਣਾਂ ਨੂੰ ਇਨਵਾਈਟ ਕੀਤਾ ਤੇ ਕਮਲਾ ਹੁਣਾਂ ਨੇ ਕਿਹਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਸਾਡੇ ਕੋਲ ਪੰਜਾਬ 'ਚ ਕੋਈ ਫੈਮਿਨਿਸਟ ਮੂਵਮੈਂਟ ਨਹੀਂ ਹੈ ਬਹੁਤ ਵੱਡੀ ਉਸ ਤਰ੍ਹਾਂ ਦੀ ਲੰਬੇ ਸਮੇਂ ਤੋਂ ਵੀ ਜਿਵੇਂ ਹੋਰ ਥਾਵਾਂ ਤੇ ਮਿਲਦੀ ਹੈ। ਉਹਨਾਂ ਨੇ ਮੈਨੂੰ ਕਿਹਾ ਵੀ ਚੰਡੀਗੜ੍ਹ 'ਚ ਮੇਰੀਆਂ ਕੁਝ ਦੋਸਤ ਹੈਗੀਆਂ ਨੇ, ਚੰਡੀਗੜ੍ਹ 'ਚ ਮਤਲਬ ਫਲਾਨੀ ਔਰਤ ਸਾਡੇ ਨਾਲ ਕੰਮ ਕਰਦੀ ਹੈ, ਫਲਾਨੀ ਔਰਤ, ਤੇ ਮੈਂ ਉਹਨਾਂ ਨੂੰ ਕਿਹਾ ਵੀ ਚੰਡੀਗੜ੍ਹ ਦਾ ਨਾ ਪੰਜਾਬ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਤੇ ਮਤਲਬ ਪੰਜਾਬ ਕਿਤੇ ਹੋਰ ਜਿਉਂਦਾ ਤੇ ਚੰਡੀਗੜ੍ਹ ਕਿਤੇ ਹੋਰ ਜਿਉਂਦਾ। ਜਦੋਂ ਅਸੀਂ ਕਨੂਪ੍ਰਿਆ ਨੂੰ ਅਸੁਵਿਧਾ ਦੇ ਮੰਚ ਤੇ ਲੈ ਕੇ ਆਉਣੇ ਆ ਤਾਂ ਉਦੋਂ ਵੀ ਇਹੀ ਮਕਸਦ ਸੀ ਕਿ ਜਿਹੜਾ ਬਾਕੀ ਦਾ ਪੰਜਾਬ ਹੈ ਉਹ ਦੇਖੇ ਕਿ ਇੱਕ ਪੰਜਾਬ ਦੇ ਇੱਕ ਕਸਬੇ 'ਚ ਉੱਠ ਕੇ ਕੋਈ ਕੁੜੀ ਇਸ ਧਰਾਤਲ ਤੇ ਜਿਉਂਦੀ ਪਈ ਆ, ਤੇ ਸਾਡੇ ਉਹ ਮਾਪੇ ਜਿਹੜੇ ਪਿੰਡਾਂ 'ਚ ਬੈਠੇ ਨੇ, ਛੋਟੇ ਟਾਊਨਸ ਦੇ ਵਿੱਚ ਬੈਠੇ ਨੇ, ਉਹਨਾਂ ਤੱਕ ਕਨੂੰ ਦੀ ਆਵਾਜ਼ ਪਹੁੰਚ ਸਕੇ। ਤਾਂ ਮੈਂ ਲਾਸਟ ਤੇ ਕਨੂੰ ਤੁਹਾਡੇ ਕੋਲ ਹੀ ਮੰਚ ਛੱਡ ਰਹੀ ਹਾਂ, ਤੁਹਾਡਾ ਜੋ ਗੱਲ ਕਰਨ ਨੂੰ ਦਿਲ ਕਰਦਾ ਪੰਜਾਬ ਨਾਲ, ਪੰਜਾਬ ਦੀਆਂ ਕੁੜੀਆਂ ਨਾਲ, ਪੰਜਾਬ ਦੇ ਮਾਪਿਆਂ ਨਾਲ, ਉਹ ਤੁਸੀਂ ਜ਼ਰੂਰ ਕਰੋ। ਪਹਿਲਾਂ ਤਾਂ ਇਹ ਕਿ ਸ਼ਾਇਦ ਜੇ ਯੂਨੀਵਰਸਿਟੀ ਦੀ ਐਕਸੈਸਿਬਿਲਿਟੀ ਹੀ ਮੇਰੇ ਤੱਕ ਨਾ ਹੁੰਦੀ ਜਾਂ ਸਾਡੇ ਕੁੜੀਆਂ ਤੱਕ ਨਾ ਹੁੰਦੀ ਤਾਂ ਅਸੀਂ ਉਸ ਮੂਮੈਂਟ ਦਾ ਪਾਰਟ ਹੀ ਨਾ ਬਣ ਪਾਉਂਦੇ ਜਿਹੜੀ ਕਿ ਦਿੱਲੀ ਵਿੱਚ ਹੀ ਰਹਿ ਜਾਂਦੀ ਪਿੰਜਰਾ ਤੋੜ ਦੇ ਨਾਮ ਤੋਂ, ਹਨਾ। ਉਹ ਪਟਿਆਲਾ ਵਿੱਚ ਜਾਂ ਫਿਰ ਹੁਸ਼ਿਆਰਪੁਰ ਦੇ ਕਾਲਜ ਵਿੱਚ ਜਾਂ ਫਿਰ ਪੰਜਾਬ ਯੂਨੀਵਰਸਿਟੀ ਵਿੱਚ ਜਿਸ ਸਮੇਂ ਵਿੱਚ ਆਉਂਦੀ ਹੈ, ਉਹਨਾਂ ਤਿੰਨਾਂ ਦਾ ਆਪਸ ਵਿੱਚ ਇੱਕ ਰਿਸ਼ਤਾ ਡਿਵੈਲਪ ਹੋ ਰਿਹਾ ਹੈ ਤੇ ਇਹਨਾਂ ਨੂੰ ਇੱਕ ਦੂਜੇ ਤੋਂ ਇੱਕ ਹੁੰਗਾਰਾ ਮਿਲ ਰਿਹਾ ਹੈ। ਤਾਂ ਇਸੇ ਹੁੰਗਾਰੇ ਨੂੰ ਸਾਨੂੰ ਅੱਜ ਦੇ ਸਮੇਂ ਹੋਰ ਤਿੱਖਾ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਸ ਸਮੇਂ ਵਿੱਚ ਕੱਟੜਤਾ ਅਮਰੀਕਾ ਤੋਂ ਲੈ ਕੇ ਇੱਧਰ ਭਾਰਤ ਵਿੱਚ ਇੱਕ ਹਿੰਦੂ ਰਾਸ਼ਟਰ ਬਣਾਉਣ ਤੱਕ ਦੀ ਲਲਕਾਰਾਂ ਨੂੰ ਇੱਕ ਦੂਜੇ ਨਾਲ ਮੈਚ ਕਰਕੇ ਇੱਕ ਦੂਜੇ ਦੀ ਇੰਟੈਂਸਿਟੀ ਵਧਾ ਰਹੇ ਨੇ, ਇਸ ਵਿੱਚ ਸਾਨੂੰ ਵੀ ਇੱਕ ਪ੍ਰੋਗਰੈਸਿਵ, ਇੱਕ ਡੈਮੋਕ੍ਰੈਟਿਕ ਤੇ ਇੱਕ ਫੈਮਿਨਿਸਟ ਜਿਹੜੀ ਪੋਲਿਟਿਕਸ ਹੈ, ਇਸ ਦੇ ਇੱਕ ਰਿਸਪੌਂਸ ਸ਼ੇਅਰ ਕਰਨੇ ਪੈਣਗੇ। ਇਸ ਦੀ ਜਿਹੜੀ ਇੱਕ ਪ੍ਰੋਟੈਸਟ ਦੀ ਲੀਗੇਸੀ ਆ ਉਸਨੂੰ ਹੋਰ ਵੀ ਲੰਬਾ ਕਰਨਾ ਹੋਊਗਾ। ਬਹੁਤ ਹੀ ਮੁਸ਼ਕਿਲ ਨਾਲ ਕੁੜੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਆਉਣ ਲੱਗੀਆਂ ਨੇ ਤੇ ਇਹੀ ਪਬਲਿਕ ਸਪੇਸਿਸ ਨੇ, ਇਹੀ ਪਬਲਿਕ ਯੂਨੀਵਰਸਿਟੀਜ਼ ਨੇ ਜਿਨ੍ਹਾਂ ਵਿੱਚ ਉਹਨਾਂ ਨੂੰ ਐਕਸੈਸਿਬਿਲਿਟੀ ਮਿਲਦੀ ਆ ਪਬਲਿਕ ਸਫੇਅਰ ਵਿੱਚ ਗੱਲ ਕਰਨ ਦੀ, ਵਿਚਰਨ ਦੀ, ਬੈਠਣ ਦੀ, ਪਾਰਟੀਸਿਪੇਟ ਕਰਨ ਦੀ, ਚਾਹੇ ਉਹ ਕਵੀ ਸੰਮੇਲਨ ਹੈ, ਧਰਨਾ ਹੈ, ਚਾਹੇ ਉਹ ਕੰਟੀਨ ਵਿੱਚ ਬੈਠਣਾ ਹੀ ਕਿਉਂ ਨਹੀਂ ਹੈ, ਲਾਇਬ੍ਰੇਰੀ ਵਿੱਚ ਪੜ੍ਹਨਾ ਹੀ ਕਿਉਂ ਨਹੀਂ ਹੈ, ਸੈਰ ਕਰਨਾ ਹੀ ਕਿਉਂ ਨਹੀਂ ਹੈ। ਵਰਨਾ ਤਾਂ ਅਸੀਂ ਇਹ ਸੈਰ ਕਰਨ ਤੱਕ ਦਾ ਡਿਸੀਜ਼ਨ ਵੀ ਆਪਣੇ ਪੰਜਾਬ ਵਿੱਚ, ਆਪਣੇ ਘਰ ਵਿੱਚ, ਆਪਣੇ ਘਰਦਿਆਂ ਤੋਂ ਬਿਨਾਂ ਨਹੀਂ ਲੈ ਪਾਉਂਦੇ। ਸਾਡੇ ਨਾਲ ਸੈਰ ਕਰਨ ਲੱਗਿਆ ਵੀ ਸਾਡੇ ਨਾਲ ਕੋਈ ਜਾਏਗਾ, ਚਾਹੇ ਸਾਡਾ ਛੋਟਾ ਭਰਾ ਹੀ ਕਿਉਂ ਨਾ ਹੋਵੇ, ਚਾਹੇ ਸਾਡੇ ਨਾਲ ਮੰਮੀ ਹੀ ਕਿਉਂ ਨਾ ਹੋਣ, ਕਿਉਂਕਿ ਇੰਨੀ ਇਨਸਿਕਿਉਰਿਟੀ ਹੈ ਸਾਡੇ ਅੰਦਰ, ਇੰਨਾ ਮਾਹੌਲ ਨੇ ਸਾਨੂੰ ਡਰਾ ਰੱਖਿਆ ਹੈ ਕਿ ਸਾਡੇ ਕੁੜੀਆਂ ਨਾਲ ਕੁਝ ਹੋ ਸਕਦਾ ਹੈ। ਤੇ ਸਦੀਆਂ ਤੋਂ ਇਹ ਪ੍ਰੋਟੈਕਸ਼ਨਿਜ਼ਮ ਵਾਲੀ ਜਿਹੜੀ ਥਿਊਰੀ ਹੈਗੀ ਹੈ, ਇਹ ਕੰਮ ਨਹੀਂ ਆਈ। ਸਦੀਆਂ ਤੋਂ ਸਾਡਾ ਬਚਾ ਕੇ ਰੱਖਣਾ, ਲੁਕ ਕੇ ਰਹਿਣਾ ਸਾਨੂੰ ਬਚਾ ਨਹੀਂ ਸਕਿਆ, ਕਿਉਂਕਿ ਉਹੀ ਜਿਹੜੇ ਦੁਸ਼ਮਣ ਬਾਹਰ ਗਿਣਾਏ ਜਾਂਦੇ ਨੇ ਉਹ ਕਦੇ ਸਾਡੇ ਬਿਸਤਰ ਤੇ ਵੀ ਆ ਜਾਂਦੇ ਨੇ, ਫਿਰ ਉਹ ਸਾਡੇ ਘਰਾਂ ਦੇ ਅੰਦਰ ਵੀ ਆ ਜਾਂਦੇ ਨੇ ਤੇ ਸਾਨੂੰ ਉਹਦਾ ਲੜਨਾ ਹੀ ਨਹੀਂ ਆਉਂਦਾ ਹੁੰਦਾ, ਸਾਨੂੰ ਪਤਾ ਹੀ ਨਹੀਂ ਹੁੰਦਾ ਕੀ ਕਰੀਦਾ, ਕਿਉਂਕਿ ਅਸੀਂ ਕਦੇ ਤਿਆਰ ਹੀ ਨਹੀਂ ਹੋਏ, ਸਾਨੂੰ ਪਤਾ ਹੀ ਨਹੀਂ ਸੀਗਾ ਕਿ ਇਹ ਲੜਾਈ ਹੈ। ਸਾਨੂੰ ਕਿਹਾ ਗਿਆ ਕਿ ਬਸ ਬਾਹਰ ਨਹੀਂ ਜਾਣਾ ਤਾਂ ਠੀਕ ਰਹੋਗੇ, ਪਤਾ ਚੱਲਦਾ ਹੈ ਕਿ ਫਿਰ ਘਰੇ ਹੀ ਉਹ ਲੜਾਈ ਬੈਠੀ ਹੈ, ਘਰੇ ਹੀ ਉਹ ਦੁਸ਼ਮਣ ਬੈਠੇ ਨੇ। ਤਾਂ ਉਸਦੀ ਪ੍ਰਪੇਅਰਡਨੈਸ, ਉਸਦੀ ਤਿਆਰੀ ਸਾਡੀ ਜਿਹੜੀ ਹੈਗੀ ਆ ਉਹ ਸਾਡੇ ਘਰੋਂ ਸ਼ੁਰੂ ਹੋਣੀ ਹੈ। ਤੇ ਜਦੋਂ ਅਸੀਂ ਐਜੂਕੇਸ਼ਨਲ ਇੰਸਟੀਟਿਊਟਸ ਵਿੱਚ ਆਉਂਦੇ ਹਾਂ ਤਾਂ ਚਾਹੇ ਉਹ ਉੱਥੇ ਵੀ ਪੜ੍ਹੇ ਲਿਖੇ ਪ੍ਰੋਫੈਸਰ ਜਾਂ ਫਿਰ ਵਾਈਸ ਚਾਂਸਲਰ ਜਾਂ ਯੂਨੀਵਰਸਿਟੀ ਦਾ ਸਟਾਫ ਕਿਉਂ ਨਾ ਹੋਵੇ, ਫਿਰ ਵੀ ਉੱਥੇ ਵੀ ਔਰਤਾਂ ਨੂੰ ਆ ਕੇ ਉਸੇ ਪਿਤਰੀ ਸੱਤਾ ਦਾ ਸਾਹਮਣਾ ਕਰਨਾ ਪੈਂਦਾ। ਤਾਂ ਐਟਲੀਸਟ ਇਹਨਾਂ ਸਫੀਅਰ 'ਚ ਇਹ ਪੋਸੀਬਿਲਿਟੀ ਹੁੰਦੀ ਹੈ ਕਿ ਅਸੀਂ ਕੁੜੀਆਂ ਯੂਨੀਅਨਾਈਜ਼ ਹੋ ਜਾਂਦੀਆਂ ਨੇ, ਅਸੀਂ ਇਕੱਠੀਆਂ ਬੈਠ ਜਾਂਦੀਆਂ ਨੇ, ਅਸੀਂ ਕਮਰੇ ਵਿੱਚ ਸਾਂਝੀਆਂ ਕਰਦੀਆਂ ਨੇ ਕਿ ਸਾਡੇ ਨਾਲ ਕੀ ਹੋਇਆ ਤੇ ਫਲਾਣੇ ਨਾਲ ਕੀ ਹੋਇਆ,
ਤੇ ਉਹਦੀ ਵਜ੍ਹਾ ਅਸੀਂ ਲੱਭ ਰਹੀਆਂ ਤਾਂ ਜਦੋਂ ਅਸੀਂ ਆਪਣੇ ਐਕਸਪੀਰੀਅੰਸ ਸ਼ੇਅਰ ਕਰਨ ਲੱਗ ਜੰਨੇ ਆ ਇਹੋ ਜਿਹੇ ਮਾਹੌਲ ਵਿੱਚ ਰਾਤ ਨੂੰ ਹੋਸਟਲ 'ਚ ਬੈਠ ਪਾਉਂਦੇ ਆ ਰਾਤ ਨੂੰ ਲਾਇਬ੍ਰੇਰੀ ਜਾ ਪਾਉਂਦੇ ਆ ਰਾਤ ਨੂੰ ਅਸੀਂ ਸੈਰ ਕਰ ਲੈਂਦੇ ਆ ਮਤਲਬ ਰਾਤ ਦੀ ਇਸ 'ਚ ਇੱਕ ਇੰਪੋਰਟੈਂਸ ਹੈਗੀ ਆ ਕਿਉਂਕਿ ਇਹ ਸਭ ਕੁਛ ਇਹ ਸਾਰਾ ਇੱਕ ਜਿਹੜਾ ਸਟਰਕਚਰ ਹੀ ਹੈਗਾ ਆ ਉਸ ਵਿੱਚ ਸਾਨੂੰ ਅੱਧੀ ਦੁਨੀਆ ਤੋਂ ਵਾਂਝਾ ਰੱਖਿਆ ਗਿਆ ਆ ਤੇ ਉਸੇ ਨੂੰ ਹੀ ਮਤਲਬ ਉਸੇ ਨੂੰ ਹੀ ਸਟ੍ਰੈਸ ਕਰਨਾ ਜ਼ਿਆਦਾ ਜ਼ਰੂਰੀ ਹੈ ਉਹਨਾਂ ਹੀ ਉਲੰਘਣਾਵਾਂ ਨੂੰ ਮਤਲਬ ਕ੍ਰਾਸ ਕਰਨਾ ਉਹਨਾਂ ਲਾਈਨਸ ਨੂੰ ਕ੍ਰਾਸ ਕਰਨਾ ਹੀ ਸਾਨੂੰ ਮਤਲਬ ਅੱਜ ਦੇ ਸਮੇਂ ਤੇ ਜ਼ਿਆਦਾ ਜ਼ਿਕਰ ਕਰਨਾ ਪਊਗਾ ਜਾਂ ਜ਼ਿਆਦਾ ਡਿਸਕਸ਼ਨ ਵਿੱਚ ਲਿਆਉਣਾ ਪਊਗਾ ਜ਼ਿਆਦਾ ਨੋਰਮਲਸੀ ਵਿੱਚ ਲਿਆਉਣਾ ਪਊਗਾ ਤੇ ਇਸੇ ਦੇ ਨਾਲ ਮੈਨੂੰ ਲੱਗਦਾ ਹੈ ਕਿ ਇੱਕ ਜਿਹੜਾ ਬਦਲਾਵ ਹੈਗਾ ਆ ਉਹ ਆਪਣੇ ਅਸੀਂ ਸਮਾਜ 'ਚ ਦੇਖ ਪਾਵਾਂਗੇ ਨਹੀਂ ਤਾਂ ਬਚਾਉਣ ਨਾਲ ਅਸੀਂ ਬਚਾ ਨਹੀਂ ਪਾਏ ਅੱਜ ਤੱਕ ਤੇ ਸਾਨੂੰ ਉਸ ਲੜਾਈ ਲਈ ਹੀ ਬਰਾਬਰ ਤਿਆਰ ਕਰਨੇ ਪੈਣਗੇ ਵੱਡੇ ਦਿਲ ਨਾਲ ਹੀ ਸਹੀ ਪਰ ਸਾਨੂੰ ਉਸ ਲੜਾਈ ਲਈ ਹੀ ਤਿਆਰ ਕਰਨੇ ਪੈਣੇ ਆ ਆਪਣੀਆਂ ਕੁੜੀਆਂ ਵੀ ਆਪਣੇ ਮੁੰਡੇ ਵੀ ਤਾਂ ਪੰਜਾਬ ਲਈ ਵੀ ਇਹੀ ਸੁਣਿਆ ਹੈ ਕਿ ਅਸੀਂ ਜਦੋਂ ਐਜੂਕੇਸ਼ਨ ਦੀ ਗੱਲ ਹੀ ਕਰਦੇ ਹਾਂ ਜਾਂ ਫਿਰ ਅਸੀਂ ਜਦੋਂ ਇੱਕ ਇੰਡੀਪੈਂਡੈਂਸ ਦੀ ਹੀ ਗੱਲ ਕਰਦੇ ਹਾਂ ਆਪਣੀਆਂ ਕੁੜੀਆਂ ਨੂੰ ਦੇਣ ਦੀ ਤਾਂ ਉਸਦੇ ਡਿਸੀਜਨਸ ਵਿੱਚ ਵੀ ਦੇਈਏ ਉਸਦੇ ਫੈਸਲਿਆਂ ਦੇ ਵਿੱਚ ਲੈਣ ਵਿੱਚ ਵੀ ਦੇਈਏ ਉਸਨੂੰ ਸਿਖਾਈਏ ਸ਼ੁਰੂ ਤੋਂ ਹੀ ਕਿ ਆਪਣੇ ਫੈਸਲਿਆਂ ਨੂੰ ਸੋਚਣਾ ਕਿਵੇਂ ਹੈ ਆਪਣੇ ਫੈਸਲਿਆਂ ਨੂੰ ਲੈਣਾ ਕਿਵੇਂ ਹੈ ਜਾਂ ਕਿਸ ਤਰੀਕੇ ਨਾਲ ਤੁਸੀਂ ਡਿਸਾਈਡ ਕਰਨਾ ਕਿਉਂਕਿ ਅੱਜ ਤੱਕ ਸਾਡੇ ਡਿਸੀਜਨਸ ਹੀ ਕੋਈ ਹੋਰ ਲੈਂਦਾ ਹੈ ਘਰ ਵਿੱਚ ਵੀ ਆਪਣੇ ਦੋਸਤਾਂ ਦੇ ਵਿੱਚ ਵੀ ਆਪਣੇ ਆਰਗੇਨਾਈਜੇਸ਼ਨਸ ਦੇ ਵਿੱਚ ਵੀ ਤਾਂ ਜਦੋਂ ਤੱਕ ਅਸੀਂ ਆਪਣੇ ਡਿਸੀਜਨਸ ਨਹੀਂ ਆਪ ਲਵਾਂਗੇ ਜਦੋਂ ਤੱਕ ਅਸੀਂ ਉਸ ਸੋਚਣ ਦੀ ਕੈਪੈਸਿਟੀ ਨੂੰ ਕਿਉਂਕਿ ਇਹ ਸਮਝਾਇਆ ਜਾਂਦਾ ਨਾ ਕਿ ਤੁਸੀਂ ਸੋਚ ਨਹੀਂ ਸਕਦੇ ਤੁਹਾਨੂੰ ਆਪਣੇ ਠੀਕ ਬਾਰੇ ਨਹੀਂ ਪਤਾ ਅਸੀਂ ਦੱਸਾਂਗੇ ਤੁਹਾਡਾ ਠੀਕ ਅਸੀਂ ਦੱਸਾਂਗੇ ਜਦੋਂ ਤੱਕ ਇਹ ਚੇਂਜ ਨਹੀਂ ਆਉਂਦਾ ਉਦੋਂ ਤੱਕ ਕਿਸੇ ਵੀ ਫੈਮਿਨਿਸਟ ਮੂਵਮੈਂਟ ਲਈ ਅਸੀਂ ਗਰਾਊਂਡ ਨਹੀਂ ਤਿਆਰ ਕਰ ਪਾਵਾਂਗੇ ਤੇ ਉਸ ਦੀ ਜ਼ਰੂਰਤ ਬਹੁਤ ਹੈ ਚਾਹੇ ਉਸਨੂੰ ਤੁਸੀਂ ਇਹ ਕਹੋ ਕਿ ਨਵਾਂ ਰੌਲਾ ਲੈ ਕੇ ਆ ਰਹੀਆਂ ਨੇ ਕਿਉਂਕਿ ਹੁਣ ਵੀ ਜਦੋਂ ਵਜੂਦ ਦਾ ਵੀ ਡਿਸਕਸ਼ਨ ਆਉਂਦਾ ਤਾਂ ਆਉਂਦਾ ਕਿ ਇਹ ਕੀ ਵੱਖਰਾ ਹੀ ਇੱਕ ਫੇਰ ਸ਼ੁਰੂ ਕਰਤੀ ਇਹਨਾਂ ਨੇ ਇਹ ਤਾਂ ਕੁਛ ਹੈ ਨਹੀਂ ਸਾਡੇ ਨਹੀਂ ਇੱਥੇ ਇਹ ਕੁਛ ਹੈ ਕਿਉਂਕਿ ਅਸੀਂ ਨਾਰਮਲ ਮੰਨ ਚੁੱਕੇ ਹਾਂ ਉਹਨਾਂ ਪ੍ਰੋਬਲਮਸ ਨੂੰ ਅਸੀਂ ਨਾਰਮਲ ਮੰਨ ਚੁੱਕੇ ਹਾਂ ਉਹ ਸ਼ਾਂਤੀ ਨੂੰ ਜਿਸ ਵਿੱਚ ਇੱਕ ਔਰਤ ਚਪੇੜ ਖਾ ਕੇ ਆਰਾਮ ਨਾਲ ਸੌ ਜਾਂਦੀ ਹੈ ਜਾਂ ਆਰਾਮ ਨਾਲ ਰੋਟੀ ਪਲੋਸ ਦਿੰਦੀ ਹੈ ਤੇ ਕੋਈ ਸਵਾਲ ਨਹੀਂ ਕਰਦੀ ਚੁੱਪ ਕਰਕੇ ਰਹਿੰਦੀ ਹੈ ਜਿਸ ਵਿੱਚ ਇੱਕ ਧੀ ਚੁੱਪ ਕਰਕੇ ਜਿੱਥੇ ਲੈ ਕੇ ਜਾਂਦੇ ਆ ਗਊਆਂ ਵਾਂਗੂ ਚਲੇ ਜਾਂਦੀ ਹੈ ਤੇ ਘਰੇ ਆ ਜਾਂਦੀ ਹੈ ਤੇ ਜਿੱਥੇ ਵਿਆਹ ਦਿੰਦੇ ਨੇ ਉੱਥੇ ਵਿਆਹੀ ਜਾਂਦੀ ਹੈ ਤੇ ਇਸੇ ਨਾਰਮਲਸੀ ਨੂੰ ਤੋੜਨਾ ਆ ਤੇ ਇਸ ਨਾਰਮਲਸੀ ਨੂੰ ਤੋੜਨ ਲੱਗਿਆ ਜਿਵੇਂ ਬਹੁਤ ਟੁੱਟ ਭੱਜ ਹੋਏਗੀ ਉਸ ਟੁੱਟ ਭੱਜ ਵਿੱਚ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਆਪਣੇ ਲੋਕ ਵੀ ਸ਼ਾਮਿਲ ਹੋਣਗੇ ਅਸੀਂ ਆਪ ਵੀ ਸ਼ਾਮਿਲ ਹੋਵਾਂਗੇ ਉਸ ਟੁੱਟ ਭੱਜ ਵਿੱਚ ਪਰ ਇਹਦੇ ਚ ਪਾਰਟਿਸਿਪੇਟ ਕਰਨਾ ਬਹੁਤ ਜ਼ਰੂਰੀ ਹੈ ਸਾਡਾ ਸਭ ਦਾ ਹੀ ਬਿਲਕੁਲ ਜਦ ਤੁਹਾਡੀ ਗੱਲ ਸੁਣਦੇ ਆ ਮੈਨੂੰ ਧਿਆਨ ਆ ਰਿਹਾ ਸੀ ਕਿ ਜਦੋਂ ਮਾਪੇ ਆਪਣੀਆਂ ਕੁੜੀਆਂ ਨੂੰ ਬਹੁਤ ਸਾਂਭ ਕੇ ਰੱਖਦੇ ਨੇ ਤੇ ਉਹਨਾਂ ਦਾ ਚੌਕੀਦਾਰਾ ਕਰਦੇ ਨੇ ਤਾਂ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਆਸਾਨੀ ਨਾਲ ਸ਼ਿਕਾਰ ਹੋਣ ਲਈ ਤਿਆਰ ਕਰ ਰਹੇ ਹੁੰਦੇ ਨੇ ਹਨਾ ਕਿਉਂਕਿ ਉਹ ਰਜਿਸਟ ਨਹੀਂ ਕਰ ਪਾਉਣਗੀਆਂ ਉਹਨਾਂ ਦੀ ਰੈਜ਼ਿਸਟੈਂਸ ਪਾਵਰ ਉਸ ਤਰ੍ਹਾਂ ਦੀ ਨਹੀਂ ਡਿਵੈਲਪ ਹੁੰਦੀ ਤੇ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਦੇ ਪਤੀ ਦੁਆਰਾ ਕਦੇ ਘਰ-ਬਾਰ ਦੁਆਰਾ ਬਹੁਤ ਜਲਦੀ ਨਾਲ ਉਹਨਾਂ ਨੇ ਸ਼ਿਕਾਰ ਹੋ ਜਾਣਾ ਕੰਜ਼ਿਊਮ ਹੋ ਜਾਣਾ ਜਿਵੇਂ ਔਰਤ ਸਦੀਆਂ ਤੋਂ ਹੁੰਦੀ ਰਹੀ ਹੈ ਨਾ ਤਾਂ ਮਾਪਿਆਂ ਨੂੰ ਜ਼ਰੂਰ ਉਸ ਕਿਸਮ ਦੀ ਲਿਬਰਟੀ ਆਪਣੀਆਂ ਧੀਆਂ ਨੂੰ ਦੇਣੀ ਚਾਹੀਦੀ ਆ ਕਿ ਉਹ ਰਜਿਸਟ ਕਰ ਸਕਣ ਉਹ ਲੜ ਸਕਣ ਇਹ ਗੱਲ ਠੀਕ ਹੈ ਕਿ ਇੰਨੇ ਚੌਕੀਦਾਰੇ ਨੇ ਵੀ ਔਰਤਾਂ ਨੂੰ ਬਚਾਇਆ ਨਹੀਂ ਹੈ ਤੇ ਇਸ ਕਰਕੇ ਉਹ ਬਾਹਰ ਆ ਜਾਣ ਤੇ ਸਾਰੇ ਸੁਰੱਖਿਆ ਕਵਚ ਨੇ ਜਿਹੜੇ ਸੁਰੱਖਿਆ ਦੇ ਨਾਮ ਹੇਠ ਜਾਂ ਵਰਜਨਾ ਉਹਦੇ ਸੁਰੱਖਿਆ ਦੇ ਨਾਮ ਹੇਠ ਜਿਹੜੀ ਗੁਲਾਮੀ ਲੁਕੀ ਹੋਈ ਆ ਉਸ ਮਖੌਟੇ ਦੇ ਵਿੱਚ ਉਹਨੂੰ ਨੰਗਾ ਕਰਨਾ ਚਾਹੀਦਾ ਹੈ ਤੇ ਪੰਜਾਬ ਹੁਣ ਕਾਫੀ ਬਦਲ ਰਿਹਾ ਕਨੂਪ੍ਰਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਜਿਵੇਂ ਮੈਂ ਸ਼ੁਰੂ ਚ ਕਿਹਾ ਸੀ ਇਸ ਲੜੀ ਨੂੰ ਸ਼ੁਰੂ ਕਰਨ ਲਈ ਕਿ ਇਹ ਜਿਹੜੀ ਮਤਲਬ ਇੱਕ ਮਸ਼ਾਲ ਫੜੀ ਹੋਈ ਆ ਕਨੂੰ ਹੁਣਾਂ ਨੇ ਆਪਣੇ ਹੱਥ 'ਚ ਪਿਛਲੇ ਦਿਨਾਂ 'ਚ ਕਿਤੇ ਗੱਲ ਵੀ ਹੋ ਰਹੀ ਸੀ ਕਿ ਪੰਜਾਬ ਦੀ ਰਾਜਨੀਤੀ ਪੰਜਾਬ ਦੀ ਅਕਾਦਮਿਕਤਾ ਇਹ ਗੱਲ ਹੋ ਰਹੀ ਸੀ ਕਿ ਪੰਜਾਬ ਮਤਲਬ ਜਿਸ ਕਿਸਮ ਕੁੜੀਆਂ ਬੋਲ ਰਹੀਆਂ ਨੇ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਦੀ ਰਾਜਨੀਤੀ ਦਾ ਭਵਿੱਖ ਤੇ ਪੰਜਾਬ ਦੀ ਅਕਾਦਮਿਕਤਾ ਦਾ ਭਵਿੱਖ ਸ਼ਾਇਦ ਹੁਣ ਉਹਦੇ ਵਿੱਚ ਔਰਤਾਂ ਦਾ ਵੱਡਾ ਰੋਲ ਹੋਊਗਾ ਤੇ ਅਸੀਂ ਇਹ ਚਾਹੁੰਦੇ ਵੀ ਹਾਂ ਕਿ ਇਸ ਤਰ੍ਹਾਂ ਹੋਵੇ ਇਸ ਤਰ੍ਹਾਂ ਵਾਪਰੇ ਉਹਦੇ ਲਈ ਤੁਹਾਡਾ ਹਮੇਸ਼ਾ ਹੀ ਤੁਹਾਨੂੰ ਯਾਦ ਕਰਾਂਗੇ ਤੁਹਾਨੂੰ ਬਹੁਤ-ਬਹੁਤ ਪਿਆਰ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸੁਵਿਧਾ ਦੇ ਮੰਚ ਵੱਲੋਂ ਸ਼ੁਕਰੀਆ ਕਨੂਪ੍ਰਿਆ ਸਾਰੇ ਦੋਸਤਾਂ ਦਾ ਜੋ ਸਾਡੇ ਨਾਲ ਜੁੜੇ ਹੋਏ ਨੇ ਬਹੁਤ-ਬਹੁਤ ਧੰਨਵਾਦ ਠੀਕ ਹੈ ਕਨੂਪ੍ਰਿਆ ਥੈਂਕ ਯੂ